ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਏ ਕਰ ਜੋੜ ਮੰਗੋ ਇੱਕ ਦਨ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਹਰ ਦਇਆ ਪ੍ਰਭ ਧਾਰੋ, ਪਾਖਣ ਹਮ ਤਾਰੋ। ਕੱਢ ਲੇਵੋ ਸ਼ਬਦ ਸੁਭਾਏ ਜੀਓ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ। ਹਰ ਬਾਹ ਪ੍ਰਭੂ ਪਕਰਾਏ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਗੌੜੀ ਚੇਤੀ ਮਹੱਲਾ ਪੰਜਵਾ। ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਭਾਈ, ਤਾਤੇ ਬ੍ਰਥਾ ਨ ਵਿਆਪੈ ਕਾਈ। ਰਾਮ ਕੋ ਬਲ ਪੂਰਨ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰੂ ਮਹਾਰਾਜ ਜੀ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ ਜੋ ਹਜ਼ੂਰ ਦੀ ਅੰਮ੍ਰਿਤਮਈ ਮੁੱਖ ਵਾਕ ਪਰਮ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 202 ਤੱਕ ਪਹੁੰਚੀ ਹੈ ਔਰ ਗੌੜੀ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦਾਂ ਦੀ ਵਿਚਾਰ ਇਸ ਵੇਲੇ ਚੱਲ ਰਹੀ ਹੈ। ਰਾਗ ਗੌੜੀ ਚੇਤੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਜੋ ਇਸ ਰਾਗ ਦੀ ਚੇਤੀ ਵੰਨਗੀ ਹੈ। ਗੌੜੀ ਕਈ ਪ੍ਰਕਾਰ ਦੀ ਹੈ, ਜਿਵੇਂ ਗੁਆਰੇਰੀ, ਪੂਰਬੀ ਔਰ ਇਸੇ ਤਰ੍ਹਾਂ ਇਹ ਗੌੜੀ ਚੇਤੀ ਹੈ। ਇਸ ਚੇਤੀ ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੋ ਪਦੇ, ਦੋ ਪਦਿਆਂ ਵਾਲੇ ਅਗਲੇ ਦੋ ਸ਼ਬਦ ਉਚਾਰਨ ਕਰਦੇ ਹਨ। ਜਿਨ੍ਹਾਂ ਸ਼ਬਦਾਂ ਦੇ ਦੋ ਹੀ ਪਦ ਹੋਣ, ਰਹਾਉ ਦੀਆਂ ਪੰਕਤੀਆਂ ਤੋਂ ਅਲੱਗਾ ਦੋ ਪਦ ਜੇ ਸ਼ਬਦ ਦੇ ਹੋਣ, ਉਹਨੂੰ ਦੋ ਪਦਾ ਕਿਹਾ ਜਾਂਦਾ। ਤੇ ਪਦੇ, ਚੌਪਦੇ, ਪੰਚ ਪਦੇ ਵੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮਾਤਮਾ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਹੈ। ਉਸੇ ਦੀ ਸਾਡੇ 'ਤੇ ਕਿਰਪਾ ਹੈ ਔਰ ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਹੁੰਦਾ ਹੈ, ਮਿਲਾਪ ਹਾਸਲ ਹੁੰਦਾ ਹੈ। ਇਹ ਬੀਜ ਰੂਪ ਮੰਗਲ ਉਚਾਰਨ ਕਰਦੇ ਹਨ ਸਤਿਗੁਰੂ ਜੀ। ਹਜ਼ੂਰ ਬਚਨ ਫਰਮਾਉਂਦੇ ਨੇ, ਰਾਮ ਕੋ ਬਲ ਪੂਰਨ ਭਾਈ। ਸੰਸਾਰ ਵਿੱਚ ਵਿਚਰਨ ਵਾਲੇ ਅਸੀਂ ਮਨੁੱਖ ਜਾਤੀ ਦੇ ਲੋਕ, ਅਸੀਂ ਬਲ ਦੀ ਲੋੜ ਮਹਿਸੂਸ ਕਰਦੇ ਹਾਂ ਵੀ ਸਾਡੇ ਕੋਲ ਆਪਣੇ ਪਾਸ ਸਰੀਰਕ ਬਲ ਵੀ ਸਾਨੂੰ ਚਾਹੀਦਾ ਔਰ ਇਸੇ ਤਰ੍ਹਾਂ ਧਨ ਦਾ ਬਲ ਸਾਡੇ ਪਾਸ ਹੈ, ਤਾਣ, ਬਲ, ਜ਼ੋਰ, ਤਾਕਤ। ਔਰ ਇਸੇ ਤਰ੍ਹਾਂ ਜਿਹਦੇ ਭਰਾ ਜ਼ਿਆਦਾ ਹੋਣ ਔਰ ਉਹਦੇ ਨਾਲ ਪ੍ਰੇਮ ਕਰਨ ਵਾਲੇ, ਉਹਨਾਂ ਨੂੰ ਉਹਨਾਂ ਭਰਾਵਾਂ ਦੇ ਬਾਹੂਬਲ ਦਾ ਜਿਹੜਾ ਮਾਣ ਹੁੰਦਾ, ਟੇਕ ਹੁੰਦੀ ਆ। ਇਸੇ ਤਰ੍ਹਾਂ ਰਾਜਿਆਂ ਮਹਾਰਾਜਿਆਂ ਨਾਲ, ਰਾਜਨੀਤਿਕ ਤਾਕਤਵਰ ਲੋਕਾਂ ਨਾਲ ਸੰਬੰਧ ਇਸੇ ਕਰਕੇ ਲੋਕ ਬਣਾਉਂਦੇ ਨੇ ਵੀ ਸਾਡੇ ਪਾਸ ਬਲ ਹੋਵੇ, ਬਲਸ਼ਾਲੀ ਲੋਕਾਂ ਨਾਲ ਸਾਡਾ ਸੰਬੰਧ ਹੋਵੇ ਇਤਿਆਦਿਕ। ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਜੋ ਸਭ ਤੋਂ ਵੱਡਾ ਬਲਸ਼ਾਲੀ, ਬਲਕਿ ਸਾਰਾ ਬਲ ਹੀ ਜਿਹਦੇ ਹੱਥ ਵਿੱਚ ਹੈ, ਜਿੰਨੀ ਵੀ ਸੰਸਾਰ 'ਚ ਤਾਕਤ ਆ ਨਾ ਜੀਆਂ 'ਚ, ਚਾਹੇ ਉਹ ਜੜ ਮਾਇਆ ਦੀ ਤਾਕਤ ਹੈ, ਚਾਹੇ ਚੇਤਨ ਮਾਇਆ ਦੀ ਸ਼ਕਤੀ ਤਾਕਤ, ਸਭ ਪਰਮਾਤਮਾ ਦੀ ਬਣਾਈ ਹੋਈ ਆ ਅਤੇ ਪਰਮਾਤਮਾ ਦੇ ਹੱਥ ਵਿੱਚ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੀ ਟੇਕ ਲੈਣੀ ਚਾਹੀਦੀ ਹੈ, ਵਾਹਿਗੁਰੂ ਦਾ ਪੱਲਾ ਨਹੀਂ ਛੱਡਣਾ ਚਾਹੀਦਾ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ। ਕਿਉਂਕਿ ਰਾਮ ਕੋ ਬਲ ਪੂਰਨ ਭਾਈ, ਹੇ ਭਾਈ, ਹੇ ਵੀਰ, ਰਾਮ ਪਰਮਾਤਮਾ ਦਾ ਬਲ ਪੂਰਨ ਹੈ। ਉਹਦੇ ਬਲ ਵਿੱਚ ਕੋਈ ਊਣਤਾ ਹੀ ਨਹੀਂ। ਐਸਾ ਵੀ ਨਹੀਂ ਵੀ ਅੱਜ ਕਿਸੇ ਕੋਲ ਬਲ ਆ ਅਤੇ ਕੱਲ੍ਹ ਨੂੰ ਨਹੀਂ ਹੋਏਗਾ।
ਜੀਆਂ ਮਨੁੱਖਤਾ ਵਿੱਚ ਤਾਂ ਐਸਾ ਹੀ ਹੈ ਨਾ, ਪਰ ਪ੍ਰਮਾਤਮਾ ਦਾ ਬਲ ਸਦਾ ਵਾਸਤੇ ਹੀ ਹੈ ਅਤੇ ਪੂਰਨ ਬਲ ਹੈ, ਕਿਸੇ ਪੱਖੋਂ ਅਧੂਰਾ ਬਲ ਨਹੀਂ ਹੈ। ਉਹਦੇ ਪਾਸ ਸਾਰਾ ਜ਼ੋਰ, ਸਾਰੀ ਤਾਕਤ, ਸਾਰਾ ਬਲ ਤਾਣ ਪ੍ਰਮਾਤਮਾ ਦਾ ਹੈ, ਪੂਰਨ ਹੈ। ਤਾਤੇ ਬਿਰਥਾ ਨਾ ਵਿਆਪੈ ਕਾਈ। ਇਸ ਕਰਕੇ ਫਿਰ ਜਿਹੜਾ ਵਿਅਕਤੀ, ਜਿਹੜਾ ਜੀਵ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ, ਪ੍ਰਮਾਤਮਾ ਦੇ ਸਹਾਰੇ ਰਹਿੰਦਾ, ਇਸ ਕਰਕੇ ਉਹਨੂੰ ਫਿਰ ਕੋਈ ਬਿਰਥਾ ਪੀੜਾ, ਕੋਈ ਦੁੱਖ ਕਲੇਸ਼ ਨਹੀਂ ਵਿਆਪਦਾ। ਵਿਆਪਣ ਦਾ ਮਤਲਬ ਕੋਈ ਦੁੱਖ ਕਲੇਸ਼, ਕੋਈ ਸੰਸਾਰ ਦੀ ਪੀੜਾ, ਕੋਈ ਜੰਮਣ ਮਰਨ ਦੀ ਪੀੜਾ, ਕੋਈ ਜਮਾਂ ਦੀ ਪੀੜਾ ਉਹਦੇ 'ਤੇ ਆਪਣਾ ਪ੍ਰਭਾਵ ਨਹੀਂ ਪੈ ਸਕਦੀ। ਉਹਨੂੰ ਆਪਣੇ ਅਧੀਨ ਕੋਈ ਵੀ ਬਿਰਥਾ ਨਹੀਂ ਕਰ ਸਕਦੀ, ਕੋਈ ਵੀ ਪੀੜਾ, ਕੋਈ ਤਕਲੀਫ ਉਹਨੂੰ ਆਪਣੇ ਅਧੀਨ ਨਹੀਂ ਕਰ ਸਕਦੀ, ਆਪਣਾ ਜ਼ੋਰ ਉਹਦੇ 'ਤੇ ਨਹੀਂ ਪਾ ਸਕਦੀ। ਐਸਾ ਉਹ ਸੁਤੰਤਰ ਬਣ ਜਾਂਦਾ, ਕਿਉਂਕਿ ਰਾਮ ਪ੍ਰਮਾਤਮਾ ਦੀ ਉਹਨੂੰ ਸਹਾਇਤਾ ਪ੍ਰਾਪਤ ਹੈ। ਪ੍ਰਮਾਤਮਾ ਹਰ ਤਰ੍ਹਾਂ ਦਾ ਬਲ ਰੱਖਦਾ। ਜੇ ਕੋਈ ਦੁੱਖ ਤਕਲੀਫ ਆਵੇ ਤਾਂ ਉਹ ਕੱਟਣ ਦੀ ਸਮਰੱਥਾ ਰੱਖਦਾ। ਜੇ ਕੋਈ ਭੁੱਖ ਦਾ ਦੁੱਖ ਹੈ ਤਾਂ ਉਹ ਭੁੱਖ ਦਾ ਦੁੱਖ ਵੀ, ਗਰੀਬੀ ਦਾ ਦੁੱਖ ਵੀ ਕੱਟਣ ਦੀ ਸਮਰੱਥਾ ਰੱਖਦਾ। ਜਿਸ ਤਰ੍ਹਾਂ ਦੀ ਵੀ ਬਿਰਥਾ ਪੀੜਾ ਆਏ ਕਿਸੇ ਵਿਅਕਤੀ 'ਤੇ, ਜੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਅਤੇ ਪ੍ਰਮਾਤਮਾ ਉਹਦਾ ਸਹਾਈ ਹੋਵੇਗਾ ਅਤੇ ਉਸ ਦੇ ਬਲ ਵਿੱਚ ਕੋਈ ਕਮੀ ਨਹੀਂ ਹੈ। ਰਹਾਓ ਜੋ ਜੋ ਚਿਤਵੈ ਦਾਸ ਹਰ ਮਾਈ। ਹੇ ਮੇਰੀ ਮਾਂ, ਹੇ ਮਾਤਾ। ਹੁਣ ਮਾਤਾ ਪਿਤਾ ਰੂਪ ਸਤਿਗੁਰੂ ਜੀ ਹਨ, ਜਾਂ ਬਿਰਧ ਸਖੀ ਜਿਹੜੀ ਹੁੰਦੀ ਮਾਈ ਬਿਰਧ, ਉਹਨੂੰ ਵੀ ਮਾਤਾ ਕਿਹਾ ਜਾਂਦਾ ਨਾ। ਅਤੇ ਇਸੇ ਤਰ੍ਹਾਂ ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਤਮਾ ਨੇ, ਵਾਹਿਗੁਰੂ 'ਚ ਮਿਲੇ ਹੋਏ ਸੰਤ ਲੋਕ, ਉਹਨਾਂ ਨੂੰ ਵੀ ਮਾਂ ਕਹਿ ਕੇ ਸੰਬੋਧਨ ਕੀਤਾ ਜਾਂਦਾ। ਯਾਨੀ ਜੀਵ ਰੂਪ ਇਸਤਰੀ, ਇੱਕ ਅੱਲੜ ਨੌਜਵਾਨ ਲੜਕੀ, ਉਹ ਬਿਰਧ ਮਾਈ ਨੂੰ ਜਿਵੇਂ ਸੰਬੋਧਨ ਕਰਦੀ ਹੈ, ਇਸੇ ਤਰ੍ਹਾਂ ਹੇ ਮਾਤਾ, ਹੇ ਰੱਬ ਦੇ ਸੰਤ ਜਨੋ, ਹੇ ਮੇਰੀ ਮਾਂ, ਜੋ ਜੋ ਚਿਤਵੈ ਦਾਸ ਹਰ। ਜੋ ਜੋ ਹਰੀ ਦਾ ਦਾਸ ਚਿਤਵਦਾ ਹੈ, ਜੋ ਜੋ ਚਿਤਵਨੀ ਕਰਦਾ ਹੈ, ਜੋ ਜੋ ਬੇਨਤੀ ਕਰਦਾ ਹੈ, ਸੋ ਸੋ ਕਰਤਾ ਆਪ ਕਰਾਈ। ਉਹਦੀ ਚਿਤਵਨੀ ਕਰਕੇ ਹੀ, ਮਨ 'ਚ ਇੱਛਾ ਹੀ ਫੁਰਨ ਕਰਕੇ ਪ੍ਰਮਾਤਮਾ ਉਹੀ ਕਰਤੱਵ ਜੀਆਂ ਤੋਂ ਕਰਾ ਦਿੰਦਾ। ਆਪ ਜੋ ਕਰਨਾ ਚਾਹੇ ਕਰਦਾ, ਜੋ ਕੁਝ ਜੀਆਂ ਤੋਂ ਕਰਾਉਣਾ ਉਹਨਾਂ ਤੋਂ ਵੀ ਕਰਵਾ ਦਿੰਦਾ। ਜਿਵੇਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅੱਜ ਵੀ ਬੇਨਤੀ ਕਰਦੇ ਹਾਂ। ਬਾਬਾ ਰਤਨ ਸਿੰਘ ਜੀ ਹੋਏ ਨੇ, ਜ਼ਿਲ੍ਹਾ ਹੁਸ਼ਿਆਰਪੁਰ 'ਚ ਜਿਆਣ ਪਿੰਡ ਹੈ। ਪਹਿਲਾਂ ਸੰਤ ਬਾਬਾ ਹਰਨਾਮ ਸਿੰਘ ਉੱਥੇ ਰਹੇ ਨੇ, ਬਹੁਤ ਬੰਦਗੀ ਵਾਲੇ ਸੰਤ ਅਤਰ ਸਿੰਘ ਖਾਲਸਾ ਜੀ ਦੇ ਸਮਕਾਲੀ, ਅਤੇ ਇਹ ਉਹਨਾਂ ਦੇ ਥਾਂ 'ਤੇ ਸਨ ਉਸ ਸਥਾਨ 'ਤੇ ਬਾਬਾ ਰਤਨ ਸਿੰਘ ਜੀ। ਇਹਨਾਂ ਕੋਲ ਇੱਕ ਜ਼ਿਮੀਂਦਾਰ ਆ ਕੇ ਆਪਣੇ ਰੋਣੇ ਰੋਂਦਾ ਸੀ ਕਿ ਮਹਾਂਪੁਰਸ਼ੋ ਕੋ ਰੇਖ ਵਿੱਚ ਮੇਖ ਮਾਰੋ, ਘਰ ਵਿੱਚ ਬੜੀ ਗਰੀਬੀ ਹੈ, ਧਨ ਦੀ ਕਮੀ ਹੈ, ਦੁੱਖ ਤਕਲੀਫ ਹੈ। ਅਤੇ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਸਾਡੇ ਕੋਲ ਕਿਹੜਾ ਖਜ਼ਾਨਾ ਜਿਹੜਾ ਤੈਨੂੰ ਦੇ ਦਈਏ, ਅਸੀਂ ਵੀ ਵਾਹਿਗੁਰੂ ਦਾ ਨਾਮ ਜਪਦੇ ਹਾਂ, ਤੂੰ ਵੀ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ, ਵਾਹਿਗੁਰੂ ਦਾ ਭਜਨ ਕਰਿਆ ਕਰੋ, ਸਮੇਂ 'ਚੋਂ ਸਮਾਂ ਕੱਢ ਕੇ ਰੱਬ ਦਾ ਨਾਮ ਲਿਆ ਕਰੋ, ਫਿਰ ਵਾਹਿਗੁਰੂ ਸਹਾਈ ਹੋਵੇਗਾ। ਇਹ ਕਹਿਣ ਲੱਗਾ ਜੀ ਅਸੀਂ ਗ੍ਰਸਤੀ ਧੰਦਿਆਂ 'ਚ ਫਸੇ ਹੋਏ, ਸਾਡੇ ਕੋਲ ਰੱਬ ਦਾ ਨਾਮ ਲੈਣ ਲਈ ਕਿੱਥੇ ਸਮਾਂ, ਅਤੇ ਤੁਸੀਂ ਸੰਤ ਹੋ ਜੀ, ਤੁਸੀਂ ਸਭ ਕੁਝ ਕਰ ਸਕਦੇ ਹੋ। ਕਹਿਣ ਲੱਗੇ ਸਾਡੇ ਕੋਲ ਕੀ ਤਾਕਤ ਹੈ। ਕਹਿਣ ਲੱਗਾ ਜੀ ਤੁਸੀਂ ਸੰਤ ਹੋ, ਕਹਿੰਦੇ ਤਾਂ ਹੀ ਸਾਨੂੰ ਤੁਸੀਂ ਸੰਤ ਕਹਿੰਦੇ ਹੋ ਵੀ ਰੱਬ ਦਾ ਨਾਮ ਅਸੀਂ ਲੈਂਦੇ ਹਾਂ। ਅਤੇ ਪਰ ਉਹਦੇ ਮੰਨਣ 'ਚ ਨਾ ਆਏ ਗੱਲ, ਨਿਸ਼ਚਾ ਹੀ ਨਹੀਂ ਬੱਝਦਾ ਪਰਮਾਤਮਾ ਦੇ, ਅਤੇ ਮਨੁੱਖ 'ਤੇ ਨਿਸ਼ਚਾ ਜ਼ਿਆਦਾ ਬੱਝਦਾ। ਪਰ ਉਹ ਸੰਤ ਸਨ, ਅਸਲੀ ਸੰਤ, ਬਨੌਟੀ ਨਹੀਂ, ਆਪਣੇ 'ਤੇ ਟੇਕ ਰਖਾਉਣ ਵਾਲੇ ਨਹੀਂ, ਵਾਹਿਗੁਰੂ ਨਾਲ ਜੋੜਨ ਵਾਲੇ ਸਨ। ਉਹ ਕਹਿਣ ਲੱਗੇ ਵੇਖ ਪਰਮਾਤਮਾ ਦੀ ਸ਼ਕਤੀ ਤੈਨੂੰ ਵਿਖਾਈਏ, ਵਾਹਿਗੁਰੂ ਹਰ ਥਾਂ ਮੌਜੂਦ ਹੈ ਅਤੇ ਸਾਰਿਆਂ ਦਾ ਪ੍ਰੇਰਕ ਹੈ, ਤੈਨੂੰ ਉਹਦੀ ਤਾਕਤ ਵਿਖਾਉਂਦੇ ਆ। ਅਤੇ ਕਹਿਣ ਲੱਗੇ ਸਾਡੇ ਮਨ 'ਚ ਹੁਣੇ ਫੁਰਨਾ ਆਇਆ ਵੀ ਸੇਬ ਛਕੀਏ, ਥੋੜ੍ਹੀ ਭੁੱਖ ਲੱਗੀ ਹੈ ਸਰੀਰ ਨੂੰ, ਅਤੇ ਇੱਛਾ ਜਾਗ ਪਈ ਵੀ ਸੇਬ ਛਕੀਏ, ਫੁਰਨਾ ਆ ਗਿਆ। ਅਤੇ ਵੇਖ ਲਈ ਅਸੀਂ ਕੋਈ ਆਵਾਜ਼ ਨਹੀਂ ਕਿਸੇ ਨੂੰ ਮਾਰਨੀ, ਕੋਈ ਮੰਗਣੀ ਨਹੀਂ ਚੀਜ਼ ਕਿਸੇ ਤੋਂ, ਕੋਈ ਪ੍ਰਬੰਧ ਨਹੀਂ ਕਰਨਾ, ਪਰ ਵਾਹਿਗੁਰੂ ਆਪੇ ਭੇਜ ਦੇਵੇਗਾ, ਸੇਬ ਸਾਡੇ ਕੋਲ ਆ ਜਾਣਗੇ। ਅਤੇ ਥੋੜ੍ਹੇ ਸਮੇਂ ਬਾਅਦ ਇੱਕ ਬੰਦਾ ਪੇਟੀ ਸੇਬਾਂ ਦੀ ਲੈ ਕੇ ਆ ਗਿਆ, ਕਾਫੀ ਸਾਰੇ ਸੇਬ ਲੈ ਕੇ ਆ ਗਿਆ। ਮੈਂ ਕਹਿਣ ਲੱਗੇ ਇਹਨੂੰ ਪੁੱਛ ਵੀ ਤੈਨੂੰ ਕਿਹਨੇ ਕਿਹਾ, ਕੌਣ ਲਿਆਇਆ, ਤੈਨੂੰ ਕਿਹਨੇ ਕਿਹਾ ਸੇਬ ਲੈ ਕੇ ਚੱਲ। ਉਹ ਕਹਿਣ ਲੱਗਾ ਮੈਂ ਤਾਂ ਇੱਥੇ ਬੱਸ 'ਤੇ ਆਇਆ ਅਤੇ ਬੱਸ ਤੋਂ ਉਤਰਿਆ ਅੱਡੇ 'ਤੇ, ਮਨ 'ਚ ਖਿਆਲ ਆ ਗਿਆ ਵੀ ਹੁਣ ਘਰੋਂ ਤਾਂ ਨਿਕਲੇ ਹੋਏ ਹਾਂ, ਚਲੋ ਮਹਾਂਪੁਰਸ਼ਾਂ ਦੇ ਦਰਸ਼ਨ ਮੇਲੇ ਕਰ ਚਲੀਏ, ਮਿਲ ਚਲੀਏ।
ਤੇ ਖਿਆਲ ਆ ਗਿਆ ਵੀ ਸੇਬ ਲੈ ਕੇ ਚੱਲਦੇ। ਫਿਰ ਅੰਦਰ ਧੂਹ ਪੈਣ ਲੱਗ ਪਈ ਵੀ ਛੇਤੀ ਚੱਲ ਛੇਤੀ ਚੱਲ। ਪਤਾ ਨਹੀਂ ਕੀ ਹੋਇਆ ਤੇ ਮੈਂ ਛੇਤੀ ਛੇਤੀ ਸੇਬ ਲੈ ਕੇ ਸੰਤਾਂ ਕੋਲ ਪਹੁੰਚ ਗਿਆ। ਕਹਿਣ ਲੱਗੇ ਭਾਈ ਵੇਖ ਅਸੀਂ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ, ਉਦੋਂ ਤਾਂ ਇਹੋ ਜਿਹਾ ਪ੍ਰਬੰਧ ਹੁੰਦਾ ਹੀ ਨਹੀਂ ਸੀ ਟੈਲੀਫੋਨ ਵਗੈਰਾ। ਤੇ ਕਹਿਣ ਲੱਗੇ ਇਹ ਵਾਹਿਗੁਰੂ ਜੋ ਸਭਨਾ ਜੀਆਂ 'ਚ ਸਭੈ ਘਟ ਰਾਮ ਬੋਲਾ, ਘਟ ਘਟ ਮੈਂ ਹਰਜੂ ਬਸੈ। ਉਸ ਪਰਮੇਸ਼ਰ 'ਤੇ ਨਿਸ਼ਚਾ ਰੱਖਣਾ ਚਾਹੀਦਾ ਤੇ ਜੋ ਨਿਸ਼ਚਾ ਰੱਖਦਾ ਹੈ ਉਹਦੇ ਕਾਰਜ ਸਵਾਰਦਾ ਵਾਹਿਗੁਰੂ। ਭਰੋਸਾ ਹੀ ਨਹੀਂ ਬੰਦੇ ਨੂੰ ਬੱਝਦਾ, ਇਹੀ ਇੱਕ ਕਸਰ ਪਈ ਹੋਈ ਹੈ। ਕਹਿਣ ਲੱਗੇ ਵਾਹਿਗੁਰੂ ਦੇ ਉੱਪਰ ਭਰੋਸਾ ਪੈਦਾ ਕਰੋ ਤੇ ਵਾਹਿਗੁਰੂ ਨੂੰ ਜਪੋ। ਬਾਕੀ ਕੰਮ ਗਾਉਣ ਕੰਮ ਨੇ, ਸਰੀਰ ਦਾ ਸੁਭਾਅ ਹੈ, ਇਹਨੇ ਕੋਈ ਨਾ ਕੋਈ ਹਰਕਤ ਕਰਨੀ ਹੈ ਤੇ ਇਹਨੂੰ ਚੰਗੇ ਪਾਸੇ ਲਾ ਕੇ ਰੱਖੋ। ਧਰਮ ਦੀ ਕਿਰਤ ਕਰੋ ਵੈਸੇ, ਪਰ ਰੱਬ ਦਾ ਨਾਮ ਜਪੋ। ਪਰਮਾਤਮਾ ਸਾਰੇ ਪ੍ਰਬੰਧ ਕਰਨ ਵਾਲਾ ਹੈ। ਜੋ ਜੋ ਚਿਤਵੈ ਦਾਸ ਹਰਮਾਏ, ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਜੋ ਸਾਧੂ ਜਨ ਚਿਤਵਨੀ ਕਰਦੇ ਨੇ, ਚਿਤਵਦੇ ਹਨ, ਮਨ 'ਚ ਇੱਛਾ ਰੱਖਦੇ ਨੇ, ਫੁਰਨੇ ਕਰਦੇ ਨੇ, ਉਹ ਪਰਮਾਤਮਾ ਉਹਨਾਂ ਦੀਆਂ ਬੇਨਤੀਆਂ ਉਸੇ ਵੇਲੇ ਮੰਨ ਲੈਂਦਾ। ਬੋਲਣ ਦੀ ਵੀ ਲੋੜ ਨਹੀਂ ਪੈਂਦੀ। ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਇੱਕ ਵਾਰੀ ਕਿਹਾ ਸੀ, ਪਹਿਲੀ ਗੱਲ ਤਾਂ ਸਾਨੂੰ ਫੁਰਨਾ ਹੀ ਨਹੀਂ ਫੁਰਦਾ, ਅਤੇ ਜੇ ਫੁਰਨਾ ਫੁਰ ਆਏ ਤਾਂ ਬਹੁਤ ਛੇਤੀ ਉਹ ਕਾਰਜ ਆਪਣੇ ਆਪ ਹੀ ਹੋ ਜਾਂਦਾ। ਸੋ ਇਸ ਪ੍ਰਕਾਰ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ। ਹੇ ਮਾਈ ਮਾਤਾ, ਹੇ ਬਿਰਧ ਸਖੀ, ਹੇ ਮਾਤਾ ਪਿਤਾ ਸਤਿਗੁਰੂ ਮਹਾਰਾਜ, ਜੋ ਜੋ ਚਿਤਵੈ ਦਾਸ ਹਰੀ ਦਾ ਦਾਸ ਜੋ ਵੀ ਚਿਤਵਨੀ ਕਰਦਾ ਸੋ ਸੋ ਕਰਤਾ ਆਪ ਕਰਾਈ। ਉਹੀ ਕਰਤੱਵ ਕਰਤਾ ਪਰਮਾਤਮਾ ਜੀਆਂ ਤੋਂ ਆਪ ਕਰਾਉਂਦਾ। ਨਿੰਦਕ ਕੀ ਪ੍ਰਭ ਪੱਤ ਗਵਾਈ। ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲਾ ਨਿੰਦਕ ਹੈ, ਉਹਦੀ ਪ੍ਰਭੂ ਪਰਮਾਤਮਾ ਨੇ ਪੱਤ ਦੋਵਾਂ ਜਹਾਨਾਂ 'ਚ ਗਵਾ ਦਿੱਤੀ। ਉਹਦੀ ਨਾ ਇਸ ਦੁਨੀਆ 'ਚ ਅਸਲੀ ਇੱਜ਼ਤ ਹੁੰਦੀ ਹੈ। ਜੇ ਕਹੀਏ ਨਾ ਵੀ ਅਮੀਰਾਂ ਵਜ਼ੀਰਾਂ ਦੀ, ਰਾਜਨੀਤਿਕਾਂ ਦੀ ਬੜੀ ਇੱਜ਼ਤ ਕੋਈ ਨਹੀਂ, ਪਿੱਠ ਪਿੱਛੇ ਲੋਕ ਨਿੰਦਾ ਹੀ ਕਰਦੇ, ਮੰਦੇ ਲਫ਼ਜ਼ੀ ਬੋਲਦੇ ਨੇ, ਕਿਉਂਕਿ ਲੋਕਾਂ ਦੇ ਹਿਰਦੇ ਦੁਖੀ ਹਨ ਉਹਨਾਂ ਲੋਕਾਂ ਤੋਂ। ਜਿਵੇਂ ਕੋਈ ਨੌਕਰ ਹੈ ਕਿਸੇ ਦਾ ਅਤੇ ਉਹਨੂੰ ਮਾਲਕ ਝਿੜਕਦਾ, ਉਹਦੀ ਮਜਬੂਰੀ ਹੈ ਨੌਕਰ ਦੀ ਕਿ ਉਹਨੂੰ ਥੋੜ੍ਹੇ ਬਹੁਤੇ ਦਮੜੇ ਚਾਹੀਦੇ ਹੁੰਦੇ ਆ ਪਰਿਵਾਰ ਦੇ ਗੁਜ਼ਾਰੇ ਲਈ, ਅਤੇ ਧੰਦਾ ਨਹੀਂ ਮਿਲਦਾ ਕਿਤੇ ਕਰਨ ਨੂੰ, ਅਤੇ ਉਹ ਮਜਬੂਰੀ ਬਸ ਉਹਦੀਆਂ ਝਿੜਕਾਂ ਚੱਲਦਾ, ਪਰ ਅੰਦਰੋਂ ਤਾਂ ਦੁਖੀ ਹੁੰਦਾ ਨਾ, ਅੰਦਰੋਂ ਤਾਂ ਉਹਨੂੰ ਵੱਧ ਅਸੀਸਾਂ ਦਿੰਦਾ। ਇਸ ਕਰਕੇ ਉਹ ਸੰਸਾਰੀ ਲੋਕਾਂ ਦੀ ਜਿਹੜੇ ਇਹੋ ਜਿਹੇ ਉਹਨਾਂ ਦੇ ਪੱਤ ਕੋਈ ਨਹੀਂ ਹੈ। ਅਤੇ ਇੱਥੇ ਪੱਤ ਵੀ ਖਰਾਬ ਹੁੰਦੀ ਹੈ, ਬੜਿਆਂ ਬੜਿਆਂ ਦੀ ਪੱਤ ਖਰਾਬ ਹੋਈ ਹੈ, ਅਤੇ ਅਗਲੇ ਜਹਾਨ ਵੀ ਵਾਹਿਗੁਰੂ ਦੇ ਦਰ 'ਤੇ ਕੋਈ ਪੱਤ ਨਹੀਂ ਹੈ। ਜਿਹੜਾ ਸਾਧਾਂ ਦੀ ਸ਼ਰਨ ਪੈਂਦਾ, ਬਨਾਉਟੀ ਲੋਕਾਂ ਦੀ ਗੱਲ ਨਹੀਂ ਇੱਥੇ, ਜਿਹੜਾ ਰੱਬ ਦੇ ਸੰਤਾਂ ਦੀ ਸ਼ਰਨ ਪੈਂਦਾ ਉਹ ਤਾਂ ਉੱਚੇ ਮਰਤਬੇ ਪ੍ਰਾਪਤ ਕਰਦਾ, ਉਹ ਤਾਂ ਬਖਸ਼ਿਸ਼ਾਂ ਹਾਸਲ ਕਰਦਾ ਵਾਹਿਗੁਰੂ ਦੇ ਦਰ ਤੋਂ। ਪਰ ਜੋ ਨਿੰਦਕ ਹੈ, ਨਿੰਦਕ ਕੀ ਗਤ ਕਤਹੂ ਨਾਹੀ ਖਸਮੈ ਏਵੈ ਭਾਣਾ। ਜਿਉਂ ਜਿਉਂ ਨਿੰਦ ਕਰੈ ਸੰਤਨ ਕੀ ਤਿਉਂ ਸੰਤਨ ਸੁਖ ਮੰਨ। ਭਗਤ ਕੀ ਨਿੰਦਾ ਕੰਧ ਛਦਾ, ਭਗਤ ਕੀ ਨਿੰਦਾ ਨਰਕ ਪਹੁੰਚਾਵੈ। ਸਾਧ ਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ। ਸੋ ਨਿੰਦਕ ਕੀ ਪ੍ਰਭ ਪੱਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੋ ਵਾਹਿਗੁਰੂ ਦੇ ਦਾਸ ਹਨ, ਰੱਬ ਦਾ ਦਾਸ ਹੈ ਉਹ ਜੋ ਨਿਰਭਉ ਸਰੂਪ ਹੈ ਵਾਹਿਗੁਰੂ, ਉਹਦੇ ਉਸ ਹਰੀ ਦੇ ਗੁਣ ਗਾਉਂਦਾ ਹੈ। ਉਹਦਾ ਸੁਭਾਅ ਹੀ ਇਹ ਹੈ, ਭਾਵੇਂ ਕੋਈ ਨਿੰਦਾ ਕਰੀ ਜਾਏ, ਭਾਵੇਂ ਉਸਤਤ ਕਰੀ ਜਾਏ, ਉਹ ਆਪਣੇ ਮਿਸ਼ਨ ਤੋਂ, ਆਪਣੇ ਸਿਧਾਂਤ ਤੋਂ ਪਰੇ ਨਹੀਂ ਹਟਦਾ। ਉਹ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ। ਉਸੇ ਤਰ੍ਹਾਂ ਪਰਮਾਤਮਾ ਦਾ ਦਰ ਨਹੀਂ ਉਹ ਛੱਡ ਸਕਦਾ। ਜੋ ਦਾਸ ਹੈ ਵਾਹਿਗੁਰੂ ਦਾ, ਜੋ ਰੱਬ ਦਾ ਭਗਤ ਹੈ, ਸੰਤ ਹੈ, ਉਹ ਨਿਰਭਉ ਹੋ ਕੇ ਹਰੀ ਪਰਮਾਤਮਾ ਦੇ ਗੁਣ ਗਾਉਂਦਾ ਹੈ। ਜਾਂ ਨਿਰਭਉ ਅਕਾਲ ਪੁਰਖ ਦੇ ਹਰੀ ਦੇ ਗੁਣ ਉਹ ਗਾਉਂਦਾ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾ ਰਹੇ ਨੇ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਭੁਜਾ ਬਾਹਾਂ ਦਾ ਬਲ। ਵਾਹਿਗੁਰੂ ਪਰਮਾਤਮਾ ਦੀਆਂ ਭੁਜਾ ਕਿਹੜੀਆਂ ਹਨ? ਸ਼ਕਤੀਆਂ ਰੂਪੀ ਭੁਜਾ ਬਾਹਾਂ। ਪਰਮਾਤਮਾ ਕੋਲ ਬੇਅੰਤ ਸ਼ਕਤੀਆਂ ਨੇ, ਗਿਣਤੀ ਮਿਣਤੀ ਕੋਈ ਨਹੀਂ ਹੈ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਸਭ ਕੁਝ ਕਰਨ ਦੀ ਸਮਰੱਥਾ ਹੈ। ਇਸ ਕਰਕੇ ਇਹ ਮਹਾਰਾਜ ਸ਼ਕਤੀਆਂ ਰੂਪੀ ਬਲ ਵਾਲੇ, ਵੀਰ ਦਾ ਅਰਥ ਹੈ ਬਹਾਦਰ, ਸੂਰਮੇ ਹੈ ਅਕਾਲ ਪੁਰਖ ਜੀ। ਜਿਹੜਾ ਸ਼ਰਨ ਆਇਆਂ ਨੂੰ ਸ਼ਰਨ ਦੇਣ ਵਾਲੇ 'ਚ ਸੂਰਮਾ ਹੈ,
ਸਹਾਇਤਾ ਕਰਨ ਦੀ ਸਮਰੱਥਾ ਰੱਖਦਾ ਅਤੇ ਖੁੱਲ੍ਹੇ ਦਿਲ ਵਾਲਾ ਸੂਰਮਾ। ਉਹਨੂੰ ਸੂਰਮਾ ਹੀ ਕਿਹਾ ਜਾਣਾ ਜਿਹੜਾ ਖੁੱਲ੍ਹੇ ਦਿਲ ਵਾਲਾ ਹੁੰਦਾ। ਜਿਵੇਂ ਬਾਬਾ ਵੀਰ ਸਿੰਘ ਨਰੰਗਾਬਾਦੀਏ ਮਹਾਂਪੁਰਸ਼ ਹੋਏ ਨੇ ਰੱਬ ਦੇ ਪਿਆਰੇ, ਉਹਨਾਂ ਦੀ ਸ਼ਰਨ ਪੈ ਗਿਆ ਸੀ ਕੰਵਰ ਕਸ਼ਮੀਰਾ ਸਿੰਘ, ਅਤੇ ਡੋਗਰੇ ਆਏ ਸੀ ਚੜ੍ਹ ਕੇ ਸੰਧਾ ਵਾਲੀਏ ਨਾਲ ਪਈ ਇਹ ਸਾਡਾ ਮੁਜਰਮ ਹੈ ਸਾਨੂੰ ਦਿਓ। ਤਾਂ ਉਸ ਵੇਲੇ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਨਹੀਂ, ਜਿਹਨੂੰ ਸ਼ਰਨ ਦੇਤੀ ਹੈ ਉਹਦੇ ਵਾਸਤੇ ਜਿੰਦ ਵਾਰ ਸਕਦੇ। ਕਹਿਣ ਲੱਗੇ ਤਿਆਰ ਹੋ ਜਾਓ ਜੰਗ ਕਰਨੀ। ਕਹਿੰਦੇ ਕੋਈ ਬਾਤ ਨਹੀਂ। ਔਰ ਜਿਸ ਵੇਲੇ ਉਹ ਚੜ੍ਹ ਕੇ ਆਏ ਅਤੇ ਹੁਣ ਉਹਨਾਂ ਚੜ੍ਹ ਕੇ ਆਉਣ ਵਾਲਿਆਂ ਦੇ ਵਿੱਚ ਸਿੱਖ ਫੌਜ ਸੀ, ਕੇਸਰੀ ਨੀਲੇ ਦਸਤਾਰਿਆਂ ਵਾਲੇ। ਤਾਂ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਵੀ ਕਿਸੇ ਸਿੰਘ ਨੇ ਹਥਿਆਰ ਨਹੀਂ ਚੁੱਕਣਾ, ਇਹ ਜਿਹੜੇ ਚੜ੍ਹ ਕੇ ਆ ਰਹੇ ਇਹਨਾਂ ਵਾਸਤੇ ਕੜਾਹ ਪ੍ਰਸ਼ਾਦੀਆਂ ਪਰਾਤਾਂ ਬਣਾਉਣ ਰੱਖ ਦਿਓ। ਸੂਰਮੇ ਏਡੇ ਵੀ ਕਹਿਣ ਲੱਗੇ ਜਿਹਨੇ ਸ਼ਹੀਦੀ ਪਾਉਣੀ ਰਹੋ, ਬਾਕੀ ਚਲੇ ਜਾਓ, ਅਸੀਂ ਨਹੀਂ ਜਾਣਾ ਕਿਤੇ ਵੀ। ਪਰ ਇਹ ਕੰਵਰ ਕਸ਼ਮੀਰਾ ਸਿੰਘ ਉਹਨਾਂ ਦੇ ਪੇਸ਼ ਨਹੀਂ ਕਰਨਾ, ਇਹ ਸਾਡੀ ਸ਼ਰਨ ਆਇਆ। ਤਾਂ ਆਪ ਗੋਲੇ ਵੱਜਣ ਨਾਲ ਪਹਿਲਾਂ ਉਹਨਾਂ ਦੀ ਲੱਤ ਉੱਡ ਗਈ ਸੀ ਔਰ ਨਾਲ ਦੇ ਸਾਥੀ ਵੀ ਸ਼ਹੀਦ ਹੋਏ, ਆਪ ਵੀ ਸ਼ਹੀਦ ਹੋਏ। ਤਾਂ ਫਿਰ ਜਿਸ ਵੇਲੇ ਆਏ ਅਤੇ ਉਹ ਕਹਿਣ ਲੱਗੇ ਬਾਬਾ ਵੀਰ ਸਿੰਘ ਜਿੱਤ ਗਏ, ਅਸੀਂ ਹਾਰ ਗਏ। ਕੜਾਹ ਪ੍ਰਸ਼ਾਦ ਵੇਖ ਕੇ ਇੱਕ ਸਿੰਘ ਜਿਉਂਦਾ ਸੀ, ਉਹਨੂੰ ਪੁੱਛਿਆ ਵੀ ਕੜਾਹ ਪ੍ਰਸ਼ਾਦ ਦੀਆਂ ਪਰਾਤਾਂ ਇੰਨੀਆਂ ਛਕਿਆ ਨਹੀਂ ਲੋਕ ਤੁਸੀਂ ਜਦੋਂ ਬਣਾਇਆ? ਕਹਿੰਦੇ ਬਣਾਇਆ ਹੀ ਤੁਹਾਡੇ ਵਾਸਤੇ ਸੀ। ਅਤੇ ਉਹ ਮਹਾਂਪੁਰਸ਼ਾਂ ਕੋਲ 13,000 ਫੌਜ ਦੱਸੀ ਦੀ ਹੈ, ਕਿਸੇ ਨੇ 6,000 ਦੱਸੀ, ਕਿਸੇ ਨੇ ਕਿੰਨੀ। ਹਥਿਆਰਬੰਦ ਸਨ, ਪਰ ਉਹਨਾਂ ਸਿੱਖ ਸਰੂਪ ਵੇਖ ਕੇ ਅਗਲੇ ਪਾਸੇ ਵੀ ਸਿੱਖ ਸਾਡੇ 'ਤੇ ਚੜ੍ਹ ਕੇ ਆ ਰਹੇ, ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋਣਾ। ਸ਼ਰਨ ਆਉਣ ਵਾਲਿਆਂ ਨੂੰ ਸ਼ਰਨ ਦੇਣ ਵਿੱਚ ਸੂਰਮੇ, ਪਰ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਤੇ ਫਿਰ ਉਹ ਰੋਏ ਸੀ ਜਿਹੜੇ ਚੜ੍ਹ ਕੇ ਆਏ, ਜਿਨ੍ਹਾਂ ਨੇ ਬਾਬਾ ਵੀਰ ਸਿੰਘ ਨੂੰ ਸ਼ਹੀਦ ਕੀਤਾ। ਉਹ ਰੋਏ ਭੁੱਬਾਂ ਮਾਰ ਮਾਰ ਕੇ ਕਿ ਅਸੀਂ ਨਹੀਂ ਜਿੱਤੇ, ਬਾਬਾ ਵੀਰ ਸਿੰਘ ਜਿੱਤ ਗਏ। ਸੋ ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਭੁਜ ਬਲ ਵੀਰ, ਭੁਜਾਂ ਸ਼ਕਤੀਆਂ ਰੂਪੀ ਬਾਹਾਂ ਦਾ ਬਲ ਬਹੁਤ ਆ ਵਾਹਿਗੁਰੂ ਵਿੱਚ, ਅਤੇ ਪਰਮਾਤਮਾ ਬਹੁਤ ਵੱਡਾ ਵੀਰ ਬਹਾਦਰ ਸੂਰਮਾ ਹੈ। ਇਹ ਸੰਬੋਧਨਵਾਚਕ ਬਚਨ ਹੈ। ਵਾਹਿਗੁਰੂ ਸ਼ਕਤੀਆਂ ਰੂਪੀ ਬਲ ਦੇ ਮਾਲਕ, ਵੱਡੇ ਵੀਰ ਬਹਾਦਰ ਸੂਰਮੇ ਅਕਾਲ ਪੁਰਖ ਜੀ, ਬ੍ਰਹਮ ਸੁਖ ਸਾਗਰ, ਹੈ ਬ੍ਰਹਮ ਸ਼ੁੱਧ ਸਰੂਪ ਜੀ, ਹੈ ਸੁੱਖਾਂ ਦੇ ਸਾਗਰ ਵਾਹਿਗੁਰੂ, ਸੁੱਖਾਂ ਦੇ ਸਮੁੰਦਰ ਪਰਮਾਤਮਾ। ਗਰਤ ਪਰਤ ਗਹਿ ਲਿਹੋ ਅੰਗੁਰੀਆ, ਗਰਤ ਦਾ ਅਰਥ ਹੈ ਟੋਆ। ਅਸੀਂ ਸੰਸਾਰ ਦੇ ਵਿਕਾਰਾਂ ਰੂਪੀ ਟੋਏ ਵਿੱਚ, ਖੱਡ ਵਿੱਚ ਪਰਤ ਪੈਂਦੇ ਜਾਂਦੇ, ਗਰਕ ਹੁੰਦੇ ਜਾ ਰਹੇ ਹਾਂ। ਅਸੀਂ ਡਿੱਗਦੇ ਜਾ ਰਹੇ ਹਾਂ ਹੇਠਾਂ ਨੂੰ ਸੰਸਾਰ ਦੇ ਵਿਕਾਰਾਂ ਰੂਪੀ ਟੋਇਆਂ ਵਿੱਚ। ਗਹਿ ਲਿਹੋ ਅੰਗੁਰੀਆ, ਇਹ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਬਚਾਉਣ ਵਾਲੇ ਹੋ, ਤੁਸੀਂ ਬਚਾ ਸਕਦੇ ਹੋ, ਸਭ ਕੁਝ ਕਰ ਸਕਦੇ ਹੋ। ਜੇ ਅਸੀਂ ਸੰਸਾਰ ਦੇ ਵਿਕਾਰਾਂ 'ਚ ਡਿੱਗ ਹੀ ਪਏ ਹਾਂ ਅਤੇ ਤੁਸੀਂ ਸਾਡੀ ਉਂਗਲੀ ਫੜ ਲਓ ਸੱਚੇ ਪਾਤਸ਼ਾਹ। ਸਾਡੀ ਉਂਗਲੀ ਮਤਲਬ ਬਿਰਤੀ ਰੂਪੀ ਉਂਗਲੀ ਪਕੜ ਕੇ ਸਾਨੂੰ ਕੱਢੋ ਬਾਹਰ, ਨਾ ਗਰਕ ਹੋਣ ਦਿਓ, ਤੁਸੀਂ ਬਚਾਓ। ਇੰਝ ਸ਼ਰਨ ਗ੍ਰਹਿਣ ਕਰੀਏ ਵਾਹਿਗੁਰੂ ਦੀ। ਰਹਾਓ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ। ਸੱਚੇ ਪਾਤਸ਼ਾਹ ਜਿਹੜੇ ਮੇਰੇ ਸਰਵਣ ਕੰਨ ਨੇ ਨਾ, ਤੁਸਾਂ ਦੇ ਬਖਸ਼ੇ ਹੋਏ ਕੰਨ ਜਿਹੜੇ ਮੇਰੇ ਪਾਸ ਨੇ, ਇਹਨਾਂ ਕੰਨਾਂ ਵਿੱਚ ਤੁਹਾਡਾ ਜਸ ਸੁਣਨ ਵਾਲੀ ਸੁਰਤ ਹੈ ਨਹੀਂ। ਸੁਰਤਾ ਸ਼ਬਦ ਦਾ ਅਰਥ ਹੈ ਸੁਰਤ ਦਾ ਧਿਆਨ ਦੇ ਕੇ ਬਚਨ ਸੁਣਨਾ, ਸਮਝਣਾ ਅਤੇ ਹਿਰਦੇ 'ਚ ਧਾਰਨਾ, ਕਮਾਉਣਾ। ਜਿਹੜਾ ਇਹ ਕੰਮ ਕਰੇ ਉਹ ਸੁਰਤਾ ਹੈ। ਸੋ ਸੁਰਤਾ ਸੰਸਾਰ ਜੇ ਗੁਰ ਉਪਦੇਸਿਆ, ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ। ਭਈ ਮੈਂ ਕੰਨਾਂ ਦੁਆਰਾ ਸੁਰਤ ਤੁਹਾਡੇ ਸ਼ਬਦ ਵੱਲ ਨਹੀਂ ਲਾ ਰਿਹਾ, ਮੇਰੇ ਕੰਨਾਂ ਵਿੱਚ ਤੁਹਾਡਾ ਉਪਦੇਸ਼, ਤੁਹਾਡਾ ਜਸ, ਤੁਹਾਡੀ ਵਡਿਆਈ ਸੁਣਨ ਵਾਲੀ ਸੁਰਤ ਹੀ ਹੈ ਨਹੀਂ। ਸ਼ਰਧਾ ਵਿਸ਼ਵਾਸ ਰੂਪੀ ਕੰਨ ਹੀ ਹੈ ਨਹੀਂ ਮਹਾਰਾਜ ਮੇਰੇ। ਸ਼ਰਧਾ ਵਿਸ਼ਵਾਸ ਅੰਦਰ ਹੋਵੇਗਾ ਅਤੇ ਫਿਰ ਹੀ ਧਿਆਨ ਦੇ ਕੇ ਕੰਨਾਂ ਰਾਹੀਂ ਕੋਈ ਬਚਨ ਗੁਰੂ ਕਾ ਸੁਣਾਂਗੇ। ਨੈਣ ਸੁੰਦਰ ਨਹੀਂ ਅਤੇ ਮੇਰੇ ਨੇਤਰ ਸੁੰਦਰ ਨਹੀਂ। ਇਹ ਮਤ ਸਮਝਣਾ ਕਿ ਕਈਆਂ ਦੇ ਬਾਹਰੀ ਸੰਸਾਰੀ ਤੌਰ 'ਤੇ ਚਮਦੀਆਂ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ, ਉਹਨਾਂ ਦੀ ਗੱਲ ਨਹੀਂ ਹੈ ਇੱਥੇ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਕਿ ਨੈਣ ਸੁੰਦਰ ਨਹੀਂ, ਮਨ ਬੁੱਧ ਰੂਪੀ ਨੇਤਰ ਮੇਰੇ ਸੁੰਦਰ ਨਹੀਂ ਹਨ। ਜਿਨ੍ਹਾਂ ਨੇਤਰਾਂ ਰਾਹੀਂ ਤੁਹਾਡਾ ਦਰਸ਼ਨ ਕਰਨਾ ਸੱਚੇ ਪਾਤਸ਼ਾਹ, ਉਹ ਨੇਤਰ ਹੀ ਨਹੀਂ ਪ੍ਰਾਪਤ। ਮਨ ਅਤੇ ਬੁੱਧ ਰੂਪੀ ਨੇਤਰਾਂ 'ਚ ਭਰਮ ਦੇ ਫੁੱਲੇ ਪਏ ਹੋਏ ਨੇ। ਸੁੰਦਰ ਨੇਤਰ ਮੈਨੂੰ ਪ੍ਰਾਪਤ ਨਹੀਂ, ਵਿਰਾਗ ਅਤੇ ਵਿਵੇਕ ਦੇ। ਉਹ ਸੁੰਦਰ ਨੇਤਰ ਜਿਨ੍ਹਾਂ ਰਾਹੀਂ ਤੁਹਾਡਾ ਦਰਸ਼ਨ ਹੁੰਦਾ, ਉਹ ਮਹਾਰਾਜ ਪ੍ਰਾਪਤ ਹੀ ਨਹੀਂ, ਮੇਰੇ ਕੋਲ ਹੈ ਹੀ ਨਹੀਂ। ਆਰਤ ਦੁਆਰ ਰਟਤ ਪਿੰਗੁਰੀਆ। ਸੱਚੇ ਪਾਤਸ਼ਾਹ ਜੀ, ਮੈਂ ਲੱਤਾਂ ਤੋਂ ਪਿੰਗਲਾ ਹਾਂ, ਸ਼ੁਭ ਕਰਮਾਂ ਰੂਪੀ ਪੈਰਾਂ ਤੋਂ ਪਿੰਗਲਾ ਹਾਂ, ਸ਼ੁਭ ਕਰਮ ਹੀ ਨਹੀਂ ਹੈਗੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਆਰਤ
ਦੁਖੀ ਹੋ ਕੇ, ਦੁੱਖ ਦੇ ਸਹਿਤ ਹੋ ਕੇ ਤੁਹਾਡੇ ਦਰਵਾਜ਼ੇ 'ਤੇ ਪਿਆ ਹਾਂ ਅਤੇ ਰਟਤ ਪੁਕਾਰਾਂ ਕਰਦਾ ਹਾਂ ਤੁਹਾਡੇ ਚਰਨਾਂ ਵਿੱਚ। ਰਟਣਾ ਹੁੰਦਾ ਬੋਲਣਾ, ਰਟੀ ਜਾਣਾ, ਬਚਨ ਪੁਕਾਰ ਕਰੀ ਜਾਣੀ। ਕਬੀਰ ਜੀ ਨੇ ਕਿਹਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਹੁਣ ਪੁਕਾਰਾਂ ਜ਼ਬਾਨ ਤੋਂ ਉੱਚੀ ਬੋਲਣ ਦਾ ਨਾਮ ਨਹੀਂ, ਮਨ ਪੁਕਾਰਾਂ ਕਰਦਾ ਹੋਏ, ਭਾਵੇਂ ਜ਼ਬਾਨ ਤੋਂ ਨਾਮ ਹੀ ਬੋਲਿਆ ਜਾਂਦਾ ਹੋਵੇ। ਹਾਂ, ਜ਼ਬਾਨ ਤੋਂ ਵੀ ਬੋਲੀਏ ਪਰ ਉੱਚੀ ਉੱਚੀ ਰੌਲਾ ਪਾਉਣ ਦੀ ਨਹੀਂ ਲੋੜ। ਆਰਤ ਦੁਆਰ ਰਟਤ ਪਿੰਗਰੀਆ, ਸੱਚੇ ਪਾਤਸ਼ਾਹ ਪਿੰਗਲਾ ਵਿਅਕਤੀ ਮਸਾਂ ਧੁੰਦਾ ਘੜੀਸਦਾ ਆਪਣੇ ਆਪ ਨੂੰ, ਦੁਖੀ ਹੋਇਆ ਹੋਇਆ ਤੁਹਾਡੇ ਦੁਆਰੇ 'ਤੇ ਰਟਤ ਪੁਕਾਰਾਂ ਕਰਦਾ ਪਿਆ। ਦੀਨਾਨਾਥ ਅਨਾਥ ਕਰੁਣਾ ਮਹਿ, ਸਾਜਨ ਮੀਤ ਪਿਤਾ ਮਹਿ ਤਰੀਆ। ਹੇ ਦੀਨਾ ਗਰੀਬਾਂ ਆਜਿਜ਼ ਨਿਮਾਣਿਆਂ ਦੇ ਨਾਥ ਖਸਮ ਮਾਲਕ ਜੀ, ਮੈਂ ਹਾਂ ਅਨਾਥ, ਅਨਾਥ ਨਖਸਮਾਂ। ਮਾਲਕ ਤੋਂ ਬਿਨਾਂ ਮੇਰੇ ਸਿਰ ਦਾ ਕੋਈ ਖਸਮ ਨਹੀਂ, ਮਾਲਕ ਨਹੀਂ ਹੈ ਸੱਚੇ ਪਾਤਸ਼ਾਹ। ਮੈਂ ਯਤੀਮ ਹਾਂ। ਜਿਵੇਂ ਕਿਸੇ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਤੇ ਉਹ ਯਤੀਮ ਹੋ ਜਾਂਦਾ ਨਾ, ਇੰਝ ਸੱਚੇ ਪਾਤਸ਼ਾਹ ਮੇਰਾ ਵਾਲੀ ਵਾਰਸ ਤੁਹਾਡੇ ਤੋਂ ਬਗੈਰ ਕੋਈ ਨਹੀਂ। ਕਰੁਣਾ ਮੈਂ, ਕਰੁਣਾ ਮੈਂ ਨਹੀਂ ਕਰਨਾ, ਕਰੁਣਾ ਵੱਖਰਾ ਤੇ ਮੈਂ ਵੱਖਰਾ ਨਹੀਂ ਕਰਨਾ, ਸੰਬੰਧਕ ਪਾਠ ਹੈ। ਕਰੁਣਾ ਮੈਂ ਸੋ ਇਸ ਪ੍ਰਕਾਰ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਂ। ਸੁਖਮਨੀ ਸਾਹਿਬ ਵਿੱਚ ਆਉਂਦਾ ਬਚਨ। ਇੱਥੇ ਕਈ ਵਾਰੀ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਂ, ਨਹੀਂ, ਇਹ ਗਲਤ ਹੈ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਂ। ਕਰੁਣਾ ਹੁੰਦੀ ਹੈ, ਕਰੁਣਾ ਹੁੰਦਾ ਤਰਸ ਜਾਂ ਕਰੁਣਾ ਦਇਆ, ਦਰਵੀਭੂਤ ਹੋਣਾ, ਢਲਣਾ, ਕਰੁਣਾ ਕਰਨੀ, ਤਰਸ ਸਰੂਪ। ਹੇ ਸੱਚੇ ਪਾਤਸ਼ਾਹ ਤੁਸੀਂ ਤਰਸ ਰਹਿਮ ਦਾ ਸਰੂਪ ਹੋ। ਸਾਜਨ ਮੀਤ ਪਿਤਾ ਮਹਿ ਤਰੀਆ, ਅਸਲੀ ਸੱਜਣ ਤੁਸੀਂ ਹੋ ਇਸ ਦੁਨੀਆ ਵਿੱਚ ਵੀ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸਿਆ ਹੋਰ ਤੁ ਬਿਦ ਲਿਆ ਨਾ ਜੀ। ਦੁਨੀਆ ਵਿੱਚੋਂ ਹੋਰ ਤੇ ਕੋਈ 24 ਘੰਟੇ ਸਾਡੇ ਨਾਲ ਰਹਿ ਹੀ ਨਹੀਂ ਸਕਦਾ। ਨਾ ਮਾਂ 24 ਘੰਟੇ ਨਾਲ ਰਹਿੰਦੀ ਹੈ, ਨਾ ਪਤਨੀ, ਨਾ ਪਿਓ, ਨਾ ਭਰਾ, ਨਾ ਧੀਆਂ ਪੁੱਤਰ, ਨਾ ਕੋਈ ਸੱਜਣ ਮਿੱਤਰ 24 ਘੰਟੇ ਕਿਸੇ ਦੇ ਨਾਲ ਰਹਿੰਦਾ। ਕੋਈ 10 ਮੀਲ 'ਤੇ ਬੈਠਾ, ਕੋਈ 20 ਮੀਲ 'ਤੇ, ਕੋਈ ਹਜ਼ਾਰਾਂ ਮੀਲ 'ਤੇ, ਹੁਣੇ ਹੀ ਲੋੜ ਪੈ ਗਈ ਕਿੱਥੋਂ ਭੱਜ ਕੇ ਆਏਗਾ। ਪਰ ਵਾਹਿਗੁਰੂ ਐਸਾ ਨਹੀਂ, ਉਹ ਇੱਕ ਦੇਸ਼ੀ ਨਹੀਂ ਹੈ, ਸਰਬਦੇਸ਼ੀ ਹੈ। ਅਤੇ ਉਹ ਮਨੁੱਖ ਸਰੀਰ ਵੀ ਨਹੀਂ ਹੈ ਵੀ ਉਹਨੂੰ ਦੂਰੋਂ ਕਿਤੋਂ ਆਉਣਾ ਪੈਣਾ ਤਾਂ ਸਮਾਂ ਲੱਗੇਗਾ। ਹਰ ਥਾਂ ਮੌਜੂਦ ਹੈ। ਔਰ ਪਰਲੋਕ ਵਿੱਚ ਵੀ ਮਿੱਤਰ ਵਾਹਿਗੁਰੂ ਜਾਂ ਹੋਰ ਤੇ ਕਿਸੇ ਨੇ ਕੀ ਸਹਾਇਤਾ ਕਰਨੀ। ਸਾਜਨ ਮੀਤ, ਤੁਸੀਂ ਲੋਕ ਪਰਲੋਕ ਦੇ ਸੱਜਣ ਤੇ ਮਿੱਤਰ ਹੋ। ਪਿਤਾ ਮਹਿ ਤਰੀਆ, ਜਿਉਂ ਰਾਖੈ ਮਹਿਤਾਰੀ ਬਾਲਕ ਕੋ ਤੈਸੇ ਹੀ ਪ੍ਰਭ ਪਾਲ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ। ਐਸਾ ਕਿਰਪਾਲੂ ਦਿਆਲੂ। ਮਾਂ ਵਾਲਾ ਸੁਭਾਅ ਵੀ ਪਰਮਾਤਮਾ ਕੋਲ ਹੈ, ਪਿਤਾ ਵਾਲਾ ਸੁਭਾਅ ਵੀ। ਤੁਸੀਂ ਸੱਚੇ ਪਾਤਸ਼ਾਹ ਪਿਤਾ ਵੀ ਹੋ ਅਤੇ ਮਹਿਤਰੀਆ ਮਾਤਾ ਵੀ ਤੁਸੀਂ ਹੋ ਸਾਡੇ। ਚਰਨ ਕਮਲ ਹਿਰਦੈ ਗਏ ਨਾਨਕ, ਭੈ ਸਾਗਰ ਸੰਤ ਪਾਰ ਉਤਰੀਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਹੜਾ ਰੱਬ ਦਾ ਸੰਤ ਹੈ ਨਾ ਜਾਂ ਸੰਤ ਹਨ, ਉਹਨਾਂ ਨੇ ਵਾਹਿਗੁਰੂ ਦੇ ਕਮਲ ਵਰਗੇ ਸੋਹਣੇ ਚਰਨ, ਜਿਨ੍ਹਾਂ 'ਚ ਖੁਸ਼ਬੂ ਹੈ, ਸੁੰਦਰਤਾ ਹੈ, ਔਰ ਇਸ ਪ੍ਰਕਾਰ ਸੁੰਦਰ ਹਨ ਜਿਹੜੇ ਚਰਨ ਕਮਲ, ਕਮਲ ਵਾਂਗ ਸੋਹਣੇ ਚਰਨ, ਜਿਨ੍ਹਾਂ ਹਿਰਦੇ 'ਚ ਗਹਿ ਗ੍ਰਹਿਣ ਕੀਤੇ ਹਨ, ਉਹ ਜਿਹੜੇ ਸੰਤ ਨੇ। ਭੈ ਸਾਗਰ ਸੰਤ ਪਾਰ ਉਤਰੀਆ, ਇਸ ਭੈਦਾਇਕ ਡਰਾਉਣੇ ਸਾਗਰ ਸਮੁੰਦਰ ਸੰਸਾਰ ਤੋਂ ਉਹੀ ਪਾਰ ਉਤਰ ਦੇਣਾ। ਉਹ ਪਾਰ ਉਤਰ ਗਏ ਨੇ ਜਿਹਨੇ ਇੰਝ ਸ਼ਰਨ ਗ੍ਰਹਿਣ ਕੀਤੀ ਨਾ, ਵਾਹਿਗੁਰੂ ਦੀ ਇੰਝ ਬੇਨਤੀਆਂ ਕੀਤੀਆਂ ਚਰਨੀ ਪੈ ਕੇ, ਆਪਣੇ ਆਪ ਨੂੰ ਤੁਛ ਜਾਣੇ ਅਤੇ ਪਿੰਗਲਾ ਸਮਝਿਆ ਆਪਣੇ ਆਪ ਨੂੰ, ਕਿਹਾ ਮੇਰੇ 'ਚ ਕੋਈ ਗੁਣ ਨਹੀਂ ਹੈ। ਇਹ ਜਿਹੜੇ ਸ਼ਰਨ ਪਏ ਉਹ ਸੰਤ ਪਾਰ ਉਤਰੇ। ਭੈਦਾਇਕ ਡਰਾਉਣਾ ਜਿਹੜਾ ਸੰਸਾਰ ਸਾਗਰ ਹੈ, ਇੱਥੋਂ ਪਾਰ ਉਤਰ ਗਏ। ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ। ਅਗਲਾ ਸ਼ਬਦ ਗੌੜੀ ਰਾਗਣੀ ਦੀ ਬੈਰਾਗਣ ਵੰਨਗੀ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਸ਼ਬਦ ਹੈ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਬੀਜ ਰੂਪ ਮੰਗਲ, ਇੱਕੋ ਇੱਕ ਵਾਹਿਗੁਰੂ ਹਸਤੀ ਵਾਹਦ। ਓਂਕਾਰ ਸਭ ਦਾ ਰਚੇਤਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰਾ ਬਾਸ ਜੀਓ। ਇਹ ਪਾਠ
ਦੈ ਦੱਦਾ ਤੇ ਯਈਆ ਕਰਨਾ। ਦੱਦੇ ਨੂੰ ਦਲਾਵਾਂ ਲੱਗ ਜਾਣਗੀਆਂ ਯਈਆ ਮੁਕਤਾ ਹੋਣ ਕਰਕੇ। ਜੇ ਯਈਏ ਨੂੰ ਔਂਕੜ ਹੋਏ ਤੇ ਦਈਓ, ਜੇ ਦੱਦੇ ਨੂੰ ਯਈਏ ਨੂੰ ਔਂਕੜਾ ਤੇ ਦਈਓ, ਜੇ ਦੱਦੇ ਨੂੰ ਔਂਕੜਾ ਤੇ ਯਈਏ ਤੇ ਦਲਾਵਾਂ ਹੋਣ ਫਿਰ ਦੁਇਆ। ਸੋ ਇਸ ਪ੍ਰਕਾਰ ਇਹ ਵੱਖਰੇ ਵੱਖਰੇ ਰੂਪਾਂ 'ਚ ਆਉਂਦਾ ਹੈ। ਇੱਥੇ ਪ੍ਰਮਾਤਮਾ ਦਾ ਨਾਮ ਹੈ ਦਇਆ, ਮਤਲਬ ਤਰਸ ਰੂਪ, ਪ੍ਰੇਰਕ, ਦਇਆ ਸਰੂਪ, ਦਿਆਲੂ ਸਰੂਪ ਵਾਹਿਗੁਰੂ। ਅਤੇ ਦੂਜਾ ਅਰਥ ਕੀਤਾ ਪ੍ਰੇਰਕ, ਸਾਰਿਆਂ ਦੇ ਅੰਦਰ ਨੂੰ ਪ੍ਰੇਰਨਾ ਦੇਣ ਵਾਲਾ। ਅਤੇ ਤਰਸ ਸਰੂਪ ਵਾਹਿਗੁਰੂ ਗੁਸਾਈ, ਸ੍ਰਿਸ਼ਟੀ ਦੇ ਮਾਲਕ। ਸਾਰੀ ਸ੍ਰਿਸ਼ਟੀ ਜੋ ਹੈ ਨਾ ਉਹਦੇ ਮਾਲਕ ਸਾਈਂ। ਮੀਤਲਾ ਮਿੱਤਰ ਵਾਹਿਗੁਰੂ ਜੀ, ਤੂੰ ਸੰਗ ਹਮਾਰਾ ਬਾਸ ਜੀਓ। ਜੇ ਕੋਈ ਕਹੇ ਵੀ ਵਾਹਿਗੁਰੂ ਨੂੰ ਤੂੰ ਕਿਉਂ ਕਿਹਾ, ਤੂੰ ਤਾਂ ਇੱਕ ਵਚਨ ਹੁੰਦਾ ਅਤੇ ਆਪਾਂ ਇਹਨੂੰ ਨਰਾਦਰਵਾਚਕ ਕਹਿ ਲੈਂਦੇ ਹਾਂ ਵੀ ਸਤਿਕਾਰ ਕਰਨਾ ਅਤੇ ਤੁਸੀਂ ਕਹੀਦਾ। ਸਤਿਗੁਰਾਂ ਤੁਸੀਂ ਸ਼ਬਦ ਤੁਧ ਵੀ ਸ਼ਬਦ ਵਰਤਿਆ ਅਤੇ ਤੂੰ ਵੀ ਵਰਤਿਆ, ਇੱਕੋ ਇੱਕ ਹੋਣ ਕਰਕੇ। ਪਰਮਾਤਮਾ ਵਰਗਾ ਹੋਰ ਦੂਜਾ ਕੋਈ ਹੈ ਨਹੀਂ। ਇਹ ਬਹੁਤ ਹਮੇ ਦੇ ਨਾਲ, ਬਹੁਤ ਆਪਣਤ ਦੇ ਨਾਲ ਵਰਤਿਆ। ਹੇ ਵਾਹਿਗੁਰੂ ਜੀ ਤੂੰ ਸੰਗ ਹਮਾਰਾ ਬਾਸ ਜੀਓ, ਤੁਸੀਂ ਮਹਾਰਾਜ ਸਾਡੇ ਸੰਗ ਸਾਥ ਹੀ ਵਸੋ। ਸੱਚੇ ਪਾਤਸ਼ਾਹ ਸਾਡੇ ਨਾਲ ਹੀ ਰਹੋ, ਸਾਨੂੰ ਛੱਡ ਕੇ ਪਰੇ ਨਾ ਜਾਓ। ਭਾਵ ਸਾਡੀ ਸਿਮਰਤੀ 'ਚੋਂ ਓਹਲੇ ਨਾ ਹੋ, ਸਾਡੀ ਯਾਦ ਵਿੱਚ ਤੁਸੀਂ ਹੋਣੇ ਚਾਹੀਦੇ। ਰਹਾਓ ਤੁਝ ਬਿਨ ਘੜੀ ਨਾ ਜੀਵਨਾ, ਤੁਝ ਤੁਹਾਡੇ ਤੋਂ ਬਗੈਰ ਸੱਚੇ ਪਾਤਸ਼ਾਹ ਘੜੀ ਮਾਤਰ ਵੀ ਜੀਵਨ ਨਹੀਂ ਹੈ। ਘੜੀ ਮਾਤਰ ਵੀ ਜਿਹੜਾ ਜਿਉਣਾ ਉਹ ਜਿਉਣਾ ਨਹੀਂ। ਆਤਮਿਕ ਜ਼ਿੰਦਗੀ ਨਹੀਂ ਹੈ, ਉਹ ਤਾਂ ਮੌਤ ਹੈ। ਉਹ ਤਾਂ ਤੁਰਿਆ ਫਿਰਦਾ ਮੁਰਦਾ ਹੋਵੇਗਾ ਜਿਹੜਾ ਤੁਹਾਡੀ ਯਾਦ ਤੋਂ ਬਗੈਰ ਹੈ ਜੀ। ਤੁਹਾਡੇ ਤੋਂ ਬਗੈਰ ਘੜੀ ਮਾਤਰ ਵੀ ਨਹੀਂ ਅਸੀਂ ਜਿਉਂਦੇ ਰਹਿ ਸਕਦੇ। ਤ੍ਰਿਗ ਰਹਿਣਾ ਸੰਸਾਰ, ਤੁਹਾਡੀ ਯਾਦ ਨੂੰ ਭੁੱਲ ਕੇ ਜਿਹੜਾ ਸੰਸਾਰ 'ਚ ਰਹਿਣਾ ਉਹ ਤ੍ਰਿਗਾਕਾਰ ਹੈ। 100 ਵਾਰੀ ਫਟਕਾਰ ਪਾਈਏ ਤੇ ਇੱਕ ਲਾਹਣਤ ਬਣਦੀ ਹੈ, 100 ਲਾਹਣਤ ਪਾਈਏ ਤੇ ਇੱਕ ਤ੍ਰਿਗ ਬਣਦੀ ਹੈ। ਕਰੋੜਾਂ ਲਾਹਣਤਾਂ ਇਹੋ ਜਿਹੇ ਜੀਵਨ ਨੂੰ ਜਿਹੜਾ ਸੰਸਾਰ 'ਚ ਰਹਿਣਾ। ਜੀ ਪ੍ਰਾਣ ਸੁਖ ਦਾਤਿਆ, ਨਿਮਖ ਨਿਮਖ ਬਲਿਹਾਰ ਜੀ। ਹੇ ਸਾਡੀ ਜਿੰਦ ਰੂਪ, ਹੇ ਸਾਡੇ ਪ੍ਰਾਣ ਸਵਾਸ ਰੂਪ ਵਾਹਿਗੁਰੂ, ਹੇ ਸਾਰਿਆਂ ਸੁੱਖਾਂ ਦੇ ਦਾਤੇ ਵਾਹਿਗੁਰੂ। ਅਤੇ ਦੂਜੇ ਢੰਗ ਨਾਲ ਇੰਝ ਵੀ ਅਰਥ ਕੀਤਾ ਵੀ ਜਿੰਦ ਦੇ ਦਾਤੇ, ਪ੍ਰਾਣ ਸਵਾਸਾਂ ਦੇ ਦਾਤੇ ਅਤੇ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ। ਨਿਮਖ ਨਿਮਖ ਬਲਿਹਾਰ ਜੀ, ਪਲ ਪਲ ਦੀ ਸੰਗਿਆ ਨਾਲ, ਖਿਨ ਖਿਨ ਦੀ ਸੰਗਿਆ ਨਾਲ, ਨਿਮਖ ਨਿਮਖ ਮਾਤਰ ਸਮੇਂ ਵਿੱਚ, ਘੜੀ ਮੁੜੀ ਬਾਰ ਬਾਰ ਸਾਹ ਸਾਹ ਨਾਲ ਤੁਹਾਡੇ ਤੋਂ ਬਲਿਹਾਰ ਜਾਈਏ ਸੱਚੇ ਪਾਤਸ਼ਾਹ। ਹਸਤ ਅਲੰਬਨ ਦੇਹੋ ਪ੍ਰਭ, ਗਰਤੋਂ ਉਦਰ ਗੋਪਾਲ। ਆਪਣੇ ਹੱਥ ਦਾ ਅਲੰਬਨ ਆਸਰਾ ਦਿਓ, ਆਪਣਾ ਹੱਥ ਸਾਨੂੰ ਫੜਾਓ, ਅਸੀਂ ਤੁਹਾਡਾ ਹੱਥ ਫੜ ਲਈਏ। ਇਹੋ ਹੀ ਸਾਡਾ ਆਸਰਾ ਸੱਚੇ ਪਾਤਸ਼ਾਹ। ਹੇ ਪ੍ਰਭੂ ਜੀ ਆਪਣੇ ਹੱਥ ਰੂਪੀ ਆਸਰਾ ਸਾਨੂੰ ਦਿਓ। ਗਰਤੋਂ ਉਦਰ ਗੋਪਾਲ, ਗਰਤ ਟੋਆ, ਖੱਡ, ਸੰਸਾਰ ਰੂਪੀ ਟੋਏ ਵਿੱਚ, ਸੰਸਾਰ ਦੇ ਵਿਕਾਰਾਂ ਰੂਪੀ, ਸੰਸਾਰ ਦੇ ਮੋਹ ਰੂਪੀ ਟੋਏ ਖੱਡ ਵਿੱਚ ਅਸੀਂ ਡਿੱਗੇ ਹੋਏ ਹਾਂ। ਹੇ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਵਾਹਿਗੁਰੂ ਸਾਨੂੰ ਉਧਾਰੋ। ਉਧਰ ਦਾ ਮਤਲਬ ਹੈ ਸਾਨੂੰ ਉੱਚਾ ਚੱਕ ਲਓ, ਸਾਨੂੰ ਬਾਹਰ ਕੱਢ ਲਓ, ਸਾਡਾ ਬਚਾਅ ਕਰੋ ਇਸ ਟੋਏ ਵਿੱਚੋਂ। ਅਸੀਂ ਦੇ ਵਿੱਚ ਗਰਕ ਹੋ ਗਏ, ਚਿੱਕੜ ਦੇ ਮਰ ਖਪ ਜਾਣਾ। ਤੁਸੀਂ ਸੱਚੇ ਪਾਤਸ਼ਾਹ ਸਾਡਾ ਬਚਾਅ ਕਰੋ। ਮੋਹਿ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਇਆਲ। ਸੱਚੇ ਪਾਤਸ਼ਾਹ ਮੋਹੇ ਨਿਰਗੁਣ ਜੀਓ, ਸਭ ਗੁਣ ਤੇਰੇ, ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਲਾਹੀ। ਇਹ ਨਿਰਗੁਣ ਸ਼ਬਦ ਜਦੋਂ ਸਾਡੇ ਵਾਸਤੇ ਆਉਂਦਾ ਉਦੋਂ ਇਹਦਾ ਅਰਥ ਹੈ ਵੀ ਜਿਹਦੇ 'ਚ ਕੋਈ ਗੁਣ ਨਹੀਂ। ਅਤੇ ਜਦੋਂ ਨਿਰਗੁਣ ਸ਼ਬਦ ਪਰਮਾਤਮਾ ਬਾਰੇ ਆਉਂਦਾ, ਨਿਰਗੁਣ ਸਰਗੁਣ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਏ। ਨਿਰਗੁਣ ਆਪ, ਸਰਗੁਣ ਭੀ ਉਹੀ, ਕਲਾ ਧਾਰ ਜਿਹਨੂੰ ਸਗਲੀ ਮੋਹੀ। ਉੱਥੇ ਗੁਣਾਂ ਤੋਂ ਸਖਣਾ ਨਹੀਂ ਅਰਥ। ਜਾਂ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਸਰਗੁਣ ਨਿਰਗੁਣ ਨਿਰੰਕਾਰ। ਉੱਥੇ ਨਿਰਗੁਣ ਦਾ ਅਰਥ ਹੈ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਗੁਣ ਸੁਭਾਅ ਨੂੰ ਕਹਿੰਦੇ ਨੇ। ਮਾਇਆ ਦੇ ਤਿੰਨ ਸੁਭਾਅ, ਰਜੋ ਤਮੋ ਸਤੋ, ਰਾਜਸੀ ਤਾਮਸੀ ਸ਼ਾਂਤਕੀ ਸੁਭਾਅ, ਇਹ ਮਾਇਆ ਦਾ। ਅਤੇ ਇਹਨਾਂ ਤਿੰਨਾਂ ਸੁਭਾਵਾਂ ਤੋਂ ਪਰੇ ਜੋ ਹੈ ਉਹ ਨਿਰਗੁਣ। ਅਤੇ ਜਿੱਥੇ ਇਹ ਤਿੰਨ ਸੁਭਾਵਾਂ ਵਾਲੀ ਮਾਇਆ ਨੂੰ ਅੰਗੀਕਾਰ ਕੀਤਾ ਹੋਇਆ, ਸਰੀਰ ਧਾਰਿਆ, ਜਾਂ ਇਹ ਸੰਸਾਰ ਜਿਹੜਾ ਇਹਦੇ ਵਿੱਚ ਪਰਮਾਤਮਾ ਦੀ ਜੋਤ ਆ, ਇਹ ਜਿਹੜਾ ਦਿਸ ਰਿਹਾ ਬਾਹਰੀ ਤੌਰ 'ਤੇ ਪਰਮਾਤਮਾ ਦਾ ਸਰਗੁਣ ਰੂਪ ਹੈ। ਸੋ ਇਸ ਪ੍ਰਕਾਰ ਇੱਥੇ ਸਾਡੇ ਵਾਸਤੇ ਬਚਨਾ ਮੋਹੇ ਨਿਰਗੁਣ ਮਤ ਥੋੜ੍ਹੀ ਆ। ਸੱਚੇ ਪਾਤਸ਼ਾਹ ਮੇਰੇ ਵਿੱਚ ਮਤ ਥੋੜ੍ਹੀ ਹੈ ਅਤੇ ਗੁਣ ਕੋਈ ਹੈ ਹੀ ਨਹੀਂ। ਮੈਂ ਤਾਂ ਨਿਰਗੁਣ ਹਾਂ,
ਮੇਰੇ 'ਚ ਕੋਈ ਗੁਣ ਨਹੀਂ, ਮੈਂ ਗੁਣਾਂ ਤੋਂ ਸਖਣਾ ਤੇ ਥੋੜ੍ਹੀ ਮੱਤ ਵਾਲਾ, ਹੋਸ਼ੀ ਮੱਤ ਵਾਲਾ, ਤੁੱਛ ਮੱਤ ਵਾਲਾ ਹਾਂ। ਮੈਨੂੰ ਇਹ ਚੰਗੀ ਅਕਲ ਬੁੱਧ ਹੈ ਨਹੀਂ। ਤੂੰ ਸਦ ਹੀ ਦੀਨ ਦਿਆਲ। ਹੇ ਵਾਹਿਗੁਰੂ ਜੀ, ਤੁਸੀਂ ਸਦਾ ਹਮੇਸ਼ਾ ਹਮੇਸ਼ਾ ਲਈ, ਸਦੀਵੀ ਸਮੇਂ ਲਈ ਦੀਨ ਦਿਆਲ ਸਰੂਪ ਹੋ। ਦੀਨਾਂ ਗਰੀਬਾਂ ਆਜਜ ਨਿਮਾਣਿਆਂ ਉੱਪਰ ਦਿਆਲੂ ਹੋਣ ਵਾਲਾ ਸੁਭਾਅ ਤੁਹਾਡਾ। ਕਿਆ ਸੁਖ ਤੇਰੇ ਸੰਭਲਾ ਕਵਨ ਵਿਧੀ ਵਿਚਾਰ। ਮੈਂ ਤੇਰੇ ਕਿਹੜੇ ਕਿਹੜੇ ਬਖਸ਼ੇ ਹੋਏ ਸੁੱਖਾਂ ਨੂੰ ਯਾਦ ਕਰਾਂ, ਤੇਰੇ ਬਖਸ਼ੇ ਕਿਹੜੇ ਕਿਹੜੇ ਸੁੱਖਾਂ ਨੂੰ ਸੰਭਾਲਾਂ। ਤੂੰ ਬਹੁਤ ਕੁਝ ਬਖਸ਼ਿਆ ਆ, ਤੇਰੇ ਕਿਹੜੇ ਕਿਹੜੇ ਬਖਸ਼ੇ ਸੁੱਖਾਂ ਨੂੰ ਮੈਂ ਯਾਦ ਕਰਾਂ ਤੇ ਕਵਨ ਵਿਧੀ ਵਿਚਾਰ, ਕਿਹੜੇ ਕਿਹੜੇ ਤਰੀਕਿਆਂ ਨਾਲ ਤੇਰੇ ਸੁੱਖਾਂ ਦੀ ਵਿਚਾਰ ਕਰਾਂ ਜੋ ਤੂੰ ਮੈਨੂੰ ਬਖਸ਼ੇ ਹੋਏ ਨੇ। ਮੈਂ ਤਾਂ ਤੇਰੇ ਉਪਕਾਰ ਹੀ ਨਹੀਂ ਬਿਆਨ ਕਰ ਸਕਦਾ ਸੱਚੇ ਪਾਤਸ਼ਾਹ। ਸਰਣ ਸਮਾਈ ਦਾਸ ਹਿੱਤ ਉੱਚੇ ਅਗਮ ਅਪਾਰ। ਆਪਣੇ ਦਾਸਾਂ ਨੂੰ ਆਪਣੀ ਸ਼ਰਨ ਵਿੱਚ ਸਮਾਈ ਬਖਸ਼ਣ ਵਾਲੇ ਹੋ, ਆਪਣੇ ਚਰਨਾਂ ਦੀ ਸ਼ਰਨ ਵਿੱਚ ਅੰਗੀਕਾਰ ਕਰਨ ਵਾਲੇ ਹੋ ਤੇ ਆਪਣੇ ਦਾਸਾਂ ਦੇ ਨਾਲ ਬੜਾ ਹਿੱਤ ਕਰਨ ਵਾਲੇ, ਦਾਸਾਂ ਦੇ ਹਿਤੂ ਹੋ, ਦਾਸਾਂ ਦੇ ਪ੍ਰੇਮੀ ਹੋ, ਦਾਸਾਂ ਨਾਲ ਹਿੱਤ ਪਿਆਰ ਕਰਨ ਵਾਲੇ ਹੋ। ਉੱਚੇ ਅਗਮ ਅਪਾਰ, ਬਹੁਤ ਹੀ ਉੱਚੇ ਹੋ, ਅਗਮ ਮਨ ਦੀ ਪਹੁੰਚ ਤੋਂ ਪਰੇ ਹੋ, ਅਪਾਰ ਬੇਅੰਤ ਹੋ, ਤੁਹਾਡਾ ਪਾਰ ਉਰਾਰ ਨਹੀਂ ਪਾਇਆ ਜਾ ਸਕਦਾ। ਸਗਲ ਪਦਾਰਥ ਅਸਤ ਸਿੱਧ ਨਾਮ ਮਹਾਰਸ ਮਾਹੇ। ਹੇ ਵਾਹਿਗੁਰੂ ਜੀ, ਅਸੀਂ ਹੋਰ ਕੁਛ ਨਹੀਂ ਮੰਗਦੇ, ਕਿਉਂਕਿ ਤੁਹਾਡੇ ਜਿਹੜਾ ਨਾਮ ਦਾ ਮਹਾਨ ਰਸ ਹੈ ਨਾ, ਉਹ ਰਸ ਪ੍ਰਾਪਤ ਹੋ ਜਾਏ ਤੇ ਉਸ ਰਸ ਦੇ ਵਿੱਚ ਸਮਝੋ ਸਾਰੇ ਪਦਾਰਥ ਹੀ ਸਾਨੂੰ ਮਿਲ ਗਏ। ਸਗਲ ਪਦਾਰਥ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਮੰਨੇ। ਮੁਕਤੀ ਪਦਾਰਥ, ਗਿਆਨ ਪਦਾਰਥ, ਆ ਸਰੀਰ ਪਦਾਰਥ, ਇਹ ਵੀ ਪਦਾਰਥ ਮੰਨੇ। ਸਗਲ ਪਦਾਰਥ, ਸਾਰੇ ਦੁਨਿਆਵੀ ਪਦਾਰਥ ਤੇ ਅਸ਼ਟ ਸਿੱਧ, ਜਿਹੜੀਆਂ ਯੋਗੀਆਂ ਨੂੰ ਮਾਨਸਿਕ ਤੌਰ 'ਤੇ ਸ਼ਕਤੀਆਂ ਪ੍ਰਾਪਤ ਹੁੰਦੀਆਂ, ਉਹਨਾਂ ਵਿੱਚੋਂ 8 ਮੁੱਖ ਨੇ ਤੇ 10 ਗੌਣ ਸਿੱਧੀਆਂ, ਕੁੱਲ 18 ਹਨ। ਤੇ ਜਿਹੜੀਆਂ ਇਹ ਅਸ਼ਟ ਸਿੱਧ ਹਨ ਨਾ, ਮੁੱਖ ਸਿੱਧੀਆਂ, ਅਣਮਾ, ਲਗਮਾ, ਗਰਮਾ, ਭਰਮਾ, ਮਹਿਮਾ, ਪਰ ਕਾਇਆ ਪ੍ਰਵੇਸ਼, ਦੂਰ ਦ੍ਰਿਸ਼ਟ, ਦੂਰ ਸਰਵਣ। ਛੋਟੇ ਜਿਹੇ ਬਣ ਜਾਣਾ, ਸਰੀਰ ਛੋਟਾ ਜਿਹਾ ਕਰ ਲੈਣਾ ਜਾਂ ਬਹੁਤ ਸਾਰਾ ਵੱਡਾ ਕਰ ਲੈਣਾ, ਹੌਲਾ ਫੁੱਲ ਵਰਗਾ ਕਰ ਲੈਣਾ, ਬਹੁਤ ਭਾਰਾ ਕਰ ਲੈਣਾ। ਸੋ ਇਸ ਪ੍ਰਕਾਰ ਉੱਡਣ ਦੀ ਸ਼ਕਤੀ ਹੋਣੀ, ਦੂਰ ਦੀ ਗੱਲਬਾਤ ਇੱਥੇ ਬੈਠਿਆਂ ਸੁਣ ਲੈਣ ਦੀ ਸ਼ਕਤੀ, ਦੂਰ ਕੀ ਹੋ ਰਿਹਾ, ਦ੍ਰਿਸ਼ ਕੀ, ਉੱਥੇ ਕੀ ਘਟਨਾ ਵਾਪਰ ਰਹੀ, ਇੱਥੇ ਵੇਖ ਲੈਣਾ ਸਾਰਾ ਕੁਝ। ਤੇ ਪਰਾਈ ਕਾਇਆ, ਕਿਸੇ ਹੋਰ ਦੀ ਦੇਹ ਵਿੱਚ ਜਾ ਵੜਨਾ, ਆਪਣੀ ਦੇਹ 'ਚੋਂ ਨਿਕਲ ਕੇ। ਇਹ ਇਤਿਆਦਿਕ 8 ਮੁੱਖ ਸਿੱਧੀਆਂ ਹਨ। ਇਹ ਮਹਾਰਾਜ ਤੁਹਾਡੇ ਨਾਮ ਦੇ ਮਹਾਨ ਰਸ ਨੂੰ ਜੇ ਪ੍ਰਾਪਤ ਕਰ ਲਈਏ ਤੇ ਵਿੱਚ ਆ ਗਈਆਂ। ਇਹ ਤੁਹਾਡੇ ਨਾਮ ਦੇ ਮਹਾਨ ਰਸ ਵਿੱਚ ਇਹ ਸਾਰਾ ਕੁਝ ਸਮਾਇਆ ਹੋਇਆ। ਸਾਰੇ ਪਦਾਰਥ ਵੀ ਇਸ ਰਸ ਦੀ ਪਰਿਕਰਮਾ ਕਰਦੇ। ਤੁਹਾਡੇ ਨਾਮ ਦੀ ਸਾਰੀਆਂ ਇਹ ਸ਼ਕਤੀਆਂ ਵੀ ਨਾਮ ਦੀਆਂ ਦਾਸੀਆਂ ਹਨ। ਸੋ ਪ੍ਰਸੰਨ ਭਏ ਕੇਸ ਵਾਸੇ ਜਨ ਹਰ ਗੁਣ ਗਾਹੇ। ਜਿਨ੍ਹਾਂ ਦੇ ਉੱਪਰ ਸੋ ਭਲੀ ਪ੍ਰਕਾਰ ਪ੍ਰਸੰਨ ਹੋਏ, ਕੇਸਵਾ, ਲੰਬੇ ਕੇਸਾਂ ਵਾਲੇ ਵਾਹਿਗੁਰੂ ਜੀ। ਤੇ ਇੱਕ ਕੇਸਵ ਦਾ ਅਰਥ ਹੈ ਜਲ ਦੇ ਵਿੱਚ ਕ੍ਰੀੜਾ ਕਰਨ ਵਾਲਾ, ਤੇ ਪਹਿਲਾ ਅਰਥ ਹੈ ਕੇਸਵ, ਲੰਬੇ ਕੇਸਾਂ ਵਾਲਾ ਵਾਹਿਗੁਰੂ। ਕੇਸਾਧਾਰੀ ਹੈ ਪ੍ਰਮਾਤਮਾ, ਜਿੰਨੇ ਵੀ ਸਰੂਪ ਧਾਰੇ, ਦਰਸ਼ਨ ਦਿੱਤੇ, ਕੇਸਾਧਾਰੀ। ਤੇਰੇ ਬੰਕੇ ਲੋਇਣ ਦੰਤਰ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ। ਜਿਸ ਦੇ ਉੱਪਰ ਕੇਸਾਧਾਰੀ ਵਾਹਿਗੁਰੂ ਜੀ ਭਲੀ ਪ੍ਰਕਾਰ ਪ੍ਰਸੰਨ ਹੋਏ, ਸੇ ਜਨ ਹਰ ਗੁਣ ਗਾਹੇ। ਇਹ ਪ੍ਰਮਾਤਮਾ ਦੀ ਪ੍ਰਸੰਨਤਾ ਦੀ ਨਿਸ਼ਾਨੀ ਹੈ ਕਿ ਉਹ ਜਨ ਸੇਵਕ ਭਗਤ ਸੰਤ ਲੋਕ ਹਰੀ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ, ਗੁਣਾਂ ਦੇ ਗਾਹਕ ਬਣਦੇ ਨੇ। ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਆਧਾਰ। ਹੈ ਵਾਹਿਗੁਰੂ ਜੀ, ਜਿਵੇਂ ਬੱਚੇ ਨੂੰ ਮਾਤਾ ਪਿਤਾ ਪਿਆਰੇ ਹੁੰਦੇ ਨੇ, ਤੇ ਜਿਵੇਂ ਗ੍ਰਸਤੀ ਬੰਦੇ ਨੂੰ ਪੁੱਤਰ ਪਿਆਰਾ ਹੁੰਦਾ, ਜਾਂ ਕਈ ਸੰਬੰਧੀਆਂ ਨਾਲ ਬੜਾ ਪਿਆਰ ਮੋਹ ਹੁੰਦਾ, ਸੱਚੇ ਪਾਤਸ਼ਾਹ ਸਾਡੇ ਵਾਸਤੇ ਮਾਤਾ ਪਿਤਾ, ਪੁੱਤਰ, ਸੰਬੰਧੀ ਸਭ ਕੁਝ ਤੁਸੀਂ ਹੋ। ਤੂੰ ਮੇਰੇ ਪ੍ਰਾਣ ਆਧਾਰ, ਬਲਕਿ ਸੱਚੇ ਪਾਤਸ਼ਾਹ ਤੁਸੀਂ ਮੇਰੇ ਪ੍ਰਾਣਾ ਸਵਾਸਾਂ ਦੇ ਆਸਰਾ ਰੂਪ ਹੋ। ਜੇ ਤੁਸੀਂ ਹੋ ਤੇ ਸਵਾਸ ਚੱਲਦੇ ਨੇ, ਜੇ ਤੁਹਾਡੀ ਯਾਦ ਨਹੀਂ ਤੇ ਸਵਾਸ ਹੀ ਮੁੱਕ ਜਾਣਗੇ। ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਸਾਧ ਸਤਿਗੁਰਾਂ ਦੀ ਸੰਗਤ ਵਿੱਚ ਮਿਲ ਕੇ, ਸਾਧ ਸੁਧਰੇ ਹੋਏ ਮਨ ਵਾਲੇ ਗੁਰਮੁਖ ਜਨਾਂ ਦੀ ਸੰਗਤ 'ਚ ਮਿਲ ਕੇ ਜਿਹੜਾ ਭਜਨ ਕਰਦਾ ਵਾਹਿਗੁਰੂ ਦਾ, ਪਰਮਾਤਮਾ ਦਾ ਸਿਮਰਨ ਕਰਦਾ ਹੈ, ਬਿਖ ਤਰਿਆ ਸੰਸਾਰ, ਉਸਨੇ ਇਹ ਜਿਹੜਾ ਸੰਸਾਰ ਜ਼ਹਿਰ ਨਾਲ ਭਰਿਆ ਹੋਇਆ ਨਾ, ਵਿਸ਼ਿਆਂ ਵਿਕਾਰਾਂ ਰੂਪੀ ਜ਼ਹਿਰ ਜਿਹਦੇ ਵਿੱਚ ਇਕੱਠੀ ਪਈ ਆ,
ਤੇ ਸੰਸਾਰ ਜ਼ਹਿਰ ਵਿੱਚ ਹੀ ਮਸਤ ਹੋਇਆ। ਇਸ ਤੋਂ ਤਰਨਾ ਸਾਡਾ ਮਨੋਰਥ ਸੀ। ਜੋ ਸਾਧ ਸੰਗਤ 'ਚ ਮਿਲ ਕੇ ਭਜਨ ਕਰਦਾ ਵਾਹਿਗੁਰੂ ਦਾ, ਉਸਨੇ ਬਿਖ ਰੂਪ ਜ਼ਹਿਰ ਰੂਪ ਇਸ ਸੰਸਾਰ ਨੂੰ ਤਰ ਲਿਆ ਹੈ। ਉਹ ਹੀ ਤਰਿਆ ਸੰਸਾਰ ਸਮੁੰਦਰ ਤੋਂ, ਬਾਕੀ ਡੁੱਬ ਗਏ ਹਨ। ਗੌੜੀ ਬੈਰਾਗਣ ਰहोए के ਸ਼ੰਤ ਕੇ ਘਰ ਮਹੱਲਾ ਪੰਜਵਾ। ਹਿੰਦੁਸਤਾਨ ਖਾਸ ਕਰਕੇ ਪੰਜਾਬ ਮਾਝੇ ਦੀ ਧਰਤੀ 'ਤੇ ਲੰਬੀ ਹੇਕ ਵਾਲਾ ਇੱਕ ਗੀਤ ਗਾਇਆ ਜਾਂਦਾ ਸੀ। ਖਾਸ ਕਰਕੇ ਵਿਆਹਾਂ ਸ਼ਾਦੀਆਂ 'ਤੇ ਬੀਬੀਆਂ ਉਹ ਗੀਤ ਗਾਉਂਦੀਆਂ ਸਨ। ਉਹਨੂੰ ਰहोए ਕਿਹਾ ਜਾਂਦਾ ਸੀ ਉਸ ਗੀਤ ਨੂੰ, ਵੀ ਉਸ ਰहोए ਵਿੱਚ ਪੰਚਮ ਜਾਂ ਉੱਚੀ ਆਵਾਜ਼ ਵਿੱਚ ਉਹ ਗਾਓ, ਲੰਬੀ ਹੇਕ ਲਾ ਕੇ ਗਾਉਣਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਰਾਗਣ ਜਿਹੜੀ ਗੌੜੀ ਰਾਗਣੀ ਹੈ, ਬੈਰਾਗਣ ਵੰਨਗੀ, ਇਹਦੇ ਵਿੱਚ ਲੰਬੀ ਹੇਕ ਦੇ ਘਰ ਵਿੱਚ ਇਹ ਸ਼ਬਦ ਗਾਉਣ ਦਾ ਹੁਕਮ ਕਰ ਰਹੇ ਨੇ। ਇਸ ਪਰ ਜਿਸ ਤਰ੍ਹਾਂ ਰहोए ਦੇ ਸ਼ੰਤ ਗਾਏ ਜਾਂਦੇ ਸੀ ਲੰਬੀ ਹੇਕ ਵਿੱਚ, ਉਸ ਘਰ ਵਿੱਚ ਕਹਿੰਦੇ ਇਹ ਸ਼ਬਦ ਗਾਉਣਾ। ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ। ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਵਾਹਿਦ ਪਰਮਾਤਮਾ, ਜਿਸ ਵਰਗਾ ਹੋਰ ਕੋਈ ਨਹੀਂ। ਉਹ ਓੰਕਾਰ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਇੱਕੋ ਇੱਕ ਵਾਹਿਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਬਚਨ ਫਰਮਾਉਂਦੇ ਨੇ, ਹੈ ਕੋਈ ਰਾਮ ਪਿਆਰੋ ਗਾਵੈ। ਭਈ ਕੋਈ ਹੈ ਐਸਾ ਜਿਹੜਾ ਪਿਆਰੇ ਰਾਮ ਦਾ ਜਸ ਗਾਉਂਦਾ ਹੋਵੇ, ਮੈਨੂੰ ਮਿਲੇ, ਲੱਭੀ ਇਸ ਨੂੰ। ਅਤੇ ਕੀ ਅਰਥ ਹੈ ਕਿ ਹੈ ਕੋਈ ਹੈ, ਵਿਰਲਾ ਕੋਈ ਹੈ। ਜਿਹਦੇ ਸਾਰਿਆਂ ਦੇ ਹਿਰਦਿਆਂ 'ਚ ਹੋਰ ਹੀ ਕੁਛ ਗਾਇਆ ਜਾ ਰਿਹਾ, ਹੋਰ ਹੀ ਚੀਜ਼ਾਂ ਦਾ ਸਿਮਰਨ ਹੋ ਰਿਹਾ, ਪਦਾਰਥਾਂ ਦਾ, ਸਰੀਰਾਂ ਦਾ ਕੁਛ ਹੋ ਰਿਹਾ। ਕੋਈ ਹੈ ਵਿਰਲਾ ਜੋ ਪਿਆਰੇ ਰਾਮ ਪਰਮਾਤਮਾ ਨੂੰ ਗਾਉਂਦਾ ਹੈ, ਵਾਹਿਗੁਰੂ ਦਾ ਜਸ ਗਾਉਂਦਾ, ਕੋਈ ਪਿਆਰਾ ਵਿਰਲਾ। ਸਰਬ ਕਲਿਆਣ ਸੂਖ ਸੱਚ ਪਾਵੈ। ਜਿਹੜਾ ਗਾਉਂਦਾ ਨਾ ਅੰਦਰੋਂ, ਉਹ ਫਿਰ ਸਾਰੇ ਆਨੰਦ ਅਤੇ ਸੱਚਾ ਸੁੱਖ ਅਥਵਾ ਸਾਰਾ ਸੁੱਖ ਆਤਮਿਕ ਅਤੇ ਸੱਚ ਸਰੂਪ ਪਰਮਾਤਮਾ ਨੂੰ ਪਾ ਲੈਂਦਾ, ਪ੍ਰਾਪਤ ਕਰ ਲੈਂਦਾ। ਵਾਹਿਗੁਰੂ ਨਾਲ ਭੇਦ ਹੋ ਜਾਂਦਾ। ਰਹਾਓ। ਬਨ ਖੋਜਤ ਫਿਰਤ ਬੈਰਾਗੀ। ਜਿਵੇਂ ਕੋਈ ਬੈਰਾਗੀ ਹੋ ਕੇ ਸੰਸਾਰ ਵੱਲੋਂ ਉਪਰਾਮ ਹੋ ਕੇ ਬਣਾ ਵਿੱਚ ਖੋਜਦਾ ਫਿਰਦਾ ਹੈ। ਬੜੀ ਸ੍ਰਿਸ਼ਟੀ ਖੋਜਦੀ ਫਿਰਦੀ ਜੰਗਲਾਂ ਵਿੱਚੋਂ, ਪਰ ਉੱਥੋਂ ਨਹੀਂ ਕਿਸੇ ਨੂੰ ਪ੍ਰਾਪਤ ਹੋਇਆ। ਬਿਰਲੇ ਕਾਹੂ ਏਕ ਲਿਵ ਲਾਗੀ। ਕਿਸੇ ਵਿਰਲੇ ਨੂੰ ਇੱਕ ਪਰਮਾਤਮਾ ਦੀ ਲਿਵ ਪ੍ਰਾਪਤ ਹੋਈ ਹੈ। ਕਿਸੇ ਵਿਰਲੇ ਦੇ ਹਿਰਦੇ ਅੰਦਰ ਇੱਕ ਪਰਮਾਤਮਾ ਨਾਲ ਸੁਰਤ ਜੁੜੀ ਹੈ, ਪਰਮਾਤਮਾ ਨਾਲ ਲਗਨ ਲੱਗੀ ਹੈ। ਵਾਹਿਗੁਰੂ ਦੀ ਪ੍ਰਾਪਤੀ ਦੀ ਤੀਬਰ ਤਾਂਘ ਬਣੀ ਹੈ ਕਿਸੇ ਵਿਰਲੇ ਦੇ ਹਿਰਦੇ 'ਚ। ਜਿਨ ਹਰ ਪਾਇਆ ਸੇਵੜ ਭਾਗੀ। ਜਿਨ੍ਹਾਂ ਨੇ ਗੁਰਮੁਖਾਂ ਨੇ ਹਰੀ ਅਕਾਲ ਪੁਰਖ ਨੂੰ ਪਾ ਲਿਆ ਹੈ ਨਾ, ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੇ ਨੇ। ਆਮ ਤੌਰ 'ਤੇ ਜਿਨ੍ਹਾਂ ਕੋਲ ਧਨ ਬਹੁਤਾ, ਅਮੀਰੀ ਹੈ, ਸੁੱਖ ਬਹੁਤੇ ਨੇ, ਸੁੱਖ ਦੇ ਸਮਾਨ ਬਹੁਤੇ, ਪਦਾਰਥ ਬਹੁਤੇ ਨੇ, ਜਾਇਦਾਦਾਂ ਜ਼ਿਆਦੀਆਂ, ਉਹਨਾਂ ਨੂੰ ਵਡਭਾਗੀ ਮੰਨ ਲੈਂਦੇ ਅਸੀਂ। ਪਰ ਇਹ ਤਾਂ ਸਾਡੀ ਛੋਟੀ ਦ੍ਰਿਸ਼ਟੀ ਹੋਣ ਕਰਕੇ ਇੰਝ ਹੈ ਨਾ। ਜੋ ਉੱਚੀ ਦ੍ਰਿਸ਼ਟੀ ਉਤਕ੍ਰਿਸ਼ਟ ਅਵਸਥਾ ਹੈ, ਉੱਥੇ ਪਤਾ ਲੱਗਦਾ ਵੀ ਵਡਭਾਗੀ ਤੇ ਜਨ ਕਉ ਜਾਨੋ ਜੋ ਹਰਿ ਕੇ ਗੁਣ ਗਾਵੇ। ਜਿਹੜਾ ਮਨੋਂ ਹੋ ਕੇ ਹਰੀ ਦੇ ਗੁਣ ਗਾਉਂਦਾ ਨਾ, ਦਿਲੋਂ ਹੋ ਕੇ, ਉਹਨੂੰ ਵੱਡਿਆਂ ਭਾਗਾਂ ਵਾਲਾ ਸਮਝੋ। ਉਹਨੇ ਕੁਝ ਖੱਟ ਲਿਆ ਸੰਸਾਰ ਤੋਂ ਲਾਭ, ਨਹੀਂ ਤੇ ਮਨੁੱਖਾ ਜਨਮ ਵਿਅਰਥ ਗਿਆ। ਵਡਭਾਗੀ ਤੇ ਇੰਝ ਹੀ ਬਣਿਆ ਜਾਂਦਾ। ਜਿਨ੍ਹਾਂ ਨੇ ਹਰੀ ਨੂੰ ਪਾ ਲਿਆ, ਮਹਾਰਾਜ ਕਹਿੰਦੇ ਉਹ ਹੀ ਵੱਡੇ ਭਾਗਾਂ ਵਾਲੇ ਨੇ। ਬ੍ਰਹਮਾਦਿਕ ਸਨਕਾਦਿਕ ਚਾਹ ਹੈ। ਸਭ ਤੋਂ ਵੱਡਾ ਦੇਵਤਾ ਮੰਨਿਆ ਬ੍ਰਹਮਾ, ਜਾਂ ਇੰਝ ਕਹਿ ਲਓ ਵੀ ਸ੍ਰਿਸ਼ਟੀ ਸਾਜੀ ਜਿਸ ਨੇ, ਜਿਸ ਦੀ ਰਾਹੀਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੁਕਮ ਦੇ ਕੇ, ਉਹ ਬ੍ਰਹਮਾ ਜੋ ਸਨਾਤਨ ਮਤ 'ਚ ਮੰਨਿਆ ਵੱਡਾ ਦੇਵਤਾ ਬ੍ਰਹਮਾ ਤੇ ਆਦਿਕ ਹੋਰ ਦੇਵਤੇ। ਬ੍ਰਹਮਾ ਆਦਿਕ ਜਿੰਨੇ ਦੇਵਤੇ ਹਨ, ਅਤੇ ਸਨਕਾਦਿਕ ਬ੍ਰਹਮਾ ਦੇ 4 ਪੁੱਤ 5 ਸਾਲ ਦੀ ਅਵਸਥਾ 'ਚ ਰਹਿਣ ਵਾਲੇ ਮੰਨੇ ਨੇ। ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ। ਅਤੇ ਜਦੋਂ ਇਹਨਾਂ ਚੌਂ ਦਾ ਨਾਂ ਲੈਣਾ ਹੋਵੇ ਸੰਖੇਪ ਵਿੱਚ, ਤਾਂ ਸਨਕਾਦਿਕ ਕਹਿ ਦਿੱਤਾ ਜਾਂਦਾ ਹੈ। ਸਨਕ ਆਦਿਕ, ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ, ਇਹ ਵੀ ਸਾਰੇ ਚਾਹੁੰਦੇ ਨੇ। ਭਾਵ ਹਰ ਕੋਈ, ਬ੍ਰਹਮਾ ਵਰਗੇ ਦੇਵਤੇ ਵੀ, ਸਨਕ ਆਦਿਕ ਵੀ, ਇਹਨਾਂ ਸਾਰਿਆਂ 'ਚੋਂ ਸਭ ਕੋਈ ਚਾਹੁੰਦਾ ਹੈ ਵੀ ਵਾਹਿਗੁਰੂ ਦੀ ਪ੍ਰਾਪਤੀ ਹੋਵੇ। ਜੋਗੀ ਜਤੀ ਸਿੱਧ ਹਾਰਿਆ ਹੈ। ਚਾਹੇ ਕੋਈ ਜੋਗੀ ਹੈ, ਚਾਹੇ ਕੋਈ ਜਤੀ ਜਤ ਰੱਖਣ ਵਾਲਾ, ਚਾਹੇ ਕੋਈ ਸਿੱਧ ਪੁਰਖ ਹੈ, ਹਰੀ ਨੂੰ ਉਹ ਵੀ ਤਾਂਘਦਾ ਹੈ, ਮਿਲਣਾ ਤਾਂਘਦਾ, ਲੋਚਦਾ ਹੈ, ਚਾਹੁੰਦਾ ਹੈ।
ਪਰ ਜਿਸ ਹੈ ਪ੍ਰਾਪਤ ਸੋ ਹਰ ਗੁਣ ਗਾ ਹੈ। ਜਿਸ ਨੂੰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਹ ਦਾਤ ਪ੍ਰਾਪਤ ਹੈ ਨਾ, ਵਾਹਿਗੁਰੂ ਦਾ ਭਜਨ ਕਰਨ ਦੀ, ਗੁਣ ਗਾਉਣ ਦੀ, ਉਹੀ ਹਰੀ ਦੇ ਗੁਣ ਗਾਉਂਦਾ ਹੈ, ਉਹੀ ਹਰੀ ਦੇ ਗੁਣਾਂ ਦਾ ਗਾਹਕ ਬਣਦਾ ਹੈ। ਤਾਂ ਕਿ ਸ਼ਰਨ ਜਿਨ ਬਿਸਰਤ ਨਾਹੀਂ। ਹਜ਼ੂਰ ਕਹਿੰਦੇ ਨੇ ਉਹਨਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਭੁੱਲਦਾ ਹੀ ਨਹੀਂ, ਜਿਨ੍ਹਾਂ ਦੀ ਸਿਮਰਤੀ 'ਚੋਂ, ਜਿਨ੍ਹਾਂ ਦੀ ਯਾਦ ਸ਼ਕਤੀ ਵਿੱਚੋਂ ਪ੍ਰਮਾਤਮਾ ਕਦੇ ਵਿਸਰਦਾ ਹੀ ਨਹੀਂ ਹੈ। ਉਹਨਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਵੱਡ ਭਾਗੀ ਹਰ ਸੰਤ ਮਿਲਾਹੀ। ਜਿਹਦੇ ਵੱਡੇ ਭਾਗ ਹੋਣ ਉਹਨਾਂ ਦੇ ਤਾਈਂ ਹਰੀ ਪ੍ਰਮਾਤਮਾ ਐਸੇ ਸੰਤਾਂ ਨੂੰ ਬੁਲਾਉਂਦਾ। ਵੱਡਿਆਂ ਭਾਗਾਂ ਕਰਕੇ ਐਸੇ ਸੰਤਾਂ ਦਾ ਮਿਲਾਪ ਹੁੰਦਾ, ਹਰੀ ਦੇ ਸੰਤਾਂ ਦਾ। ਜਨਮ ਮਰਨ ਤੇ ਮੂਲੇ ਨਾਹੀਂ। ਉਹ ਜਿਹੜੇ ਐਸੇ ਸੰਤ ਨੇ ਉਹਨਾਂ ਨੂੰ ਜੰਮਣਾ ਮਰਨਾ ਹੈ ਨਹੀਂ। ਜਨਮ ਮਰਨ ਦੁਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾ। ਜੰਮਣ ਤੇ ਮਰਨ ਦਾ ਬੰਧਨ ਉਹਨਾਂ ਨੂੰ ਹੈ ਨਹੀਂ। ਜੰਮਣ ਮਰਨ ਨਾ ਤਿਨ ਕੋ ਜੋ ਹਰ ਲੜ ਲਾਗੇ। ਜੀਵਤ ਸੇ ਪ੍ਰਵਾਨ ਪਏ ਹਰ ਕੀਰਤਨ ਜਾਗੇ। ਸੋ ਇਸ ਪ੍ਰਕਾਰ ਪਰਉਪਕਾਰ ਵਾਸਤੇ ਵਾਹਿਗੁਰੂ ਜੀ ਭੇਜ ਦਿੰਦੇ ਨੇ ਉਹਨਾਂ ਨੂੰ। ਅਤੇ ਜਿਵੇਂ ਬੱਦਲ ਆਉਂਦਾ ਅਤੇ ਮੀਂਹ ਪਾ ਕੇ ਧਰਤੀ ਦੀ ਤਪਸ਼ ਕਰਕੇ ਫਿਰ ਅਲੋਪ ਹੋ ਜਾਂਦਾ ਅਸਮਾਨ ਵਿੱਚ, ਇੰਝ ਹੀ ਆ ਉਹਨਾਂ ਦਾ ਆਉਣਾ। ਉਹ ਕਰਮਾਂ ਦੇ ਬੱਧੇ ਹੋਏ ਨਹੀਂ ਆਉਂਦੇ। ਜੰਮਣ ਮਰਨ ਦਾ ਬੰਧਨ ਨਹੀਂ ਹੈ, ਸੁਤੰਤਰ ਹਨ। ਉਹਨਾਂ ਨੂੰ ਮੂਲੇ ਉੱਕਾ ਹੀ, ਬਿਲਕੁਲ ਹੀ ਕਦੇ ਵੀ ਜੰਮਣਾ ਮਰਨਾ ਨਹੀਂ ਹੈ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ। ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਹੈ, ਬੇਨਤੀ ਕਰੋ। ਉਹ ਰੱਬ ਦੇ ਸੰਤ ਇੰਝ ਕਿਰਪਾ ਬੇਨਤੀ ਕਰਦੇ ਨੇ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ। ਹੇ ਸਾਡੇ ਪ੍ਰੀਤ ਕਰਨ ਯੋਗ, ਪ੍ਰੀਤਮ ਤੇ ਪਿਆਰੇ, ਪਿਆਰ ਸਰੂਪ ਵਾਹਿਗੁਰੂ ਜੀ, ਕਿਰਪਾ ਕਰਕੇ, ਆਪਣੀ ਕਿਰਪਾ ਕਰਕੇ ਆਪ ਹੀ ਮਿਲੋ। ਕਿਉਂਕਿ ਤੁਸੀਂ ਬਖਸ਼ਿਸ਼ ਕਰਕੇ ਸਾਨੂੰ ਮਿਲਾ ਸਕਦੇ ਹੋ, ਮਿਲ ਸਕਦੇ ਹੋ। ਅਸੀਂ ਤਾਂ ਤੁਹਾਨੂੰ ਪ੍ਰਾਪਤ ਨਹੀਂ ਕਰ ਸਕਦੇ। ਬਿਨੋ ਸੁਨੋ ਪ੍ਰਭ ਊਚ ਅਪਾਰੇ। ਹੇ ਉੱਚੇ ਤੇ ਅਪਾਰ ਬੇਅੰਤ ਪ੍ਰਭੂ ਜੀ, ਸਰਬ ਸ਼ਕਤੀਮਾਨ, ਹੇ ਮਾਲਕ, ਹੇ ਰੱਖਿਅਕ ਸਰੂਪ ਜੀ, ਸਾਡੀ ਬੇਨਤੀ ਸੁਣ ਲਓ। ਹੋਰਨਾਂ ਦੀਆਂ ਵੀ ਤੁਸੀਂ ਸੁਣਦੇ ਹੋ ਨਾ, ਆਪਣੇ ਪਿਆਰਿਆਂ ਦੀਆਂ। ਅਸੀਂ ਸਭ ਤੋਂ ਘੱਟ ਹਾਂ, ਪਰ ਸਾਡੀ ਵੀ ਬੇਨਤੀ ਸੁਣੋ। ਮਜਲਸ ਦੂਰ ਮਹਿਲ ਕੋ ਪਾਵੈ, ਮੋਹ ਗਰੀਬ ਕੀ ਕੋ ਗੁਜਰਾਵੈ। ਕਹਿੰਦੇ ਰੱਬ ਦੇ ਪਿਆਰਿਆਂ ਦੀ ਸਭਾ ਲੱਗੀ ਬੜੀ ਦੂਰ ਤੱਕ, ਮੈਂ ਸਭ ਤੋਂ ਪਿੱਛੇ ਹਾਂ। ਮੇਰੀ ਗਰੀਬ ਦੀ ਉੱਥੇ ਕੌਣ ਪੁਕਾਰ ਪਹੁੰਚਾਵੇਗਾ? ਭਾਈ ਕੋਈ ਹੈ ਐਸਾ ਜਿਹੜਾ ਮੈਂ ਗਰੀਬ ਦੀ ਵੀ ਪੁਕਾਰ ਪਹੁੰਚਾ ਦੇ? ਬਿਨੋ ਸੁਨੋ ਪ੍ਰਭ ਊਚ ਪਾਰੇ, ਨਾਨਕ ਮੰਗਤ ਨਾਮ ਆਧਾਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਦਾਸ ਤੇਰੇ ਦਰ ਤੋਂ ਤੇਰੇ ਨਾਮ ਦਾ ਆਸਰਾ ਮੰਗਦਾ ਹੈ। ਮੈਨੂੰ ਹੋਰ ਆਸਰਾ ਨਹੀਂ, ਤੇਰੇ ਨਾਮ ਦਾ ਸਹਾਰਾ ਮਿਲਣਾ ਚਾਹੀਦਾ। ਇਹ ਤੇਰੇ ਦਰ ਤੋਂ ਅਸੀਂ ਮੰਗਤੇ ਬਣ ਕੇ ਮੰਗਦੇ ਹਾਂ। ਹੈ ਵਾਹਿਗੁਰੂ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਪੂਰਬੀ ਵੰਨਗੀ ਹੈ। ਇਸ ਦੇ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ। ਬੀਜ ਰੂਪ ਮੰਗਲ ਉਚਾਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਪਰਮਾਤਮਾ ਜਿਸ ਦੇ ਅਨੇਕਾਂ ਨਾਮ ਹਨ। ਉਹੀ ਅੱਲਾ, ਉਹੀ ਖੁਦਾ, ਉਹੀ ਰਾਮ, ਉਹੀ ਰਹੀਮ, ਉਹੀ ਯਹੋਵਾ, ਉਹੀ ਗੌਡ, ਉਹੀ ਵਾਹਿਗੁਰੂ, ਉਹੀ ਰਾਮ ਨਾਰਾਇਣ ਗੋਬਿੰਦ, ਉਹੀ ਪਰਮਾਤਮਾ। ਓਅੰਕਾਰ ਸਭਨਾਂ ਦਾ ਪ੍ਰਕਾਸ਼ਕ, ਸਤ ਚੇਤਨ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਬਚਨ ਫਰਮਾਉਂਦੇ ਨੇ, ਕਵਨ ਗੁਣ ਪ੍ਰਾਨ ਪਤ ਮਿਲਾਓ ਮੇਰੀ ਮਾਈ। ਇਹ ਉਤਕੰਠਾ ਹੈ, ਇਹ ਅੰਦਰ ਜਗਿਆਸਾ ਹੈ, ਤੀਬਰ ਤਾਂਘ ਹੈ, ਲਗਨ ਹੈ। ਅਤੇ ਇਹ ਵਿਛੋੜੇ ਦਾ ਦੁੱਖ ਮਹਿਸੂਸ ਹੋਇਆ ਅਤੇ ਵਿਛੋੜੇ ਵਿੱਚ ਜਿਉਂਦਿਆਂ ਫਿਰ ਹੀ ਪ੍ਰਾਪਤੀ ਹੈ। ਇਸ ਕਰਕੇ ਕਿਹਾ ਨਾ ਫਰੀਦ ਨੇ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਿਸਾਨ। ਬਿਰਹਾ ਇਹੀ ਹੈ, ਉਤਕੰਠਾ, ਤੀਬਰਤਾ, ਅੰਦਰ ਪ੍ਰੇਮ, ਅਤੇ ਪ੍ਰੇਮ ਵਿਛੋੜੇ ਵਿੱਚ, ਅਤੇ ਪ੍ਰੇਮ ਦੇ ਵਿੱਚ ਬੇਨਤੀਆਂ ਕਰਨੀਆਂ, ਇਹਨੂੰ ਬਿਰਹਾ ਕਹਿੰਦੇ ਨੇ। ਸੋ ਇਸ ਪ੍ਰਕਾਰ ਵਿਰਾਗ, ਪ੍ਰੇਮ ਇਹਦੇ ਅਰਥ ਨੇ ਇੱਥੇ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਹੇ ਮੇਰੀ ਮਾਤਾ ਸਤਿਗੁਰੂ ਜੀ, ਹੇ ਬਿਰਧ ਸਖੀ ਮਹਾਤਮਾ ਮਹਾਂਪੁਰਸ਼ੋ, ਕਿਹੜੇ ਗੁਣ ਹਨ ਮੇਰੇ ਵਿੱਚ ਜਿਸ ਕਰਕੇ ਮੈਂ ਪ੍ਰਾਣਪਤੀ ਪ੍ਰਮਾਤਮਾ ਨੂੰ ਮਿਲਾਂ? ਕਵਨ ਗੁਣ, ਕਿਹੜੇ ਕਿਹੜੇ ਗੁਣ ਧਾਰਨ ਕਰਕੇ, ਕਿਹੜੇ ਗੁਣ ਨੂੰ ਧਾਰਨ ਕਰਕੇ ਮੈਂ ਪ੍ਰਾਣਾਂ ਦੇ ਪਤੀ, ਜਿਹੜਾ ਸਾਡੇ ਸਵਾਸਾਂ ਦਾ ਪਤੀ ਹੈ ਵਾਹਿਗੁਰੂ, ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਸਵਾਸ ਦਿੱਤੇ ਨੇ, ਜਿਹਦੇ ਹੁਕਮ ਵਿੱਚ ਜਿੰਦ ਜਾਨ ਹੈ ਸਭ ਕੁਛ, ਉਸ ਪ੍ਰਾਣਾਂ ਦੇ ਪਤੀ ਵਾਹਿਗੁਰੂ ਨੂੰ ਕਿਹੜੇ ਕਿਹੜੇ ਗੁਣ ਧਾਰਨ ਕਰਾਂ ਅਤੇ ਮਿਲਾਪ ਹੋਵੇਗਾ? ਉਹਨੂੰ ਮੈਂ ਕਿੰਝ ਮਿਲਾਂ? ਹੈ ਮੇਰੀ ਮਾਂ। ਰਹਾਓ।
ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸਨ ਦੂਰ ਤੇ ਆਈ। ਰੂਪ ਵੀ ਸੋਹਣਾ ਨਹੀਂ ਹੈ ਮੇਰੇ ਅੰਦਰੋਂ, ਅੰਦਰਲਾ ਰੂਪ, ਕਿਉਂਕਿ ਬਾਹਰੀ ਰੂਪ ਤੇ ਤਿੱਤਰਾਂ ਮੋਰਾਂ ਤੇ ਵੀ ਬੜਾ ਰੂਪ ਆ। ਬੜੇ ਬੜੇ ਸੁੰਦਰ ਜਾਨਵਰ ਜੀਵ ਜੰਤ ਪਰਮਾਤਮਾ ਨੇ ਬਣਾਏ ਨੇ। ਇਹ ਥੋੜ੍ਹਾ ਵੀ ਜਿਹੜਾ ਬਹੁਤਾ ਸੋਹਣਾ ਹੋਵੇਗਾ ਉਹਦੇ ਤੇ ਰੱਬ ਰਿਝੇਗਾ। ਇੱਥੇ ਉਸ ਰੂਪ ਦੀ ਗੱਲ ਨਹੀਂ, ਅੰਦਰੋਂ ਰੂਪ ਸੋਹਣਾ ਨਹੀਂ। ਜਿਵੇਂ ਬਚਨ ਹਨ, ਸੇ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ। ਜਿਹੜੇ ਸਾਧਾਂ ਦੀ ਸੰਗਤ 'ਚ ਬਹਿੰਦੇ ਨੇ, ਸਾਧੂ ਸਤਿਗੁਰੂ ਦੇ ਦਰਬਾਰ ਦੀ ਸੰਗਤ 'ਚ ਬਹਿੰਦੇ ਨੇ, ਉਹ ਹੀ ਸੁੰਦਰ ਤੇ ਸੋਹਣੇ ਨੇ। ਉਹੋ ਜਿਹਾ ਰੂਪ ਮੇਰਾ ਨਹੀਂ ਹੈ ਸੱਚੇ ਪਾਤਸ਼ਾਹ। ਬੁੱਧ ਵੀ ਮੇਰੇ ਕੋਲ ਹੈ ਨਹੀਂ, ਅਕਲ ਵੀ ਹੈ ਨਹੀਂ, ਤੇ ਬਲ ਵੀ ਮੇਰੇ ਵਿੱਚ ਹੈ ਨਹੀਂ। ਆਤਮਿਕ ਬਲ ਜਿਹੜਾ ਵਿਕਾਰਾਂ ਨੂੰ ਦੱਬਣ ਵਾਲਾ ਬਲ ਹੈ, ਉਹ ਬਲ ਵੀ ਪ੍ਰਾਪਤ ਨਹੀਂ। ਜਪ ਤਪ ਦਾ ਬਲ ਹੈ ਨਹੀਂ, ਸਾਧਨ ਰੂਪੀ ਬਲ, ਸਾਧਨ ਕਰਕੇ ਜਿਹੜਾ ਬਲ ਪ੍ਰਾਪਤ ਹੁੰਦਾ ਉਹ ਹੈ ਨਹੀਂ। ਮੈਂ ਸਭ ਪਾਸਿਆਂ ਤੋਂ ਹੀਣੀ ਹਾਂ ਸੱਚੇ ਪਾਤਸ਼ਾਹ। ਰੂਪਹੀਣ ਬੁੱਧ ਬਲਹੀਣੀ, ਬੁੱਧੀ ਦੇ ਬਲ, ਅਕਲ ਦੇ ਬਲ ਵੱਲੋਂ ਵੀ ਹੀਣੀ, ਉਹ ਵੀ ਮੇਰੇ ਵਿੱਚ ਹੈ ਨਹੀਂ। ਮੋਹਿ ਪ੍ਰਦੇਸਨ ਦੂਰ ਤੇ ਆਈ। ਮੈਂ ਆ ਪ੍ਰਦੇਸਣ, ਪ੍ਰਦੇਸ਼ 'ਚ ਰਹਿਣ ਵਾਲੇ, ਕਿਉਂਕਿ ਮਨ ਪ੍ਰਦੇਸੀ ਜੇ ਥੀਆ ਸਭ ਦੇਸ਼ ਪਰਾਇਆ। ਪਰਮਾਤਮਾ ਸਾਜਨ ਦੇਸ਼ ਵਿਦੇਸੀ ਅੜੇ ਸਨੇਹੜੇ ਦਿੰਦੀ। ਸੱਜਣ ਤਾਂ ਦੇਸ਼ ਵਿੱਚ ਹੀ ਆ, ਪਰ ਸਾਡੀ ਬਿਰਤੀ, ਸਾਡਾ ਮਨ, ਸਾਡੀ ਬੁੱਧੀ ਪ੍ਰਦੇਸਣ ਬਣੀ ਹੋਈ ਹੈ। ਸੋ ਇਸ ਪ੍ਰਕਾਰ ਕਹਿੰਦੇ ਮੋਹਿ ਪ੍ਰਦੇਸਣ ਦੂਰ ਤੇ ਆਈ। ਅਨੇਕਾਂ ਜੂਨਾਂ ਵਿੱਚ ਘੁੰਮਦੀ ਹੋਈ ਦੂਰੋਂ ਮੈਂ ਹੁਣ ਆਈ ਹਾਂ ਮਨੁੱਖਾ ਦੇਹ ਵਿੱਚ। ਦੂਰੋਂ ਚੱਲ ਕੇ ਆਈ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਵੀ ਹੈ ਇਸ ਸੰਬੰਧ ਵਿੱਚ। ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਤਪਹੀਨ ਬਾਵਰੀ। ਭਾਈ ਗੁਰਦਾਸ ਜੀ ਨੇ ਕਿੰਨੇ ਔਗੁਣ ਆਪਣੇ ਬਿਆਨ ਕੀਤੇ। ਸਭ ਪਾਸਿਆਂ ਤੋਂ ਕਹਿੰਦੇ ਮੈਂ ਹੀਣਾ ਹਾਂ। ਮੈਂ ਜੀਵ ਰੂਪ ਇਸਤਰੀ, ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਮੈਂ ਬਾਵਰੀ ਝੱਲੀ ਹਾਂ ਸੱਚੇ ਪਾਤਸ਼ਾਹ ਜੀ। ਦ੍ਰਿਸ਼ਟ ਦਰਸਹੀਨ, ਮੇਰੀ ਜਿਹੜੀ ਦ੍ਰਿਸ਼ਟੀ ਨਜ਼ਰ ਹੈ ਨਾ, ਉਹ ਤੁਹਾਡੇ ਦਰਸ਼ਨਾਂ ਦੇ ਯੋਗ ਨੇ। ਦਰਸ਼ਨ ਕਰਨ ਦੀ ਸਮਰੱਥਾ ਜਾਨੀ, ਤੁਹਾਡੇ ਦਰਸ਼ਨ ਕਰਨ ਵਾਲੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਹੀਂ। ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ। ਤੇ ਸੱਚੇ ਪਾਤਸ਼ਾਹ ਮੇਰੇ ਕੋਲ ਤੁਹਾਡਾ ਸ਼ਬਦ ਸੁਣਨ ਵਾਲੀ ਸੁਰਤ ਨਹੀਂ ਹੈ। ਉਹ ਕੰਨ ਵੀ ਮੇਰੇ ਪਾਸ ਨਹੀਂ, ਉਹਨਾਂ ਕੰਨਾਂ 'ਚ ਉਹ ਸੁਰਤ ਸਮਝ ਹੈ ਨਹੀਂ ਵੀ ਤੁਹਾਡਾ ਸ਼ਬਦ ਸੁਣ ਸਕਣ, ਗੁਰਾਂ ਦਾ ਸ਼ਬਦ ਸੁਣ ਸਕਣ। ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੀ। ਬੁੱਧੀ ਦੇ ਬਲ ਤੋਂ ਵੀ ਮੈਂ ਹੀਣੀ ਹਾਂ, ਤੇ ਮੇਰੇ ਹੱਥ ਪੈਰ ਵੀ ਸਿੱਧੇ ਨਹੀਂ। ਹੱਥ ਪੈਰ ਸ਼ੁਭ ਕਰਮਾਂ ਰੂਪੀ ਹੱਥ ਪੈਰ ਸਿੱਧੇ ਪਾਸੇ ਨੂੰ, ਭਾਵ ਹੱਥ ਪੈਰ ਨਹੀਂ ਗਏ, ਸ਼ੁਭ ਕਰਮ ਨਹੀਂ ਨਾ ਕੀਤੇ, ਵਿੰਗੇ ਟੇਢੇ ਕਰਮ ਕੀਤੇ। ਸੋ ਇਸ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ ਹੈ, ਪ੍ਰੀਤਹੀਨ ਰੀਤਹੀਨ। ਮੇਰੇ ਹਿਰਦੇ 'ਚ ਪ੍ਰੀਤ ਵੀ ਨਹੀਂ, ਜੀਵਨ ਦੀ ਰੀਤੀ ਮਰਿਆਦਾ ਵੀ ਮੇਰੇ ਕੋਲ ਹੈ ਨਹੀਂ। ਜੋ ਗੁਰਾਂ ਦੀ ਬਖਸ਼ੀ ਰੀਤੀ ਹੈ ਨਾ, ਰਹੁ ਰੀਤ, ਉਹ ਮੇਰੇ ਪਾਸ ਹੈ ਨਹੀਂ। ਪ੍ਰੀਤਹੀਨ ਰੀਤਹੀਨ ਭਾਏ ਪੈ ਪ੍ਰਤੀਤਹੀਨ। ਨਾ ਭਾਵਨਾ ਨਾ ਡਰ ਤੇਰਾ ਖੌਫ ਅਦਬ ਮਨ ਵਿੱਚ, ਪ੍ਰਤੀਤੀ ਭਰੋਸਾ ਵੀ ਹੈ ਨਹੀਂ। ਭਾਏ ਪੈ ਪ੍ਰਤੀਤਹੀਨ ਚਿੱਤਹੀਨ ਬਿੱਤਹੀਨ ਸਹਿਜ ਸੁਭਾਵਰੀ। ਚਿੱਤ ਵਿੱਚ ਵੀ ਤੇਰੀ ਯਾਦ ਹੈ ਨਹੀਂ, ਬਿੱਤ ਬਲ ਵੀ ਹੈ ਨਹੀਂ ਕੋਈ ਤੇਰੇ ਤੱਕ ਅਪੜ ਸਕਾਂ। ਸੋ ਸੱਚੇ ਪਾਤਸ਼ਾਹ ਸਹਿਜ ਵਾਲਾ ਸੁਭਾਵ ਜਾਂ ਸਹਿਜ ਤੇ ਸ੍ਰੇਸ਼ਟ ਪ੍ਰੇਮ ਵੀ ਮੇਰੇ ਅੰਦਰ ਹੈ ਨਹੀਂ ਸੱਚੇ ਪਾਤਸ਼ਾਹ। ਅੰਗ ਅੰਗਹੀਨ ਦੀਨਾਧੀਨ ਪ੍ਰਾਚੀਨ ਲਾਗ। ਚਰਨ ਸ਼ਰਨ ਕੈਸੇ ਪ੍ਰਾਪਤ ਹੋਏ ਰਾਵਰੀ। ਮੈਂ ਦੀਨਾਂ ਤੋਂ ਦੀਨ, ਗਰੀਬਾਂ ਤੋਂ ਗਰੀਬ ਤੇ ਅਧੀਨ ਹੋਇਆ ਵਿਕਾਰਾਂ ਦੇ। ਸੋ ਸੱਚੇ ਪਾਤਸ਼ਾਹ ਪੁਰਾਤਨ ਸਮੇਂ ਤੋਂ ਮੈਂ ਵਿਕਾਰਾਂ ਦੇ ਅਧੀਨ ਚੱਲਿਆ ਹੁਣ। ਜਿਹੜੇ ਅੰਗ ਹੋਣੇ ਚਾਹੀਦੇ ਨੇ ਨਾ ਤੇਰੀ ਪ੍ਰਾਪਤੀ ਵਾਸਤੇ, ਉਹ ਅੰਗ ਵੀ ਮੇਰੇ ਕੋਲ ਹੈ ਨਹੀਂ। ਸ਼ੁਭ ਗੁਣਾ ਰੂਪੀ ਅੰਗ ਹੈ ਨਹੀਂ। ਤੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਮੈਂ ਕਿਵੇਂ ਪ੍ਰਾਪਤ ਹੋ ਸਕਦਾ ਹਾਂ? ਮੈਨੂੰ ਕਿਵੇਂ ਢੋਈ ਮਿਲ ਸਕਦੀ ਤੁਹਾਡੇ ਚਰਨਾਂ 'ਚ? ਇੱਥੇ ਵੀ ਬਚਨਾ ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸਨ ਦੂਰ ਤੇ ਆਈ ਨਾਹਿਨ ਦਰਬ।
ਨਾਮ ਰੂਪੀ ਧਨ ਵੀ ਮੇਰੇ ਪਾਸ ਨਹੀਂ ਹੈ। ਨਾ ਜੋਬਨ ਮਾਤੀ ਤੇ ਜਵਾਨੀ ਚੜ੍ਹੀ ਹੋਵੇ ਤੇ ਜਵਾਨੀ 'ਚ ਮਸਤ ਹੁੰਦਾ ਕੋਈ ਜੀਵ ਮਨੁੱਖ। ਸੋ ਸੱਚੇ ਪਾਤਸ਼ਾਹ ਸ਼ੁਭ ਗੁਣਾ ਰੂਪੀ ਜੋਬਨ ਜਵਾਨੀ ਵੀ ਹੈ ਨਹੀਂ ਮੇਰੇ ਪਾਸ। ਤੇ ਮਾਤੀ ਦਾ ਅਰਥ ਮਸਤੀ ਹੋਈ, ਮਤਲਬ ਹੈ ਭਈ ਮੈਨੂੰ ਹੰਕਾਰ ਦੀ ਖੁਮਾਰੀ ਹੈ, ਮੈਂ ਹੰਕਾਰ 'ਚ ਮੱਤਿਆ ਹੋਇਆ। ਮੋਹੇ ਅਨਾਥ ਕੀ ਕਰੋ ਸਮਾਈ, ਮੈਂ ਅਨਾਥ ਯਤੀਮ ਹਾਂ, ਮੇਰੇ ਸਮਾਈ ਕਰੋ ਆਪਣੇ ਚਰਨਾਂ 'ਚ। ਭਾਵ ਮੈਨੂੰ ਸ਼ਰਨ ਵਿੱਚ ਥਾਂ ਦੇ ਦਿਓ ਵਾਹਿਗੁਰੂ ਜੀ, ਅਨਾਥ ਯਤੀਮ ਨੂੰ ਅੰਗੀਕਾਰ ਕਰ ਲਓ। ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਉ ਹੋ ਫਿਰਤ ਤਸਾਈ। ਹੇ ਵਾਹਿਗੁਰੂ ਜੀ, ਖੋਜਦਿਆਂ ਗਲੀਆਂ 'ਚ, ਜੰਗਲਾਂ 'ਚ, ਪਹਾੜਾਂ 'ਚ, ਸੋ ਅਨੇਕਾਂ ਥਾਵਾਂ 'ਤੇ ਜਿਵੇਂ ਬਚਨ ਹਨ, ਹਉ ਟੂੰ ਢਹਿੰਦੀ ਦਰਸ਼ਨ ਕਾਰਨ, ਬੀਥੀ ਪੇਖਾ ਗੁਰ ਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਲੇਖ ਲਿਖਿਆ ਧੁਰ ਮਾਥੈ, ਇਹ ਬਿਦ ਨਾਨਕ ਹਰ ਨੈਣ ਲੋਏ। ਸਤਿਗੁਰੂ ਨੇ ਪ੍ਰਾਪਤੀ ਦਾ ਵਸੀਲਾ ਦੱਸਦਾ ਤਰੀਕਾ ਕਿ ਮੈਂ ਦਰਸ਼ਨਾਂ ਵਾਸਤੇ ਖੋਜਦੀ ਫਿਰਦੀ ਸੀ, ਬੀਥੀ ਗਲੀ ਵਿੱਚ, ਮਤਲਬ ਅਨੇਕਾਂ ਸਾਧਨ। ਕਿਸੇ ਨੇ ਦੱਸਿਆ ਤਪੱਸਿਆ ਕਰ, ਕਿਸੇ ਨੇ ਕਿਹਾ ਯੋਗਾ ਅਭਿਆਸ ਕਰ, ਕਿਸੇ ਨੇ ਕਿਹਾ ਤੀਰਥਾਂ ਦੇ ਨਾਂ, ਕਿਸੇ ਨੇ ਕਿਹਾ ਦਾਨ ਕਰ। ਇਹ ਹੈ ਗਲੀ ਵਿੱਚ ਭਰਮਣਾ, ਬੀਥੀ ਪੇਖਾ। ਆਖਰ ਨੂੰ ਗੁਰੂ ਨੂੰ ਮਿਲ ਕੇ ਭਰਮ ਗਵਾਇਆ ਹੈ। ਪੂਰਾ ਗੁਰੂ ਮਿਲ ਪਿਆ, ਉਹਨੇ ਕਿਹਾ ਇਹਨਾਂ ਸਾਰਿਆਂ ਕੰਮਾਂ ਦੀ ਲੋੜ ਨਹੀਂ, ਆਪਣੀ ਅੰਦਰ ਦੀ ਨੀਅਤ ਨੂੰ ਰਾਸ ਕਰੋ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ। ਔਰ ਨਾਨਕ ਘਰ ਹੀ ਬੈਠਿਆਂ ਸਹੁ ਮਿਲਿਆ, ਜੇ ਨੀਅਤ ਰਾਸ ਕਰੇ। ਜੇ ਨੀਅਤ ਆਪਣੀ ਰਾਸ ਹੋ ਜਾਏ ਨਾ, ਸਚਾਈ ਵਾਲੀ ਬਣ ਜਾਏ, ਤੇ ਘਰ ਹੀ ਬੈਠਿਆਂ ਸ਼ਹੁ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ। ਸੋ ਗੁਰਮਿਲ ਭਰਮ ਗਵਾਇਆ ਹੈ, ਪਰ ਕਿੰਜ ਇਹ ਬੁੱਧ ਪਾਈ ਮੈਂ ਸਾਧੂ ਕੰਨੋਂ। ਇਹ ਬੁੱਧੀ ਪੁੱਗੇ ਹੋਏ ਮਹਾਤਮਾ ਸੰਤ ਦੇ ਪਾਸੋਂ ਤਰਫੋਂ ਪ੍ਰਾਪਤ ਹੋਈ ਵੀ ਪੂਰੇ ਗੁਰੂ ਤੋਂ ਬਗੈਰ ਬਿਨ ਗੁਰ ਪੂਰੇ ਨਾਹੀਂ ਉਧਾਰ ਨਹੀਂ ਹੋਣਾ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਲੇਖ ਲਿਖਿਓ ਧੁਰ ਮਾਥੈ। ਧੁਰੋਂ ਹੀ ਪਿਛਲੇ ਕਰਮਾਂ ਕਰਕੇ ਵਾਹਿਗੁਰੂ ਨੇ ਮਸਤਕ 'ਤੇ ਲੇਖ ਲਿਖਿਆ ਹੋਇਆ ਸੀ, ਤੇ ਇਸ ਕਰਕੇ ਰੱਬ ਦੇ ਪਿਆਰੇ ਮਿਲੇ, ਉਹਨਾਂ ਨੇ ਗੁਰੂ ਮਹਾਰਾਜ ਦੀ ਚਰਨੀ ਪਾਤਾ। ਤੇ ਇਹ ਵਿਧ ਨਾਨਕ ਹਰ ਨੈਣ, ਇਸ ਵਿਧੀ ਨਾਲ ਹਰੀ ਪ੍ਰਮਾਤਮਾ ਨੂੰ ਅੰਦਰਲੀਆਂ ਅੱਖਾਂ ਨਾਲ ਵੇਖ ਲਿਆ। ਸੋ ਹੇ ਵਾਹਿਗੁਰੂ ਜੀ, ਖੋਜਤ ਭਈ ਬੈਰਾਗਨ, ਖੋਜਦੀ ਮੈਂ ਬੈਰਾਗਣ ਹੋਈ, ਮੇਰੀ ਦਸ਼ਾ ਹੋ ਗਈ ਮਸਤਾਨਿਆਂ ਵਾਲੀ। ਅੰਦਰ ਪ੍ਰੇਮ ਬਹੁਤ ਹੋਣਾ ਤੇ ਆਵਲੇ ਬਾਵਲੇ ਜੇ ਹੋਏ ਫਿਰਨਾ। ਸੋ ਇਸ ਪ੍ਰਕਾਰ ਮੈਂ ਬੈਰਾਗਣ ਹੋਈ ਸੰਸਾਰ ਦੇ ਮੋਹ ਤੋਂ ਰਹਿਤ ਹੋ ਕੇ, ਵਿਰਾਗਣ ਹੋਈ, ਰੋਂਦੀ ਵਿਰਲਾਪ ਕਰਦੀ ਹੋਈ, ਤਰਲੇ ਲੈਂਦੀ ਤੁਰੀ ਫਿਰਦੀ, ਖੋਜਦੀ ਫਿਰਦੀ ਸੀ। ਪ੍ਰਭ ਦਰਸ਼ਨ ਕਉ ਹੋ ਫਿਰਤ ਤਸਾਈ, ਵਾਹਿਗੁਰੂ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਵਿੱਚ ਤਿਹਾਈ ਹੋਈ ਫਿਰਦੀ ਸੀ, ਪਿਆਸੀ ਹੋਈ ਫਿਰਦੀ ਸੀ। ਤੇ ਫਿਰ ਕੀ ਹੋਇਆ? ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਜਦੋਂ ਇਹੋ ਜਿਹੀ ਦਸ਼ਾ ਹੋਈ ਤੇ ਫਿਰ ਦੀਨਾਂ ਗਰੀਬਾਂ, ਆਜ ਨਿਮਾਣਿਆਂ, ਸ਼ਰਨ ਪੈਣ ਵਾਲਿਆਂ ਤੇ ਦਿਆਲੂ ਹੋਣ ਵਾਲਾ ਜੋ ਵਾਹਿਗੁਰੂ ਹੈ, ਕਿਰਪਾਲੂ ਸੁਭਾਅ ਵਾਲਾ, ਉਸ ਪ੍ਰਭੂ ਅਕਾਲ ਪੁਰਖ ਨੇ ਸਾਧ ਸੰਗਤ ਵਿੱਚ ਮਿਲਾ ਕੇ ਮੇਰੀ ਸੜਨ ਬੁਝਾਤੀ। ਜਾਂ ਇੰਝ ਵੀ ਅਰਥ ਕੀਤਾ ਹੈ, ਦੀਨ ਦਇਆਲ ਕਿਰਪਾਲ ਪ੍ਰਭੂ ਜੀ, ਤੁਸੀਂ ਬਖਸ਼ਿਸ਼ ਕੀਤੀ, ਮੈਂ ਸਾਧ ਸੰਗਤ ਵਿੱਚ ਮਿਲਿਆ ਤੇ ਸਾਧ ਸੰਗਤ ਨੇ ਮੇਰੀ ਜਲਨ ਬੁਝਾਤੀ। ਸਾਧਾਂ ਦੇ ਸੰਗ ਨੇ, ਸ੍ਰੇਸ਼ਟ ਜਨਾਂ ਦੇ ਸੰਗ ਸਾਥ ਵਿੱਚ ਰਹਿਣ ਕਰਕੇ ਮੇਰੀ ਜਲਨ ਬੁਝਾਈ। ਉਹਨਾਂ ਦੀ ਬਦੌਲਤ ਮੇਰੀ ਇਹ ਜਲਨ, ਜਿਹੜੀ ਸੜਨ ਸੀ ਅੰਦਰ, ਤਪਸ਼ ਸੀ ਵਿਕਾਰਾਂ ਦੀ, ਇਹ ਬੁਝਾ ਦਿੱਤੀ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਬਚਨ ਫਰਮਾਉਂਦੇ ਨੇ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। ਹੁਣ ਫਿਰ ਪ੍ਰੀਤ ਦਾ ਜ਼ਿਕਰ ਕਰ ਰਹੇ ਨੇ ਸਤਿਗੁਰੂ। ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨਹਿ ਛਾੜ ਦੁਬਿਧਾ ਕੀ ਕੁਰੀਆ। ਪ੍ਰੀਤਾਂ ਤਾਂ ਬੜੀਆਂ ਨੇ ਸੰਸਾਰ 'ਚ, ਕੋਈ ਪਤਨੀ ਪਤੀ ਨਾਲ ਪ੍ਰੀਤ ਕਰਦੀ ਹੈ, ਕੋਈ ਮਾਂ ਪੁੱਤ ਨਾਲ ਕਰ ਰਹੀ ਹੈ, ਮੱਛੀ ਦਾ ਜਲ ਦੇ ਨਾਲ ਪਿਆਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਹੈ, ਇਤਿਆਦਿਕ ਬੜੀਆਂ ਪ੍ਰੀਤਾਂ ਨੇ। ਪਰ ਇਹਨਾਂ ਸਾਰੀਆਂ ਪ੍ਰੀਤਾਂ 'ਚੋਂ ਵੱਡੀ ਪ੍ਰੀਤ ਤਾਂ ਗੁਰੀਆ, ਜਿਹੜੀ ਵੱਡੀ ਪ੍ਰੀਤ ਹੈ, ਮੋਹਨ ਲਾਲਨਾ, ਪਰਮੇਸ਼ਰ ਦੀ ਪ੍ਰੀਤੀ ਸੱਚੀ ਹੈ ਨਾ, ਤੋੜ ਨਿਭਣ ਵਾਲੀ। ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। ਇਸ ਕਰਕੇ ਪ੍ਰਭੂ ਅਕਾਲ ਪੁਰਖ ਨੂੰ ਮਿਲਬੇ ਕੋ, ਮਿਲਣ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਮਨ 'ਚ ਪ੍ਰੀਤ ਲੱਗ ਰਹੀ ਹੈ।
ਤੇ ਉਸ ਪ੍ਰੀਤ ਕਰਕੇ ਪਾਏ ਲੱਗਾਂ ਮੋਹਿ ਕਰੋ ਬੇਨਤੀ, ਕਉ ਸੰਤ ਮਿਲੈ ਵੱਡ ਭਾਗੀ। ਜੇ ਵੱਡ ਭਾਗ ਹੋਵੈ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਜੇ ਕੋਈ ਵੱਡਿਆਂ ਭਾਗਾਂ ਕਰਕੇ ਜਾਂ ਉਹ ਵਡਭਾਗੀ ਸੰਤ ਜਿਹੜਾ ਵਾਹਿਗੁਰੂ ਨੂੰ ਮਿਲਿਆ ਹੋਇਆ, ਉਹਦੇ ਸਭ ਤੋਂ ਵੱਡੇ ਭਾਗ ਨੇ ਨਾ। ਕੋਈ ਵਡਭਾਗੀ ਸੰਤ ਮੈਨੂੰ ਮਿਲ ਪਵੇ ਤਾਂ ਮੈਂ ਉਹਦੇ ਚਰਨੀ ਲੱਗਾ ਤੇ ਬਾਰ-ਬਾਰ ਹੱਥ ਜੋੜ ਬੇਨਤੀਆਂ ਕਰਾਂ। ਉਹਦੇ ਚਰਨੀ ਲੱਗ ਕੇ, ਉਹਦੇ ਚਰਨ ਫੜ ਕੇ ਮੈਂ ਬੇਨਤੀਆਂ ਕਰਾਂਗਾ ਕਿ ਵਾਹਿਗੁਰੂ ਨੂੰ ਮਿਲਣ ਦੀ ਪ੍ਰੀਤ ਹੈ ਜੀ ਰੱਬ ਦੇ ਪਿਆਰਿਓ। ਦੱਸੋ ਕਿਵੇਂ ਪ੍ਰਾਪਤੀ ਹੋਵੇ, ਕਿਵੇਂ ਮਿਲਾਪ ਹੋਵੇ? ਰਹਾਓ। ਮਨ ਅਰਪਉ ਧਨ ਰਾਖਉ ਆਗੈ, ਮਨ ਕੀ ਮਤ ਮੋਹਿ ਸਗਲ ਤਿਆਗੀ। ਭਰਮ ਭਟਕ ਕੇ ਵੇਖ ਲਿਆ, ਮਨ ਦੀਆਂ ਮਤਾਂ ਵਰਤ ਕੇ ਵੇਖ ਲਿਆ। ਤੇ ਹੁਣ ਕਹਿੰਦੇ ਇਹ ਇੱਛਾ ਬਣੀ ਹੈ ਕਿ ਜੇ ਐਸਾ ਕੋਈ ਵਡਭਾਗੀ ਸੰਤ ਮਿਲ ਪਵੇ ਤਾਂ ਮੈਂ ਉਹਦੇ ਅੱਗੇ ਆਪਣਾ ਮਨ ਵੀ ਅਰਪਣ ਕਰਾਂ ਤੇ ਮੈਂ ਧਨ ਵੀ ਜੋ ਕੁਛ ਮੇਰੇ ਕੋਲ ਆ ਉਹਦੇ ਅੱਗੇ ਰੱਖ ਦਿਆਂ ਤੇ ਜੋ ਮਨ ਦੀ ਮਤ ਹੈ ਉਹ ਮੈਂ ਸਾਰੀ ਤਿਆਗ ਦਿਆਂ। ਮਨ ਕੀ ਮਤ, ਹੁਣ ਮੈਂ ਬੇਨਤੀ ਕਰਾਂਗਾ ਕਿ ਰੱਬ ਦੇ ਸੰਤੋ, ਮੈਂ ਮਨ ਦੀ ਮਤ ਸਾਰੀ ਤਿਆਗ ਦਿੱਤੀ ਹੈ। ਮੈਂ ਮਨ ਵੀ ਅਰਪਣ ਕਰਦਾ ਹਾਂ, ਧਨ ਵੀ ਤੁਹਾਡੇ ਅੱਗੇ ਰੱਖਦਾ। ਇਸ ਤਰ੍ਹਾਂ ਮਿਲਾਪ ਕਰਾਓ। ਜਿਵੇਂ ਬਚਨ ਹਨ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ। ਤਿਸ 10 ਪਿਆਰੇ, ਜਿਹੜਾ ਤਿਸ ਪਿਆਰੇ ਦੀ 10 ਪਾ ਦੇਵੇ। ਸਿਰ ਧਰੀ ਉਤਾਰੇ, ਤਾਂ ਮੇਰੀ ਇਹ ਭਾਵਨਾ ਆਪਣਾ ਸਿਰ ਉਤਾਰ ਕੇ ਉਹਦੇ ਅੱਗੇ ਰੱਖ ਦਿਓ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੂਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਪੀ ਨਾ ਤੀਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀ। ਉਤਕੰਠਾ ਵੀ ਤੇ ਮਿਲਾਪ ਵੀ। ਸੋ ਇਸ ਪ੍ਰਕਾਰ ਇੱਥੇ ਹਜ਼ੂਰ ਦੱਸ ਰਹੇ ਨੇ ਕਿ ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਜਿਹੜਾ ਪ੍ਰਮਾਤਮਾ ਨਾਲ ਮਿਲਿਆ ਹੋਇਆ ਸੰਤ, ਉਸ ਪ੍ਰਭੂ ਦੀ ਹਰੀ ਕਥਾ, ਜਿਹਦੇ ਵਿੱਚ ਰੱਬ ਦੀ ਹੀ ਗੱਲ ਹੈ, ਜਿਹਦੇ ਵਿੱਚ ਪ੍ਰਮਾਤਮਾ ਦੀ ਹੀ ਵਡਿਆਈ ਹੈ, ਉਹਦੇ ਸਰੂਪ ਤੇ ਤਟਸਥੀ ਲੱਛਣਾਂ ਨੂੰ ਬਿਆਨ ਕਰਨ ਵਾਲੀ ਹਰੀ ਦੀ ਕਥਾ ਜਿਹੜਾ ਸੁਣਾਉਂਦਾ ਹੈ, ਆਨੰਦਨ ਫਿਰੋਂ ਤਿਸ ਪਿਛੈ ਵਿਰਾਗੀ, ਜਿਹੜਾ ਉਹਦੀ 10 ਮੈਨੂੰ ਪਾਏ, ਉਹਦੀਆਂ ਗੱਲਾਂ ਸੁਣਾਵੇ। ਸੋ ਇਸ ਪ੍ਰਕਾਰ ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ, ਬਚਨ ਜਿਵੇਂ ਆਏ ਨੇ। ਆਨੰਦਨ ਫਿਰੋਂ ਤਿਸ ਪਿਛੈ ਵਿਰਾਗੀ, ਵਿਰਾਗੀ ਹੋਈ ਜਾਂ ਵਿਰਾਗੀ ਹੋਇਆ ਮੈਂ ਰਾਤ ਦਿਨ ਉਹਦੇ ਪਿੱਛੇ, ਹਮ ਪਿਛੈ ਲਾਗ ਚੱਲੀ, ਉਹਦੇ ਪਿੱਛੇ ਤੁਰਿਆ ਫਿਰਾਂ, ਇਹ ਮੇਰੀ ਭਾਵਨਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। 2 ਤਰ੍ਹਾਂ ਨਾਲ ਅਰਥ ਕੀਤਾ ਭਈ ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਕੁਰ, ਯਾਨੀ ਜੋ ਕੁਝ ਪੂਰਬਲੇ ਕਰਮ ਕਮਾਏ ਹੋਏ ਸੀ ਉਹ ਜਦੋਂ ਫਲ ਦੇਣ ਨੂੰ ਤਿਆਰ ਹੋਏ, ਜਿਵੇਂ ਬੀਜ ਬੀਜੀਏ ਤੇ ਉੱਗਦਾ ਹੈ ਤੇ ਫਿਰ ਹੀ ਉਤੋਂ ਵੱਡਾ ਬੂਟਾ ਬਣਦਾ, ਫਿਰ ਉਹਨੂੰ ਫਲ ਲੱਗਦਾ। ਉਹ ਅੰਕੁਰ ਫੁੱਟਿਆ ਜਦੋਂ ਪੂਰਬਲੇ ਕਰਮਾਂ ਦਾ, ਉਹ ਜਦੋਂ ਅੰਕੁਰ ਪ੍ਰਗਟ ਹੋਏ ਤੇ ਭੇਟਿਓ ਪੁਰਖ ਰਸਕ ਬੈਰਾਗੀ, ਰਸਕ ਪ੍ਰਮਾਤਮਾ ਦੇ ਰਸ ਲੈਣ ਵਾਲੇ ਤੇ ਸੰਸਾਰ ਵੱਲੋਂ ਬੈਰਾਗੀ, ਐਸੇ ਪੁਰਖ ਪ੍ਰਮਾਤਮਾ ਦਾ ਪਿਆਰਾ ਜਿਹੜਾ ਸੀ, ਪਿਆਰੇ ਸੀ, ਉਹ ਭੇਟਿਓ ਮਿਲੇ ਤਾਂ ਉਹਨਾਂ ਨਾਲ ਮਿਲਾਪ ਹੋਇਆ। ਦੂਜਾ ਅਰਥ ਹੈ ਕਿ ਸਾਰਿਆਂ ਰਸਾਂ ਵਿੱਚ ਸਮਾਇਆ ਹੋਇਆ ਤੇ ਸਾਰਿਆਂ ਰਸਾਂ ਤੋਂ ਬੈਰਾਗੀ ਨਿਰਲੇਪ ਵਾਹਿਗੁਰੂ ਪੁਰਖ ਜਿਹੜਾ ਪੂਰਨ ਹੈ, ਉਹ ਭੇਟਿਓ ਮਿਲਿਆ। ਤੇ ਉਹ ਜਿਹੜੇ ਰਸਕ ਬੈਰਾਗੀ ਮਹਾਤਮਾ ਨੇ, ਉਹਨਾਂ ਦਾ ਅਰਥ ਵੀ ਹੈ, ਉਹਨਾਂ ਵਾਸਤੇ ਵੀ ਹੈ ਵੀ ਉਹ ਐਸੇ ਪੁਰਖ ਜੋ ਰਸਕ ਬੈਰਾਗੀ ਰੱਬ ਦਾ ਪਿਆਰਾ ਹੈ, ਪਰਮਾਤਮਾ ਦੇ ਨਾਮ ਦਾ ਰਸ ਲੈਣ ਵਾਲਾ, ਸੰਸਾਰ ਵੱਲੋਂ ਬੈਰਾਗੀ, ਐਸਾ ਜੋ ਪੁਰਖ ਹੈ ਸੰਤ, ਉਹ ਭੇਟਿਆ, ਉਹਦੇ ਨਾਲ ਮਿਲਾਪ ਹੋਇਆ। ਮੇਟਿਓ ਅੰਧੇਰ ਮਿਲਤ ਹਰ ਨਾਨਕ, ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ 'ਚ ਵਸਦਿਆਂ ਹੋਇਆਂ ਹਰੀ ਪਰਮਾਤਮਾ ਮਿਲ ਪਿਆ। ਹਰੀ ਨੂੰ ਮਿਲਦਿਆਂ ਹੀ ਮਿਟਿਓ ਅੰਧੇਰ, ਜਿਹੜਾ ਅੰਧੇਰ ਸੀ ਅੰਦਰ ਅਗਿਆਨ ਦਾ ਹਨੇਰਾ, ਉਹ ਦੂਰ ਹੋ ਗਿਆ। ਕਿਉਂਕਿ ਜਿੱਥੇ ਚਾਨਣ ਹੋ ਜਾਏ, ਦੀਵਾ ਬਲਿਆ ਅੰਧੇਰਾ ਜਾਏ। ਵਾਹਿਗੁਰੂ ਦੇ ਨਾਮ ਵਿੱਚ ਰੰਗੇ ਰਿਹਾ, ਪਰਮਾਤਮਾ ਦਾ ਦਰਸ਼ਨ ਹੋ ਗਿਆ, ਉੱਥੇ ਤੇ ਚਾਨਣ ਹੀ ਚਾਨਣ ਹੋ ਗਿਆ ਨਾ, ਗਿਆਨ ਹੀ ਗਿਆਨ, ਉੱਥੇ ਹਨੇਰਾ ਨਹੀਂ ਰਹਿ ਸਕਦਾ। ਹਰੀ ਨੂੰ ਮਿਲਦਿਆਂ ਸਾਰ ਅੰਧੇਰ ਮਿਟ ਗਿਆ। ਜਨਮ ਜਨਮ ਕੀ ਸੋਈ ਜਾਗੀ, ਮੈਂ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਸੀ, ਹੁਣ ਜਾਗ ਪਈ। ਅਥਵਾ ਜਿਹੜੀ ਸਾਡੀ ਬਿਰਤੀ ਜਨਮਾਂ ਜਨਮਾਂਤਰਾਂ ਦੀ ਅਵਿਦਿਆ ਦੀ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਹੋਈ ਸੀ, ਉਹ ਹੁਣ ਜਾਗ ਪਈ ਹੈ। ਮਾਇਆ ਦੇ ਹੱਲਿਆਂ ਤੋਂ, ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਹੋ ਗਈ ਹੈ ਬਿਰਤੀ। ਹੁਣ ਇਹਦਾ ਅਸਰ ਨਹੀਂ ਪੈਂਦਾ।
ਜਾਗੇ ਹੋਏ ਨੂੰ ਕੋਈ ਨਹੀਂ ਲੁੱਟ ਸਕਦਾ, ਸੁੱਤੇ ਹੋਏ ਨੂੰ ਲੋਕ ਲੁੱਟ ਲੈਂਦੇ ਨੇ। ਜਿਹੜਾ ਅਗਿਆਨਤਾ ਦੀ ਨੀਂਦ ਸੁੱਤਾ ਜਗਤ ਨੂੰ ਹੀ ਸੱਚਾ ਮੰਨ ਲਿਆ, ਇਹਦੇ ਰਸਾਂ ਕਸਾਂ ਨੂੰ ਸੱਚੇ ਮੰਨ ਲਿਆ, ਉਹਨੂੰ ਵਿਕਾਰ ਲੁੱਟਣਗੇ। ਜਿਹਦੇ ਅੰਦਰ ਜਾਗ ਆ ਗਈ ਹੈ ਉਹਨੂੰ ਕੋਈ ਵਿਕਾਰ ਨਹੀਂ ਲੁੱਟ ਸਕਦਾ। ਕੋਈ ਚੋਰ ਠੱਗ ਬਟਵਾੜਾ ਉਹਦਾ ਧਨ ਨਹੀਂ ਖੋਹ ਕੇ ਲਿਜਾ ਸਕਦਾ। ਸ਼ੁਭ ਗੁਣਾ ਰੂਪੀ ਧਨ ਇਹ ਵਿਕਾਰ ਨਹੀਂ ਲੁੱਟ ਸਕਦੇ। ਜਨਮਾਂ ਜਨਮਾਂਤਰਾਂ ਦੀ ਸੋਈ ਹੋਈ ਬਿਰਤੀ ਸੁੱਤੀ ਹੋਈ ਅਵਿਦਿਆ ਦੀ ਨੀਂਦ ਵਿੱਚ ਹੁਣ ਜਾਗ ਪਈ ਅਗਿਆਨ ਅਵਸਥਾ ਵਿੱਚ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਿਹਾ, ਨਿਕ ਸਰੇ ਪੰਖੀ ਸਿਮਰ ਹਰ ਪਾਂਖ। ਜੀਵ ਨੂੰ ਪੰਛੀ ਕਹਿ ਰਹੇ ਨੇ। ਕਬੀਰ ਜੀ ਨੇ ਕਿਹਾ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਮਨ ਪੰਛੀ ਹੈ। ਸੋ ਹਜ਼ੂਰ ਕਹਿੰਦੇ ਨੇ, ਹੇ ਪੰਛੀ ਨਿਕਲ ਆਲਣੇ ਵਿੱਚੋਂ ਬਾਹਰ, ਸੰਸਾਰ ਦੇ ਮੋਹ ਰੂਪੀ ਆਲਣੇ ਚੋਂ ਇਹ ਜੀਵ ਰੂਪ ਪੰਛੀ ਬਾਹਰ ਨਿਕਲ। ਤੇ ਜੇ ਤੂੰ ਚਾਹੁੰਦਾ ਨਾ ਲੰਬੀਆਂ ਉੱਚੀਆਂ ਉਡਾਰੀਆਂ ਮਾਰਨੀਆਂ ਤੇ ਉਹ ਖੰਭ ਚਾਹੀਦੇ ਨੇ, ਤੇਰੇ ਖੰਭ ਚੜੇ ਹੋਏ ਨੇ। ਸਿਮਰ ਹਰ ਪਾਂਖ, ਹਰੀ ਪਰਮਾਤਮਾ ਦਾ ਸਿਮਰਨ ਕਰ, ਇਹੀ ਸੱਚਖੰਡ ਤੱਕ ਉਡਾਰੀ ਮਾਰਨ ਲਈ ਖੰਭ ਹਨ। ਜਿਵੇਂ ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਸੀ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਜਿਸ ਦੇਸ਼ 'ਚੋਂ ਗੁਰੂ ਕੀ ਬਾਣੀ ਆਈ ਹੈ, ਬਾਣਾ ਆਇਆ ਹੈ, ਇਹ ਦਾਤ ਜਿਹੜੀ ਬਖਸ਼ੀ ਹੈ, ਉਸ ਦੇਸ਼ ਨੂੰ ਲੈ ਜਾਏਗੀ ਜਿਹੜਾ ਇਹ ਖੰਭ ਧਾਰਨ ਕਰ ਲੈ। ਇਸੇ ਤਰ੍ਹਾਂ ਸਿਮਰ ਹਰ ਪਾਂਖ, ਹਰੀ ਨੂੰ ਸਿਮਰ, ਇੱਕ ਪਾਂਖ ਪੰਖ ਖੰਭ ਹਨ। ਮਿਲ ਸਾਧੂ ਸਰਣ ਗਹੁ ਪੂਰਨ, ਸਾਧੂ ਸਤਿਗੁਰਾਂ ਨੂੰ ਮਿਲ ਕੇ, ਜੋ ਪੂਰਨ ਪ੍ਰਮਾਤਮਾ ਵਿਆਪਕ ਹੈ ਸਾਰੇ, ਉਸ ਦੀ ਸ਼ਰਨ ਗ੍ਰਹਿਣ ਕਰ। ਮਿਲ ਕੇ ਸਾਧੂ ਜਨਾਂ ਦੀ ਸੰਗਤ ਵਿੱਚ ਤੇ ਪੂਰਨ ਪ੍ਰਮਾਤਮਾ ਦੀ ਸ਼ਰਨ ਨੂੰ ਪਕੜ। ਰਾਮ ਰਤਨ ਹੀਰੇ ਸੰਗ ਰਾਖ, ਰਾਮ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਰਤਨ ਵਾਂਗ ਅਮੋਲਕ ਹੈ। ਜਿਵੇਂ ਰਤਨਾਂ ਨੂੰ ਖਾਸ ਤਰ੍ਹਾਂ ਦੀ ਮਖਮਲੀ ਡੱਬੀਆਂ 'ਚ ਪਾ ਪਾ ਕੇ ਤਜੌਰੀਆਂ ਜੰਦਰਿਆਂ ਅੰਦਰ ਰੱਖਿਆ ਜਾਂਦਾ ਸਾਂਭ ਕੇ, ਇਸੇ ਤਰ੍ਹਾਂ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਰਾਮ ਰੂਪੀ ਪਦਾਰਥ ਪਾ ਕੇ ਕਬੀਰ ਜੀ ਕਹਿੰਦੇ ਐਵੇਂ ਹਿਰਦੇ ਦੀਆਂ ਗੰਢਾਂ ਲੋਕਾਂ ਕੋਲ ਕੀ ਖੋਲ੍ਹਦੇ ਫਿਰਨਾ। ਉਹ ਪਾਰਖੂ ਨਹੀਂ, ਉਹ ਗਾਹਕ ਹੀ ਨਹੀਂ। ਨਾ ਉਹ ਬਾਜ਼ਾਰ, ਨਾ ਉਹ ਸ਼ਹਿਰ, ਨਾ ਪਾਰਖੂ ਲੋਕ, ਨਾ ਗਾਹਕ, ਨਾ ਮੁੱਲ ਕੋਈ ਉਹਦਾ। ਸੋ ਇਸ ਪ੍ਰਕਾਰ ਕੋ ਅਧਿਕਾਰੀ ਆਏ ਤੇ ਫਿਰ ਉਹਦੇ ਨਾਲ ਅੰਦਰ ਦੀ ਗੱਲ ਕਰੋ। ਰਾਮ ਰਤਨ ਹੀਰੇ ਸੰਗ ਰਾਖ, ਰਾਮ ਰੂਪੀ ਰਤਨ ਨੂੰ, ਰਾਮ ਦੇ ਨਾਮ ਰੂਪੀ ਰਤਨ ਨੂੰ ਹੀਰੇ ਹਿਰਦੇ ਦੇ ਸੰਗ ਸਾਥ ਸਾਂਭ ਕੇ ਰੱਖ। ਰਹਾਉ ਭ੍ਰਮ ਕੀ ਕੂਈ, ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਜਿਹੜਾ ਸੰਸਾਰ ਹੈ ਨਾ, ਇਹਦੇ ਵਿੱਚ ਭਰਮ ਦੀ ਖੂਹੀ ਹੈ। ਜਿਹੜਾ ਭਟਕਣਾ ਹੈ ਨਾ ਮਨ ਦੀ, ਇਹ ਖੂਹੀ ਹੈ, ਇਹਦੇ 'ਚ ਤੂੰ ਡਿੱਗ ਰਿਹਾ। ਤ੍ਰਿਸ਼ਨਾ ਰਸ ਪੰਕਜ, ਤੇ ਜਿਵੇਂ ਖੂਹੀ ਦੇ ਵਿੱਚ ਪੁਰਾਣੀ ਖੂਹੀ ਹੋਵੇ ਤੇ ਗਾਰ ਬਣੀ ਹੋਈ ਹੋਵੇ। ਜਿਹੜਾ ਵਿਕਾਰਾਂ ਦੀ ਧਨ ਬਹੁਤਾ ਜਮ੍ਹਾਂ ਕਰਨ ਦੀ ਤ੍ਰਿਸ਼ਨਾ ਹੈ, ਤੇ ਇਸੇ ਤਰ੍ਹਾਂ ਰਸ ਨੇ ਵਿਕਾਰਾਂ ਦੇ, ਇਹ ਸਾਰਾ ਕੁਝ ਪੰਕਜ, ਇਹ ਚਿੱਕੜ ਹੈ। ਫਿਰ ਹੋਰ ਵੀ ਕੁਛ ਹੈ ਇਸ ਖੂਹੀ 'ਚ। ਅਤ ਤੀਖਣ ਮੋਹ ਕੀ ਫਾਸ, ਇਹਦੇ ਵਿੱਚ ਇੱਕ ਫਾਈ ਗੱਡੀ ਹੋਈ ਹੈ। ਉਹ ਖੂਹ ਜਿਹਦੇ ਚਿੱਕੜ ਹੈ, ਫਸ ਜਾਈਦਾ ਥੱਲੇ ਡਿੱਗ ਕੇ, ਤੇ ਨਾਲ ਉੱਥੇ ਅਤਿਅੰਤ ਤਿੱਖੀ ਮੋਹ ਦੀ ਫਾਸ, ਫਾਈ ਵੀ ਗੱਡੀ ਹੋਈ ਹੈ ਬੜੀ ਤਿੱਖੀ। ਤੇ ਉਸ ਤਿੱਖੀ ਸੂਲ ਵੱਜਣ ਕਰਕੇ ਤੇਰਾ ਸਤਿਆਨਾਸ਼ ਹੋ ਜਾਣਾ। ਐਸਾ ਮਹਾਰਾਜ ਕਹਿੰਦੇ ਹੋ ਰਿਹਾ ਸੰਸਾਰ 'ਚ। ਫਿਰ ਕੱਟ ਨਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਗੇ ਕਰੋ ਨਿਵਾਸ। ਇਸ ਫਾਈ ਨੂੰ ਕੱਟਣ ਵਾਲੇ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਜੀ ਜੋ ਗੋਬਿੰਦ ਸਰੂਪ ਹਨ, ਸਾਰੇ ਜਗਤ ਦੇ ਗੁਰੂ ਗੋਬਿੰਦ ਪਰਮੇਸ਼ਰ ਅਕਾਲ ਪੁਰਖ ਜੀ ਹਨ, ਉਹੀ ਫਾਈ ਕੱਟ ਸਕਦੇ ਨੇ। ਚਰਨ ਕਮਲ ਤਾਗੇ ਕਰੋ ਨਿਵਾਸ, ਉਹਨਾਂ ਦੇ ਜਿਹੜੇ ਕਮਲ ਵਰਗੇ ਸੋਹਣੇ ਚਰਨ ਨੇ ਨਾ, ਉਹਨਾਂ ਦਾ ਨਿਵਾਸ ਹਿਰਦੇ 'ਚ ਕਰੋ। ਉਹਨਾਂ ਚਰਨਾਂ ਨੂੰ ਹਿਰਦੇ 'ਚ ਵਸਾਓ, ਉਹਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਆਪਣਾ ਨਿਵਾਸ ਕਰੋ। ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾਨਾਥ ਸੁਨੋ ਅਰਦਾਸ। ਤੇ ਇੰਜ ਬੇਨਤੀ ਕਰੋ ਕਿ ਹੇ ਗੋ ਪ੍ਰਿਥਵੀ ਦੇ ਬਿੰਦ ਰਖਿਅਕ ਸਰੂਪ, ਹੇ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ, ਹੇ ਗੁਰਾਂ ਦੀ ਬਾਣੀ ਦੁਆਰਾ ਬਿੰਦ ਜਾਣੇ ਜਾਣ ਵਾਲੇ ਵਾਹਿਗੁਰੂ, ਹੇ ਪ੍ਰਭੂ ਰਖਿਅਕ ਸਰੂਪ, ਹੇ ਪ੍ਰਭੂ ਮਾਲਕ ਪ੍ਰੀਤਮ ਪ੍ਰੀਤ ਕਰਨ ਯੋਗ ਪਿਆਰੇ ਜੀ, ਕਿਰਪਾ ਕਰੋ। ਹੇ ਦੀਨਾਂ ਦੇ ਨਾਥ, ਗਰੀਬਾਂ ਦੇ ਨਾਥ ਮਾਲਕ ਖਸਮ ਜੀ,
ਸਾਡੀ ਵੀ ਅਰਦਾਸ ਸੁਣੋ, ਬੇਨਤੀ ਸੁਣੋ ਸੱਚੇ ਪਾਤਸ਼ਾਹ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਜੇ ਤੁਹਾਨੂੰ ਚੰਗਾ ਲੱਗੇ ਤਾਂ ਸਾਡੀ ਬੇਨਤੀ ਵੀ ਸੁਣ ਲਓ। ਕਰ ਗਹਿ ਲੇਹੋ ਨਾਨਕ ਕੇ ਸੁਆਮੀ। ਹੇ ਮੇਰੇ ਸੁਆਮੀ, ਮੈਂ ਦਾਸ ਦੇ ਸੁਆਮੀ ਮਾਲਕ ਵਾਹਿਗੁਰੂ ਜੀ, ਮੇਰਾ ਹੱਥ ਫੜ ਲਓ। ਕਰ ਗਹਿ ਲਿਓ, ਹੱਥ ਪਕੜ ਲਵੋ ਸੱਚੇ ਪਾਤਸ਼ਾਹ, ਮਨ ਰੂਪੀ ਹੱਥ ਫੜ ਲਓ। ਜੀਓ ਪਿੰਡ ਸਭ ਤੇ ਤੁਮਰੀ ਰਾਸ। ਮਹਾਰਾਜ ਸਾਡਾ ਹੈ ਹੀ ਕੁਛ ਨਹੀਂ, ਇਹ ਜਿੰਦ ਵੀ ਤੁਹਾਡੀ ਬਖਸ਼ੀ ਹੋਈ, ਇਹ ਪਿੰਡ ਸਰੀਰ ਵੀ ਇਹ ਤੁਹਾਡਾ ਸਰਮਾਇਆ ਹੈ, ਤੁਹਾਡੀ ਰਾਸ ਪੂੰਜੀ ਹੈ, ਤੁਸਾਂ ਹੀ ਬਖਸ਼ੀ, ਤੁਹਾਡੇ ਅਧੀਨ। ਜਦੋਂ ਮਰਜ਼ੀ ਸਾਥੋਂ ਖੋਲੋ, ਤੁਹਾਡੇ ਕੋਲ ਹੀ ਹੈ ਸਭ ਕੁਝ ਸੱਚੇ ਪਾਤਸ਼ਾਹ, ਸਾਡਾ ਕੁਛ ਨਹੀਂ ਹੈ। ਇਹ ਜਿੰਦ ਵੀ ਪਿੰਡ ਸਰੀਰ ਸਭ ਤੁਹਾਡੀ ਬਖਸ਼ੀ ਹੋਈ ਰਾਸ ਪੂੰਜੀ ਸਰਮਾਇਆ ਹੈ ਜੀ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਬਚਨ ਫਰਮਾਉਂਦੇ ਨੇ, ਹਰ ਪੇਖਨ ਕੋ ਸਿਮਰਤ ਮਨ ਮੇਰਾ। ਇਹਦੇ ਮੇਰਾ ਮਨ ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਸਿਮਰਦਾ ਹੈ ਪਰਮਾਤਮਾ ਨੂੰ, ਕਾਹਦੇ ਵਾਸਤੇ? ਹਰ ਪੇਖਨ ਕੋ, ਹਰੀ ਨੂੰ ਵੇਖਣ ਵਾਸਤੇ, ਕਿ ਵੇਖ ਲਵਾਂ ਮੇਰਾ ਵਾਹਿਗੁਰੂ ਪਿਆਰਾ ਕਿਹੋ ਜਿਹਾ ਹੈ। ਹਰੀ ਦੇ ਦਰਸ਼ਨ ਕਰਨ ਵਾਸਤੇ ਮੇਰਾ ਮਨ ਹੁਣ ਸਿਮਰਨ ਕਰਦਾ, ਸਿਮਰਦਾ, ਯਾਦ ਕਰਦਾ, ਵਾਹਿਗੁਰੂ ਨੂੰ ਚੇਤੇ ਕਰ ਰਿਹਾ ਹੈ। ਆਸ ਪਿਆਸੀ ਚਿਤਵੋਂ ਦਿਨ ਰਹਿਣੀ। ਬੜੇ ਲੰਮੇ ਸਮੇਂ ਤੋਂ ਜਿਹੜੀ ਲੱਗੀ ਇੱਛਾ ਨੂੰ ਆਸ ਕਹਿੰਦੇ ਨੇ, ਪਿਆਸੀ। ਸੋ ਸੱਚੇ ਪਾਤਸ਼ਾਹ ਉਸ ਆਸ ਕਰਕੇ ਮੈਂ ਪਿਆਸੀ ਬਣ ਰਹੀ ਹਾਂ ਤੇ ਚਿਤਵਦੀ ਹਾਂ ਦਿਨੇ ਰਾਤ। ਹੈ ਕੋਈ ਸੰਤ ਮਿਲਾਵੇ ਨੇਰਾ। ਇਸ ਚਿਤਵਨੀ ਵਿੱਚ ਹਾਂ ਕਿ ਕੋਈ ਐਸਾ ਹੈ ਰੱਬ ਦਾ ਪਿਆਰਾ ਸੰਤ ਜਿਹੜਾ ਮੈਨੂੰ ਪਰਮਾਤਮਾ ਨੇੜੇ ਲਿਆ ਕੇ ਮਿਲਾ ਦੇ। ਹੈ ਕੋਈ ਸੰਤ ਮਿਲਾਵੇ ਨੇਰਾ, ਜਿਹੜਾ ਨੇੜੇ ਹੀ ਵਸਦਾ ਵਾਹਿਗੁਰੂ, ਉਹਦੇ ਨਾਲ ਮੇਰੀ ਵਿੱਥ ਪਈ ਹੋਈ ਆ, ਉਹ ਉਸ ਦੇ ਨਾਲ ਮਿਲਾ ਦੇਵੇ। ਕੋਈ ਐਸਾ ਹੈ ਸੰਤ? ਮੈਂ ਇਸ ਚਿਤਵਨੀ ਵਿੱਚ ਹਾਂ। ਰਹਾਓ। ਸੇਵਾ ਕਰੋ ਦਾਸ ਦਾਸਨ ਕੀ। ਜਿਹੜਾ ਐਸਾ ਕੋਈ ਰੱਬ ਦਾ ਦਾਸ ਹੈ ਨਾ, ਉਹਦੇ ਦਾਸਾਂ ਦੀ ਵੀ ਸੇਵਾ ਕਰਨ ਲਈ ਮੈਂ ਤਿਆਰ ਹਾਂ। ਮੇਰੀ ਇਹ ਭਾਵਨਾ ਹੈ ਕਿ ਰੱਬ ਦੇ ਸੰਤ ਦੇ ਦਾਸਾਂ ਸੇਵਾਦਾਰਾਂ ਦੀ ਵੀ ਮੈਂ ਸੇਵਾ ਕਰਾਂ। ਅਨਕ ਭਾਂਤ ਤਿਸ ਕਰੋ ਨਿਹੋਰਾ। ਇਹ ਗੁਰੂ ਕੀ ਬਾਣੀ ਦੇ ਬਚਨ ਸੁਣ ਸੁਣ ਕੇ ਐਸਾ ਅਸਰ ਹੁੰਦਾ। ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਬਚਨ ਸੁਣਾਇਆ ਸੀ ਕਿ ਇੱਕ ਵਾਰੀ ਸੰਤ ਗੁਰਬਚਨ ਸਿੰਘ ਖਾਲਸਾ ਜੀ ਇਸ਼ਨਾਨ ਕਰਕੇ ਹਟੇ ਤੇ ਹੋਰ ਕੋਈ ਸਿੰਘ ਲਾਗੇ ਨਹੀਂ ਸੀ। ਮੈਂ ਹੀ ਉਹਨਾਂ ਨੂੰ ਕਸ਼ਹਿਰਾ ਫੜਾਉਣਾ ਸੀ ਸੁੱਕਾ, ਤੇ ਉਹਨਾਂ ਬਦਲਣਾ ਸੀ। ਉਸ ਵੇਲੇ ਮੌਕਾ ਜਾਣ ਕੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਮੇਰਾ ਅਗਲਾ ਜਨਮ ਕਿੱਥੇ ਹੋਏਗਾ? ਤਾਂ ਉਹਨਾਂ ਕਿਹਾ ਸੱਚਖੰਡ ਵਾਸੀਆਂ ਨੇ, ਭਈ ਭਾਈ ਠਾਕੁਰ ਸਿੰਘ ਜੀ, ਤੁਹਾਡਾ ਕੋਈ ਜਨਮ ਨਹੀਂ ਹੈ, ਤੁਸੀਂ ਜਨਮ ਮਰਨ ਤੋਂ ਰਹਿਤ ਹੋ ਚੁੱਕੇ ਹੋ। ਤੁਸੀਂ ਸਾਡੀ ਸੇਵਾ ਵਾਸਤੇ ਆਏ ਸੀ ਤੇ ਹੁਣ ਜਦੋਂ ਅਸੀਂ ਜਾਣਾ, ਸਾਡੀ ਤਾਂ ਇੱਛਾ ਵੀ ਤੁਹਾਨੂੰ ਨਾਲ ਲੈ ਚੱਲੀਏ। ਤਾਂ ਬਾਬਾ ਜੀ ਕਹਿੰਦੇ, ਮੈਂ ਬੋਲਿਆ ਤਾਂ ਨਾ, ਮੇਰੇ ਮਨ 'ਚ ਫੁਰਨਾ ਇਹ ਆਇਆ ਵੀ ਮਹਾਂਪੁਰਸ਼ੋ ਤੁਹਾਡੀ ਸੇਵਾ ਕਰਕੇ ਤਾਂ ਮੈਨੂੰ ਖੁਸ਼ੀ ਮਿਲ ਗਈ ਹੈ, ਪਰ ਜਿਹੜੇ ਤੁਹਾਡੇ ਸੇਵਕ ਨੇ ਨਾ, ਤੁਹਾਡੇ ਤੋਂ ਪੜ੍ਹੇ ਹੋਏ ਸਿੰਘ, ਇਹ ਵੀ ਗੁਰੂ ਕੇ ਪਿਆਰੇ ਸਿੰਘ ਨੇ, ਬੜੀ ਬੰਦਗੀ ਕਰਨ ਵਾਲੇ ਨੇ, ਤੁਹਾਡੇ ਸੇਵਾਦਾਰ ਜੋ ਹੋਏ, ਅਤੇ ਮੈਂ ਇਹਨਾਂ ਦੀ ਵੀ ਸੇਵਾ ਕਰਨੀ ਚਾਹੁੰਦਾ। ਤਾਂ ਮਹਾਂਪੁਰਸ਼ਾਂ ਨੇ ਉਹ ਫੁਰਨਾ ਬੁੱਝ ਲਿਆ। ਕਹਿਣ ਲੱਗੇ, ਭਾਈ ਠਾਕੁਰ ਸਿੰਘ ਜੀ, ਤੁਸੀਂ ਫੁਰਨਾ ਕਰ ਲਿਆ, ਹੁਣ ਅਸੀਂ ਚਲੇ ਜਾਣਾ, ਤੁਸੀਂ ਮਗਰੋਂ ਜਦੋਂ ਸੇਵਾ ਕਰ ਕਰਕੇ ਰੱਜ ਜਾਓਗੇ ਨਾ, ਉਦੋਂ ਆ ਜਾਇਓ। ਸੋ ਇਸ ਪ੍ਰਕਾਰ ਐਸੀ ਭਾਵਨਾ ਕਿ ਰੱਬ ਦੇ ਸੰਤਾਂ ਦੇ ਸੇਵਾਦਾਰਾਂ ਦੀ ਵੀ ਸੇਵਾ ਕਰਨੀ ਹੈ। ਜਿਹੜੇ ਰੱਬ ਦੇ ਸੰਤ ਦੇ ਸੇਵਕ ਨੇ ਨਾ, ਉਹਦੀ ਵੀ ਸੇਵਾ ਕਰਾਂ। ਸੋ ਇਸ ਪ੍ਰਕਾਰ ਹੀ ਸੇਵਾ ਕਰੋ ਦਾਸ ਦਾਸਨ ਕੀ। ਦਾਸਾਂ ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿਖਰੀ। ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨ ਪੇਖਰੀ। ਦਾਸਾ ਭਾਵ ਧਾਰ ਕੇ ਰੱਬ ਦੇ ਸੰਤ ਜਿਹੜੇ ਦਾਸ ਨੇ, ਉਹਨਾਂ ਦੇ ਦਾਸਾਂ ਦੀ ਸੇਵਾ ਕਰਾਂ। ਅਨਕ ਭਾਂਤ ਤਿਸ ਕਰੋ ਨਿਹੋਰਾ। ਤੇ ਅਨੇਕਾਂ ਭਾਂਤਾਂ ਤਰੀਕਿਆਂ ਨਾਲ ਨਿਮਰਤਾ ਧਾਰ ਕੇ ਸ਼ਰਨ ਪੈ ਕੇ ਮੈਂ ਨਿਹੋਰਾ ਬੇਨਤੀਆਂ ਕਰਾਂ, ਤਰਲੇ ਕਰਾਂ, ਦਰਸ਼ਨ ਕਰਾਂ, ਨਮਸਕਾਰਾਂ ਕਰਾਂ ਔਰ ਸੇਵਾ ਕਰਾਂ। ਤੇ ਨਿਹੋਰਾ ਮੈਂ ਉਹਨਾਂ ਕੋਲ ਬੇਨਤੀਆਂ ਕਰਾਂ, ਤਰਲੇ ਕਰਾਂ ਅਨੇਕਾਂ ਤਰ੍ਹਾਂ ਨਾਲ। ਤੁਲਾ ਧਾਰ ਤੋਲੇ ਸੁਖ ਸਗਲੇ। ਕਿਉਂਕਿ ਤੱਕੜੀ 'ਚ ਧਾਰ ਕੇ ਪਾ ਕੇ ਦੁਨੀਆ ਦੇ ਸਾਰੇ ਤਮਾਮ ਸੁੱਖ ਤੋਲ ਕੇ ਵੇਖ ਲੈ ਨੇ, ਸਾਰੇ ਸੁੱਖ ਹੀ ਹੌਲੇ ਨੇ। ਬਿਨ ਹਰ ਦਰਸ ਸਭੋ ਹੀ ਥੋੜਾ। ਜਿਹੜਾ ਵਾਹਿਗੁਰੂ ਦੇ ਦਰਸ਼ਨਾਂ ਦਾ ਸੁੱਖ ਹੈ, ਉਹਨਾਂ ਦਰਸ਼ਨਾਂ ਤੋਂ ਬਗੈਰ
ਸਭ ਕੁਝ ਹੀ ਦੁਨੀਆ ਦੇ ਲੋਕ ਪਰਲੋਕ ਦੇ तमाम ਸੁੱਖ ਸਭ ਹੌਲੇ ਹੀ ਨੇ। ਸਭੋ ਹੀ ਥੋੜਾ, ਸਭ ਕੁਝ ਥੋੜਾ ਹੀ ਥੋੜਾ, ਹੋਛਾ ਹੀ ਹੋਛਾ ਹੈ, ਥੋੜ ਵਿਤਾਈ ਹੈ, ਕੁਛ ਵੀ ਨਹੀਂ ਉਹਦੇ ਬਰਾਬਰ। ਇਹ ਸਭ ਕੁਝ ਹੌਲਾ ਹੈ। ਹਰੀ ਦੇ ਦਰਸ਼ਨ ਨਾ ਹੋਣ ਤੇ ਹੋਰ ਸਭ ਕੁਝ ਪ੍ਰਾਪਤ ਹੋਵੇ ਕਿਸੇ ਕੰਮ ਨਹੀਂ। ਸੰਤ ਪ੍ਰਸਾਦ ਗਾਏ ਗੁਣ ਸਾਗਰ, ਕਹਿੰਦੇ ਰੱਬ ਦੇ ਸੰਤ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਸਾਧੂ ਸੰਤ ਸ਼ਾਂਤ ਆਤਮਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਨ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਐਸੇ ਜਿਹੜੇ ਸੰਤ ਨੇ ਉਹਨਾਂ ਦੀ ਪ੍ਰਸਾਦ ਕਿਰਪਾ ਦੁਆਰਾ ਅਸੀਂ ਵੀ ਗੁਣਾਂ ਦੇ ਸਾਗਰ ਅਕਾਲ ਪੁਰਖ ਦੇ ਗੁਣ ਗਾ ਰਹੇ ਹਨ। ਜਿਹੜਾ ਸਾਗਰ ਹੈ ਸਾਰੇ ਗੁਣਾਂ ਦਾ, ਉਹਦੇ ਗੁਣ ਗਾਉਣ ਵਾਸਤੇ ਸਾਨੂੰ ਵੀ ਦਾਤ ਮਿਲ ਗਈ। ਜਨਮ ਜਨਮ ਕੋ ਜਾਤ ਬਹੋਰਾ, ਸਾਡੇ ਜਨਮਾਂ ਜਨਮਾਂਤਰਾਂ ਵਿੱਚ ਜਿਹੜੇ ਅਸੀਂ ਜਾਤ ਗਏ ਸੀ, ਜਾਂਦੇ ਸਾਂ ਨਾ ਜਨਮਾਂ ਜਨਮਾਂਤਰਾਂ 'ਚ ਪੁੱਠੇ ਪਾਸੇ, ਸਾਨੂੰ ਜਨਮਾਂ ਜਨਮਾਂਤਰਾਂ 'ਚ ਜਿਉਂਦਿਆਂ ਹੋਇਆਂ ਨੂੰ, ਜਨਮ ਲੈਂਦਿਆਂ ਨੂੰ ਬਹੋੜਾ ਮੋੜ ਲਿਆ। ਸਾਨੂੰ ਜਨਮਾਂ ਜਨਮਾਂਤਰਾਂ 'ਚ ਭਾਉਂਦਿਆਂ ਭਟਕਦਿਆਂ ਨੂੰ ਬਹੋਰਾ ਬਹੋੜ ਲਿਆ, ਮੋੜ ਲਿਆ ਜਿਸ ਵਾਹਿਗੁਰੂ ਨੇ। ਗੁਣ ਗਾਉਣ ਕਰਕੇ ਅਸੀਂ ਪਿਛਾਂ ਮੁੜ ਪਏ ਟੇਢੀਆਂ ਜੂਨਾਂ 'ਚ ਪੈਣ ਵੱਲੋਂ। ਆਨੰਦ ਸੂਖ ਭੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ, ਕਹਿੰਦੇ ਹਰੀ ਪਰਮਾਤਮਾ ਦਾ ਮਿਲਾਪ ਹੋਇਆ ਉਹਨਾਂ ਰੱਬ ਦੇ ਸੰਤਾਂ ਦੀ ਬਦੌਲਤ, ਤਾਂ ਫਿਰ ਸਾਨੂੰ ਅੰਦਰ ਆਤਮੇ ਆਨੰਦ ਦੀ ਪ੍ਰਾਪਤੀ ਹੋਈ। ਮਾਨਸਿਕ ਤੌਰ 'ਤੇ ਆਨੰਦ ਹੀ ਆਨੰਦ, ਆਨੰਦ ਸਰੂਪ ਹੈ ਵਾਹਿਗੁਰੂ, ਅਤੇ ਇਸ ਕਰਕੇ ਉਹਦੇ ਮਿਲਾਪ ਕਰਕੇ ਤਾਂ ਆਨੰਦ ਹੀ ਮਿਲਣਾ। ਸਾਰੇ तमाम ਸੁੱਖ ਉਹ ਪਰਮ ਸੁੱਖ ਹੈ ਵਾਹਿਗੁਰੂ। ਜਨਮ ਕਰਤਾਰਥ, ਜਿਹੜਾ ਮਨੁੱਖਾ ਜਨਮ ਸੀ ਇਹਦੇ 'ਚ ਅਸੀਂ ਕਰਤਾਰਥ ਹੋ ਗਏ, ਕ੍ਰਿਤ ਧਨ ਧਨ ਹੋ ਗਿਆ। ਮਨੁੱਖਾ ਜਨਮ ਕਰਤਾਰਥ ਹੋ ਗਿਆ, ਧਨ ਧਨ ਹੋ ਗਿਆ, ਸਫਲਾ ਹੋ ਗਿਆ। ਸਫਲ ਸਵੇਰਾ, ਅਤੇ ਕਹਿੰਦੇ ਵੇਲੇ ਸਿਰ ਹੀ ਸਫਲਤਾ ਮਿਲ ਗਈ ਇਸ ਜਨਮ ਵਿੱਚ। ਇਹ ਵੇਲਾ ਮਨੁੱਖਾ ਜਨਮ ਜਿਹੜਾ ਇਹ ਸਵੇਰਾ, ਸ੍ਰੇਸ਼ਟ ਵੇਲੇ ਦਾ ਨਾਮ ਹੈ ਸਵੇਰਾ, ਸ੍ਰੇਸ਼ਟ ਵੇਲਾ, ਭਲੇ ਵੇਲੇ ਹੀ। ਸੋ ਇਸ ਪ੍ਰਕਾਰ ਵੇਲੇ ਸਿਰ ਹੀ, ਚੰਗੇ ਸਮੇਂ ਹੀ ਜਨਮ ਸਫਲਾ ਹੋ ਗਿਆ, ਕਰਤਾਰਥ ਹੋ ਗਏ, ਕਲਿਆਣ ਹੋ ਗਈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਪੂਰਬੀ ਵੰਨਗੀ ਹੈ। ਗੁਰਦੇਵ ਪੰਚਮ ਪਾਤਸ਼ਾਹ ਦੇ ਮੁਬਾਰਕ ਮੁੱਖ ਵਾਕ ਬੋਲ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਬੀਜ ਰੂਪ ਮੰਗਲ ਉਚਾਰਦੇ ਨੇ ਹਜ਼ੂਰ। ਇੱਕੋ ਇੱਕ ਵਾਹਿਗੁਰੂ ਓੰਕਾਰ ਸਭਨਾਂ ਨੂੰ ਰਚਣਹਾਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਕਿਨ ਬਿਧ ਮਿਲੈ ਗੁਸਾਈ ਮੇਰੇ ਰਾਮ ਰਾਏ, ਮੇਰੇ ਜੋ ਰਾਮ ਰਮੇ ਹੋਏ ਰਾਏ ਰਾਜਾ ਰੂਪ ਹਨ, ਗੁਸਾਈ ਸ੍ਰਿਸ਼ਟੀ ਦੇ ਮਾਲਕ ਹਨ। ਕਿਸ ਵਿਧੀ ਨਾਲ ਭਾਈ ਉਹ ਮਿਲਦਾ ਹੈ ਵਾਹਿਗੁਰੂ ਜੀ ਨੂੰ, ਕਿਸ ਵਿਧੀ ਨਾਲ ਮਿਲਿਆ ਜਾ ਸਕਦਾ? ਐਸੇ ਗੁਸਾਈ ਮੇਰੇ ਰਾਮ ਰਾਜਾ ਜੀ ਕਿਸ ਵਿਧੀ ਨਾਲ ਮਿਲਦੇ ਹਨ ਜੀ? ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ, ਕੋਈ ਐਸਾ ਸੰਤ ਹੋਵੇ ਜਿਹੜਾ ਸਹਿਜ ਗਿਆਨ ਅਤੇ ਸੁੱਖਾਂ ਦਾ ਦਾਤਾ ਹੋਵੇ, ਜਿਹਦੇ ਅੰਦਰ ਸਹਿਜ ਹੋਵੇ ਅਤੇ ਸੁੱਖ ਨੂੰ ਪ੍ਰਾਪਤ ਹੋਇਆ ਹੋਵੇ ਅਤੇ ਅਗਾਂਹ ਸੁੱਖ ਵੰਡਣ ਵਾਲਾ ਸੁਖਦਾਤਾ ਹੋਵੇ। ਮੋਹੇ ਮਾਰਗ ਦੇ ਬਤਾਏ, ਮੇਰੇ ਤਾਈਂ ਉਹ ਮਾਰਗ ਬਤਾ ਦੇਵੇ, ਦੱਸ ਦੇਵੇ ਕਿ ਕਿਸ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮੈਂ ਤਾਂ ਰਾਹ ਪੁੱਛਦਾ ਫਿਰਦਾ। ਪੰਥ ਦਸਾਵਾ ਨਿਤ ਖੜੀ, ਦਸਾਵਾ ਪੁੱਛਣ ਦਾ ਨਾਂ। ਪੰਥ ਦਸਾਵਾ ਨਿਤ ਖੜੀ, ਮੁੱਧ ਜੋਬਨ ਬਾਲੀ ਰਾਮ ਰਾਜੇ। ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ। ਅੰਤਰ ਅਲਖ ਨਾ ਜਾਈ ਲਖਿਆ, ਅਲਖ ਪਰਮਾਤਮਾ ਜੋ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ, ਨਾ ਜਾਈ ਲਖਿਆ, ਵੇਖਿਆ ਨਹੀਂ ਜਾਂਦਾ, ਨਹੀਂ ਜਾਣਿਆ ਜਾਂਦਾ। ਕਿੱਡਾ ਕੁਝ ਲਖਣਾ ਉਹਨੇ, ਮੈਨੇ ਜਾਣਨਾ। ਵਿੱਚ ਪੜਦਾ ਹੋ ਮੈਂ ਪਾਈ, ਵਿੱਚ ਪਰਮਾਤਮਾ ਨੇ ਜਿਹੜੀ ਹੰਗਤਾ ਪਾ ਛੱਡੀ ਹੈ ਨਾ, ਇਹ ਪੜਦਾ ਹੈ। ਦੋਵਾਂ ਦਾ ਵਾਸਾ ਤਾਂ ਉੱਥੇ ਹੀ ਹੈ, ਪਰ ਵਿੱਚ ਕੰਧ ਹੈ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਵਿਚਕਾਰ ਹੰਗਤਾ ਦੀ ਬੜੀ ਕਰੜੀ ਕੰਧ ਹੈ, ਬੱਜਰ ਦੀ ਬਣੀ ਹੋਈ। ਤੇ ਗੁਰ ਪੂਰਾ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪੂਰਾ ਸਤਿਗੁਰੂ ਹੀ ਇਸ ਕੰਧ ਨੂੰ ਤੋੜ ਸਕਦਾ, ਜਿਹਦੇ ਕੋਲ ਸਮਰੱਥਾ ਹੀ ਨਹੀਂ, ਉਹ ਇਸ ਕੰਧ ਨੂੰ ਕਿਵੇਂ ਤੋੜੇਗਾ? ਹੰਗਤਾ ਦੀ ਕਰੜੀ ਕੰਧ ਨੂੰ ਪੂਰੇ ਗੁਰੂ ਨੇ ਤੋੜਿਆ ਤੇ ਸੰਸਾਰ ਬਾਗ ਦੇ ਵਾਲੀ ਮਿਲ ਪਏ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਹਉਮੈ ਰੂਪੀ ਪੜਦਾ ਵਿੱਚ ਪਾ ਛੱਡਿਆ ਵਾਹਿਗੁਰੂ ਨੇ। ਮਾਇਆ ਮੋਹਿ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਈ। ਮਹਾਰਾਜ ਕਹਿੰਦੇ ਸੰਸਾਰ ਦੀ ਮਾਇਆ ਨੂੰ ਜਿਹੜਾ ਸੱਚਾ ਮੰਨਣਾ, ਇਹ ਭਰਮ ਹੈ, ਇਹ ਭੁਲੇਖਾ ਹੈ।
ਤੇ ਇਸ ਮਾਇਆ ਦੇ ਮੋਹ ਵਿੱਚ ਭੁਲੇਖੇ ਕਰਕੇ ਸਾਰਾ ਜਗਤ ਹੀ ਸੁੱਤਾ ਪਿਆ ਅਵਿਦਿਆ ਦੀ ਨੀਂਦ ਵਿੱਚ। ਤੇ ਜਿਹੜਾ ਭਰਮ ਭ੍ਰਾਂਤੀ ਭਟਕਣਾ, ਇਹ ਪੜਦਾ ਭੁਲੇਖਾ, ਦੱਸੋ ਭਾਈ ਕਿਸ ਤਰ੍ਹਾਂ ਦੂਰ ਹੋ ਸਕਦਾ? ਏਕਾ ਸੰਗਤ, ਇੱਕ ਸੰਗਤ ਵਿੱਚ ਹੀ ਵਸਦੇ, ਇੱਕ ਤੇ ਗ੍ਰਹਿ ਬਸਤੇ, ਇੱਕੋ ਘਰ ਵਿੱਚ ਹੀ ਵਸਦੇ ਨੇ ਦੋਵੇਂ। ਮਿਲ ਬਾਤ ਨਾ ਕਰਤੇ ਭਾਈ, ਪਰ ਮਿਲ ਕੇ ਆਪਸ ਵਿੱਚ ਗੱਲਬਾਤ ਹੀ ਨਹੀਂ ਕਰਦੇ। ਜਿਵੇਂ ਦੋ ਜੀਵ ਜਾਂ ਪਤੀ ਪਤਨੀ ਕਹਿ ਲਓ, ਇਕੱਠੇ ਹੀ ਵਸਦੇ ਹੋਣ ਇੱਕੋ ਘਰ ਵਿੱਚ, ਪਰ ਮਿਲ ਕੇ ਗੱਲਬਾਤ ਨਾ ਕਰਦੇ ਹੋਣ। ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਕਹਿੰਦੇ ਜੀਵ ਆਤਮਾ ਅਤੇ ਪਰਮਾਤਮਾ ਇਸ ਸਰੀਰ ਹਿਰਦੇ ਰੂਪੀ ਘਰ ਵਿੱਚ ਇਕੱਠੇ ਹੀ ਵਸਦੇ ਨੇ, ਪਰ ਗੱਲਬਾਤ ਨਹੀਂ ਹੋ ਰਹੀ, ਮਿਲਾਪ ਨਹੀਂ ਹੋ ਰਿਹਾ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤਾ ਗੋਚਰ ਠਾਈ। ਕਹਿੰਦੇ ਸਾਡੇ ਕੋਲ ਕੀ ਸਾਧਨ ਹੈ? ਪੰਜੇ ਗਿਆਨ ਅੰਦਰੇ ਤੇ ਇੱਕ ਵਸਤੂ, ਨਾਮ ਰੂਪੀ ਵਸਤੂ ਤੋਂ ਬਗੈਰ ਇਹ ਪੰਚੇ ਰੁੰਨੇ ਦੁੱਖ ਭਰੇ। ਪੰਚ ਦੁਹੇਲੇ, ਪੰਜੇ ਹੀ ਦੁਖੀ ਨੇ ਗਿਆਨ ਅੰਦਰੇ। ਅੱਖਾਂ, ਨਾਸਾਂ, ਕੰਨ, ਜੀਭ ਆਦਿ ਕੇ ਗਿਆਨ ਅੰਦਰੇ ਸਾਰੇ ਦੁਹੇਲੇ ਦੁਖੀ ਨੇ। ਉਹ ਬਸਤਾ ਗੋਚਰ ਠਾਈ, ਉਹ ਵਸਤੂ ਜਿਹੜੀ ਹੈ ਨਾ, ਤਤ ਵਸਤੂ ਵਾਹਿਗੁਰੂ ਦੇ ਨਾਮ ਦੀ, ਗਿਆਨ ਦੀ, ਅਗੋਚਰ, ਜਿੱਥੇ ਇੰਦਰੀਆਂ ਦਾ ਵਿਸ਼ਾ ਨਹੀਂ, ਅਗੋਚਰ ਛੁਪੀ ਹੋਈ, ਜਿਹਨੂੰ ਇੰਦਰੇ ਵਿਸ਼ਾ ਨਾ ਕਰ ਸਕਣ, ਉਹ ਇਸ ਛੁਪੀ ਹੋਈ ਠਾਈ ਥਾਂ ਤੇ ਹੈ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਜਿਸ ਵਾਹਿਗੁਰੂ ਦਾ ਇਹ ਹਿਰਦਾ ਰੂਪੀ ਘਰ ਹੈ, ਉਹਨੇ ਇੱਥੇ ਤਾਲਾ ਮਾਰਿਆ ਹੋਇਆ। ਉਹ ਵਸਤੂ ਛਪਾ ਕੇ ਨਾ ਇਸ ਘਰ ਵਿੱਚ, ਤੇ ਵਾਹਿਗੁਰੂ ਨੇ ਅਗਿਆਨਤਾ ਦਾ ਜੰਦਰਾ ਤਾਲਾ ਜੜਿਆ ਹੋਇਆ। ਕੁੰਜੀ ਗੁਰ ਸੌਂ ਪਾਈ, ਤੇ ਕੁੰਜੀ ਸਤਿਗੁਰੂ ਮਹਾਰਾਜ ਨੂੰ ਸੌਂਪ ਦਿੱਤੀ ਹੋਈ ਹੈ। ਇਹ ਕੁੰਜੀ ਸਤਿਗੁਰ ਹੱਥ ਕੁੰਜੀ, ਹੋਰਤ ਦਰ ਖੁੱਲ੍ਹੈ ਨਾਹੀਂ। ਇਹ ਕੁੰਜੀ ਸਤਿਗੁਰੂ ਦੇ ਪਾਸ ਹੈ। ਅਨੇਕੋ ਪਾਵ ਕਰੇ, ਨਹੀਂ ਪਾਵੈ ਬਿਨ ਸਤਿਗੁਰ ਸਰਣਾਈ। ਜੇ ਜੀਵ ਅਨੇਕਾਂ ਯਤਨ ਕੋਈ ਕਰੇ ਤਾਂ ਨਹੀਂ ਪ੍ਰਾਪਤ ਹੁੰਦੀ ਉਹ ਕੁੰਜੀ ਬਿਨਾਂ ਸਤਿਗੁਰਾਂ ਦੀ ਸ਼ਰਨ ਵਿੱਚ ਆਉਣ ਤੋਂ। ਸਤਿਗੁਰੂ ਦੀ ਸ਼ਰਨ 'ਚ ਆਉਣ ਤੋਂ ਬਗੈਰ ਉਹ ਕੁੰਜੀ ਨਹੀਂ ਪ੍ਰਾਪਤ ਹੁੰਦੀ। ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ। ਸੋ ਦੇਹ ਅਧਿਆਸ ਦਾ ਕੁੰਡਾ, ਆਸਾਂ ਅੰਦੇਸਾ ਦੇ ਪੱਟ ਜਿਹੜੇ, ਆਸਾ ਲੰਮੇ ਸਮੇਂ ਦੀ ਵਾਸ਼ਨਾ ਇੱਛਾ, ਤੇ ਅੰਦੇਸਾ ਸੰਸਾ, ਸ਼ੱਕ ਸੰਸਾ ਸਹਿਮ, ਇਹ ਦੋ ਪੱਟ ਤਖਤੇ ਜੜੇ ਹੋਏ ਨੇ। ਤੇ ਦੇਹ ਅਧਿਆਸ ਦਾ ਵੱਜਾ ਕੁੰਡਾ ਤੇ ਗਿਆਨ ਦਾ ਜੰਦਰਾ। ਸਤਿਗੁਰੂ ਮਹਾਰਾਜ ਦੇ ਕੋਲ ਬ੍ਰਹਮ ਵਿਦਿਆ ਦੀ ਚਾਬੀ ਹੈ। ਜਦੋਂ ਸਤਿਗੁਰੂ ਚਾਬੀ ਲਾ ਦੇਣਗੇ ਤੇ ਉਦੋਂ ਅਗਿਆਨ ਦਾ ਜੰਦਰਾ ਖੁੱਲ੍ਹ ਜਾਏਗਾ, ਦੇਹ ਅਧਿਆਸ ਦਾ ਕੁੰਡਾ ਖੁੱਲ੍ਹ ਜਾਏਗਾ। ਆਸਾਂ ਦੇਸਾਂ ਦੇ ਤਖਤੇ ਬੜੇ ਕਰੜੇ ਨੇ, ਇਹ ਦੂਰ ਹੋ ਜਾਣਗੇ ਤੇ ਫਿਰ ਵਾਹਿਗੁਰੂ ਦਾ ਗਿਆਨ ਹੈ, ਫਿਰ ਉਹ ਗੋਚਰ ਛੁਪੀ ਹੋਈ ਵਸਤੂ ਜੋ ਹੈ ਉਹ ਪ੍ਰਾਪਤ ਹੋ ਜਾਏਗੀ। ਤੇ ਦੱਸ ਰਹੇ ਨੇ ਜਿਨ ਕੇ ਬੰਧਨ ਕਾਟੇ ਸਤਿਗੁਰ, ਜਿਨ੍ਹਾਂ ਦੇ ਕਰਤਾ ਮਮਤਾ, ਕਰਤਾ ਭੋਗਤਾ, ਹੰਗਤਾ, ਮਮਤਾ, ਜਮਣਾ, ਮਰਨਾ, ਵਿਕਾਰ ਔਰ ਜਮਾਂ ਦੇ ਬੰਧਨ, ਇਹ ਸਾਰੇ ਬੰਧਨ ਜਿਨ੍ਹਾਂ ਦੇ ਸਤਿਗੁਰਾਂ ਨੇ ਖਾਸ ਤੌਰ 'ਤੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ ਹਨ, ਜਿਨ੍ਹਾਂ ਦੇ ਤਿੰਨ ਸਾਧ ਸੰਗਤ ਲਿਵ ਲਾਈ। ਉਹਨਾਂ ਨੇ ਸਾਧ ਸੰਗਤ 'ਚ ਮਿਲ ਕੇ ਪਰਮੇਸ਼ਰ ਅਕਾਲ ਪੁਰਖ ਨਾਲ ਆਪਣੀ ਸੁਰਤ ਲਾ ਲਈ ਹੈ, ਲਗਨ ਲੱਗ ਗਈ ਹੈ। ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਪੰਜ ਜਨਾਂ ਦਾ ਅਰਥ ਦੋ ਤਰ੍ਹਾਂ ਨਾਲ ਕੀਤਾ। ਪੰਚ ਦਾ ਅਰਥ ਹੈ ਸ੍ਰੇਸ਼ਟ, ਸ੍ਰੇਸ਼ਟ ਜਨਾਂ ਭਾਵ ਸੰਤਾਂ ਵਾਸਤੇ ਸ਼ਬਦ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਨ। ਪੰਜ ਪੰਜਾਂ ਵਾਸਤੇ ਵੀ ਵਰਤਿਆ, ਪੰਜ ਦੀ ਗਿਣਤੀ ਲਈ, ਤੇ ਪੰਚ ਸ੍ਰੇਸ਼ਟ ਜਨਾਂ ਸਾਧੂਆਂ ਵਾਸਤੇ, ਸੰਤਾਂ ਲਈ ਵਰਤਿਆ। ਕਹਿੰਦੇ ਸੰਤ ਜਨਾਂ ਦੀ ਸੰਗਤ 'ਚ ਮਿਲ ਕੇ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਵਿੱਚ ਖੁਸ਼ੀ ਦਾ ਮੰਗਲ ਗਾਇਨ ਕੀਤਾ। ਮੰਗਲ ਜਸ ਤੇ ਖੁਸ਼ੀ 'ਚ ਜਿਹੜਾ ਗੀਤ ਗਾਇਆ ਜਾਂਦਾ ਉਹਨੂੰ ਕਹਿੰਦੇ ਮੰਗਲ ਗਾਇਆ। ਆਵੋ ਸੰਤ ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਸੋ ਇਸ ਪ੍ਰਕਾਰ ਉਹ ਮੰਗਲ ਗਾਇਆ ਉਹਨਾਂ ਨੇ ਮਿਲ ਕੇ, ਪ੍ਰਮਾਤਮਾ ਦਾ ਜਸ ਦਾ ਸੋਹਲਾ ਗਾਇਆ, ਖੁਸ਼ੀ 'ਚ ਮੰਗਲ ਗਾਇਆ। ਹਰ ਨਾਨਕ ਭੇਦ ਨਾ ਭਾਈ, ਫਿਰ ਹਰੀ ਵਿੱਚ ਤੇ ਉਹਨਾਂ 'ਚ ਭਾਈ ਭੇਦ ਨਾ ਰਹਿ ਗਿਆ, ਫਰਕ ਨਾ ਰਹਿ ਗਿਆ, ਦੋਵਾਂ ਦਾ ਮਿਲਾਪ ਹੋ ਗਿਆ। ਪੰਚ ਜਨਾਂ ਮਿਲ ਮੰਗਲ ਗਾਇਆ। ਪੰਚ ਜਨਾਂ ਜਿਹੜੇ ਪੰਜੇ ਗਿਆਨ ਅੰਦਰੇ ਹਨ ਨਾ, ਇਹ ਸਾਰੇ ਮਿਲ ਕੇ ਵਾਹਿਗੁਰੂ ਦਾ ਮੰਗਲ ਗਾਉਣ ਲੱਗ ਪਏ। ਤੇ ਇਸ ਤਰ੍ਹਾਂ ਹਰੀ ਨਾਲੋਂ ਫਿਰ ਭੇਦ ਫਰਕ ਨਾ ਰਹਿ ਗਿਆ। ਇਹ ਭਰਾ ਜੀ ਮੇਰੇ ਰਾਮ ਰਾਏ, ਇਨ ਬਿਧ ਮਿਲਿਆ ਗੁਸਾਈ। ਮੇਰੇ ਜੋ ਰਾਮ ਰਮੇ ਹੋਏ ਰਾਏ ਰਾਜਾ ਰੂਪ ਹਨ ਨਾ ਵਾਹਿਗੁਰੂ ਜੀ, ਇਸ ਵਿਧੀ ਨਾਲ ਮਿਲਦੇ ਹਨ ਉਹ ਗੁਸਾਈ ਜੀ। ਗੁਸਾਈ ਸ੍ਰਿਸ਼ਟੀ ਦੇ ਸਾਈਂ ਮਾਲਕ ਵਾਹਿਗੁਰੂ, ਰਾਮ ਰਮੇ ਹੋਏ ਰਾਏ ਰਾਜਾ ਰੂਪ, ਇਸ ਵਿਧੀ ਨਾਲ ਵਾਹਿਗੁਰੂ ਦਾ ਮਿਲਾਪ ਹੁੰਦਾ।
ਸਹਿਜ ਭਇਆ ਭਰਮ ਖਿਨਮੈ ਨਾਠਾ। ਅੰਦਰ ਸਹਿਜ ਆ ਗਿਆ, ਮਾਨਸਿਕ ਡੋਲਤਾ, ਖੁਸ਼ੀ ਗਮੀ 'ਚ ਕੋਈ ਹਿਰਦਾ ਡੋਲਦਾ ਨਹੀਂ, ਨਾ ਉਛਾਲੇ 'ਚ ਆਉਂਦਾ ਨਾ ਗਮਰੁੱਠ ਹੁੰਦਾ। ਸੋਗ ਹਰਖ ਦਾ ਕੋਈ ਅਸਰ ਨਹੀਂ, ਗਰਮੀ ਸਰਦੀ ਦਾ ਕੋਈ ਅਸਰ ਨਹੀਂ, ਭੁੱਖ ਤੇ ਦਾ ਅਸਰ ਨਹੀਂ। ਸੋ ਇਸ ਪ੍ਰਕਾਰ ਇੱਕ ਰਸ ਅਵਸਥਾ ਸਦਾ ਰਹਿੰਦੀ ਹੈ। ਸਹਿਜ ਭਇਆ ਭਰਮ ਖਿਨਮੈ ਨਾਠਾ। ਜਿਹੜਾ ਭਰਮ ਸੀ, ਪੜਦਾ ਸੀ, ਭਟਕਣਾ ਸੀ, ਉਹ ਖਿਨ ਵਿੱਚ ਹੀ ਨਾਠਾ ਨੱਠ ਗਿਆ ਛੱਡ ਕੇ। ਮਿਲ ਜੋਤੀ ਜੋਤ ਸਮਾਈ। ਜੋਤੀ ਸਰੂਪ ਪਰਮਾਤਮਾ ਨਾਲ ਮਿਲ ਕੇ ਜਿਹੜੀ ਜੋਤ ਸੀ ਆਤਮਾ, ਇਹ ਉਹਦੇ ਵਿੱਚ ਹੀ ਸਮਾ ਗਈ। ਆਪਾ ਪਰਮ ਆਪੇ ਵਿੱਚ ਸਮਾ ਗਿਆ। ਤਤ ਪਰਮ ਤੱਤ ਵਿੱਚ ਸਮਾ ਗਿਆ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਰਹਾਉ ਦੂਜਾ। ਪਹਿਲੇ ਰਹਾਉ ਵਿੱਚ ਬਚਨ ਸੀ ਕਿਨ ਬਿਦ ਮਿਲੈ। ਪਹਿਲੇ ਰਹਾਉ ਵਿੱਚ ਬਚਨ ਸੀ ਕਿ ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਅਤੇ ਹੁਣ ਸੱਚੇ ਪਾਤਸ਼ਾਹ ਨੇ ਇੱਥੇ ਦੱਸ ਦਿੱਤਾ ਕਿ ਸਹਿਜ ਭਇਆ ਭਰਮ ਖਿਨਮੈ ਨਾਠਾ, ਮਿਲ ਜੋਤੀ ਜੋਤ ਸਮਾਈ। ਜੋਤੀ ਸਰੂਪ ਪਰਮਾਤਮਾ ਵਿੱਚ ਸਮਾਈ ਹੋ ਗਈ, ਉਹ ਜੋਤ ਉਹਨਾਂ ਦੀ ਸਮਾ ਗਈ, ਲੀਨ ਹੋ ਗਈ। ਇਹ ਰਹਾਉ ਦੂਜਾ ਜਿਹੜਾ ਇਹਦੇ ਵਿੱਚ ਉਹ ਜਿਹੜਾ ਪ੍ਰਸ਼ਨ ਉੱਠਿਆ ਸੀ, ਉਹ ਸਾਰਾ ਉਹਦਾ ਸਮਾਧਾਨ ਕਰਕੇ ਪ੍ਰਸ਼ਨ ਦਾ ਜਵਾਬ ਦੇ ਕੇ ਸਮਾਪਤੀ ਕੀਤੀ ਹੈ ਸਤਿਗੁਰੂ ਮਹਾਰਾਜ ਨੇ। ਦੂਜਾ ਰਹਾਉ, ਕਈ ਸ਼ਬਦਾਂ ਚਾਰ ਰਹਾਉ ਵੀ ਨੇ, ਕਈਆਂ 'ਚ ਦੋ ਹਨ। ਇਸ ਤਰ੍ਹਾਂ ਇਹ ਸਤਿਗੁਰੂ ਦੀ ਸੁਤੰਤਰਤਾ ਪ੍ਰਕਰਨ ਹਰ ਸ਼ਬਦ ਵਿੱਚ ਪੂਰਾ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।